Ki Fateh. Whoever joins later can listen to the part that comes after now. So, Japji Sahib ਦੀਆਂ ਦੁਬਾਰਾ ਸ਼ੁਰੂ ਕਰਨ ਤੋਂ ਪਹਿਲੇ discussion, we're still revising what we have talked about earlier. So, Preet tells me that we have discussed the first two podis at least. ਸੋ ਪਹਿਲੀ ਪੌੜੀ ਵਿੱਚ ਐਜ਼ ਅ ਮੂਲ ਮੰਤਰ ਦੀ ਡਿਸਕਸ਼ਨ ਤੋਂ ਬਾਅਦ ਤੇ ਗੁਰਪ੍ਰਸਾਦ ਤੋਂ ਬਾਅਦ ਫਿਰ ਪਹਿਲੀ ਪੌੜੀ ਦਾ ਸਾਰ ਜਿਹੜਾ ਲਾਸਟ ਟਾਈਮ ਦੱਸ ਦਿੱਤਾ ਸੀ I'm not going to repeat it again, but in one or two sentences the sar is that the Guru encourages ਇੱਥੇ encouragement ਮਿਲਦੀ ਹੈ ਤੇ ਸਿਹਤ ਮਿਲਦੀ ਹੈ ਕਿ ਆਪਣੀ ਲਾਈਫਸਟਾਈਲ ਨੂੰ ਆਪਣੀ ਲਾਈਫ ਨੂੰ ਪ੍ਰਮਾਤਮਾ ਦੀ ਲਾਈਫਸਟਾਈਲ ਵਿੱਚ ਬਦਲ ਦਿਓ ਜੋ ਪ੍ਰਮਾਤਮਾ ਦਾ ਲਾਈਫਸਟਾਈਲ ਹੈ ਉਹ ਆਪਣਾ ਲਾਈਫਸਟਾਈਲ ਅਡਾਪਟ ਕਰੋ ਤੇ ਉਹਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਦੇਖੋ ਔਰ ਉਹਦੇ ਹੁਕਮ ਵਿੱਚ ਆਪਣੀ ਖੁਸ਼ੀ ਦੇਖੋ which is not easy to do many times. You take the baby steps as I had said before, and hukam the concept वैसे भी बड़ा मुश्किल है. So it's like an onion peeling है कि upper crust of the onions are little easier to get to, and then as you get deeper into it becomes difficult to get to the core. But starting off with the upper crust of the ਹੁਕਮ ਨੂੰ ਉਹ ਜਿਹੜੀਆਂ ਕੁਆਲਿਟੀਆਂ ਹੁਕਮ ਦੀਆਂ ਹਨ ਜਾਂ ਉਹ ਜਿਹੜੀਆਂ ਕੁਆਲਿਟੀਆਂ ਪ੍ਰਮਾਤਮਾ ਦੀਆਂ ਹਨ ਉਹ ਆਪਣੇ ਆਪ ਚ ਬੰਦਾ ਅਡਾਪਟ ਕਰਨ ਦੀ ਕੋਸ਼ਿਸ਼ ਕਰੇ ਔਰ ਉਹ ਕੁਆਲਿਟੀਆਂ ਨਿਰਮਾਣਤਾ ਦੀ ਹੈ ਫੋਰਗਿਵਨੈਸ ਦੀ ਹੈ ਸੇਵਾ ਦੀ ਹੈ ਸੱਚ ਬੋਲਣ ਦੀ ਹੈ ਹਿਊਮਿਲਿਟੀ ਦੀ ਹੈ honest living ਦੀ ਹੈ ਇੱਕ ਦੂਸਰੇ ਦੀ ਨਿੰਦਿਆ ਨਾ ਕਰਨ ਤੋਂ ਵਰਜਣੇ ਦੀ ਹੈ ਪ੍ਰਮਾਤਮਾ ਦੇ ਪਾਸੇ ਲੱਗਣ ਦੀ ਹੈ ਕੀਰਤਨ ਦੀ ਦਾਤ ਲੈਣ ਦੀ ਤੇ ਸਿਖਾਉਣ ਦੀ ਹੈ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਅਪਰ ਕ੍ਰਸਟ ਜਿਹੜੇ ਹਨ ਇਹਨਾਂ ਚੀਜ਼ਾਂ ਨੂੰ ਬੰਦਾ ਅਡਾਪਟ ਕਰੇ ਅਗਰ ਤੇ ਫਿਰ ਜਿਹੜੀਆਂ ਲੋਅਰ ਕ੍ਰਸਟ ਆਫ ਦੀ ਹੁਕਮ ਔਰ ਡੀਪਰ ਕੋਰ ਆਫ ਦਾ ਹੁਕਮ ਜਿਹੜਾ ਹੈ ਉਹ ਫਿਰ ਈਜ਼ੀਅਰ ਹੋ ਜਾਂਦਾ ਬੰਦੇ ਨੂੰ ਤੇ ਪਹਿਲੀ ਪੌੜੀ ਵਿੱਚ ਇਹ ਵੀ ਦੱਸ ਦਿੱਤਾ ਸੀ ਨੇ ਕਿ ਬਾਕੀ ਚੀਜ਼ਾਂ ਨਾਲ ਗੱਲ ਬਣਨੀ ਨਹੀਂ ਹੈ ਸਿਆਣਪਾਂ ਨਾਲ ਗੱਲ ਨਹੀਂ ਬਣ ਸਕਦੀ ਬਹੁਤ ਪੜ੍ਹੇ ਲਿਖਣ ਨਾਲ ਗੱਲ ਨਹੀਂ ਬਣ ਸਕਦੀ ਚੁੱਪ ਰਹਿਣ ਨਾਲ ਕੁਝ ਨਹੀਂ ਹੋ ਸਕਦਾ ਬਹੁਤ ਸੋਚਣ ਨਾਲ ਨਹੀਂ ਹੋ ਸਕਦਾ ਜਾਂ ਸੋਚ ਇਸ਼ਨਾਨ ਕਰਨ ਨਾਲ ਜਿਹੜਾ ਮਰਜ਼ੀ ਤੁਸੀਂ ਮੀਨਿੰਗ ਲੈ ਲਓ ਉਹ ਨਹੀਂ ਹੋ ਸਕਦਾ ਉਹਨਾਂ ਚੀਜ਼ਾਂ ਨੂੰ ਵਰਤ ਕੇ ਆਪਣੀ ਲਾਈਫਸਟਾਈਲ ਨੂੰ ਬਦਲਣ ਦਾ ਆਪਣੀਆਂ ਥਿੰਕਿੰਗ ਨੂੰ ਬਦਲ ਕੇ ਗੁਰੂ ਦੀ ਥਿੰਕਿੰਗ ਵਿੱਚ ਲੈ ਕੇ ਆਉਣ ਦੀ ਇਨਕਰੇਜਮੈਂਟ ਦਿੱਤੀ ਨੇ ਦੂਸਰੀ ਪੌੜੀ ਵਿੱਚ ਇਹ ਦੱਸਿਆ ਨੇ ਕਿ ਇਹ ਇਨਕਰੇਜਮੈਂਟ ਤਾਂ ਹੀ ਹੁਕਮ ਦੀ ਡੈਫੀਨੇਸ਼ਨ ਦਿੰਦਿਆਂ ਇਹ ਵੀ ਕਿਹਾ ਨੇ ਕਿ ਹੁਕਮ ਨੂੰ ਕਹਿਣਾ ਬੜਾ ਮੁਸ਼ਕਿਲ ਹੈ ਹੁਕਮ ਬਾਰੇ ਕਿਉਂਕਿ ਪ੍ਰਮਾਤਮਾ ਅਨੰਤ ਹੈ ਉਹਦੀਆਂ ਤਾਕਤਾਂ ਅਨੰਤ ਹਨ ਉਹ ਆਪ ਅਨੰਤ ਹੈ ਇਸ ਵਾਸਤੇ ਉਹ ਕੀ ਕਰਨਾ ਚਾਹੁੰਦਾ ਹੈ ਕਦਨ ਕੀ ਕਰੇਗਾ ਉਹ ਕਹਿਣਾ ਬੜਾ ਮੁਸ਼ਕਿਲ ਤੇ ਅਨੰਤ ਦੇ ਵਿੱਚ ਜਿਹੜੇ ਸਮਾਉਂਦੇ ਹਨ ਉਹੀ ਅਨੰਤ ਜਾਣ ਸਕਦੇ ਹਨ ਤੇ ਤੁਸੀਂ ਆਪਣੀ ਮਨ ਮਰਜ਼ੀ ਨਾ ਕਰੋ ਤੇ ਆਪਣੀ ਹਉ ਨੂੰ ਇੱਕ ਪਾਸੇ ਰੱਖੋ ਆਪਣੀ ਮਰਜ਼ੀ ਨੂੰ ਇੱਕ ਪਾਸੇ ਰੱਖੋ ਆਪਣੀ ਮਰਜ਼ੀ ਨੂੰ ਨਾ ਅੱਗੇ ਆਣ ਦਿਓ ਤੇ ਉਸ ਪ੍ਰਮਾਤਮਾ ਦੀ ਮਰਜ਼ੀ ਨੂੰ ਹੁਕਮ ਸਮਝ ਕੇ ਆਪਣੀ ਲਾਈਫਸਟਾਈਲ ਨੂੰ ਬਦਲੋ ਇਹ ਤਾਂ ਹੋ ਸਕਦਾ ਹੈ ਕਿ ਜਦੋਂ ਹੁਕਮ ਦੀ ਸੋਝੀ ਤਾਂ ਹੋ ਸਕਦੀ ਹੈ ਜਦੋਂ ਹਉਮੈ ਦੀ ਸੋਝੀ ਹੋਏ ਨਾਨਕ ਹੁਕਮੇ ਜੇ ਬਜੇ ਤਾਂ ਹਉਮੈ ਕਹੇ ਨਾ ਕੋਏ ਜੇ ਹੁਕਮ ਦੀ ਸੋਝੀ ਹੋਏਗੀ ਤੇ ਹਉਮੈ ਨਹੀਂ ਆਏਗਾ ਤੇ ਉਲਟਾ ਮੈਂ ਕਹਿ ਦਿਆਂ ਅਗਰ ਉਹ ਵੀ ਟਰੂ ਹੈ ਜੇ ਹਉਮੈ ਦੀ ਸੋਝੀ ਹੋਏਗੀ ਤੇ ਫਿਰ ਹੁਕਮ ਨੂੰ ਸਮਝਣ ਚ ਈਜ਼ੀਅਰ ਹੋਏਗਾ ਤੇ ਜਿਹੜਾ ਹਉਮੈ ਨੂੰ ਨਹੀਂ ਸਮਝ ਸਕਦੇ ਹਉਮੈ ਬੂਝੇ ਤੇ ਤਾਂ ਦਰ ਸੂਝੇ ਵਰਡ ਆਏ ਹਨ ਆਸਾ ਦੀ ਵਾਰ ਵਿੱਚ ਹਉਮੈ ਦੀ ਬੁੱਝ ਹੈ ਕਿ ਕਰਨ ਕਰਾਉਣ ਵਾਲਾ ਨਾਮ ਹੈ ਕਰਨ ਕਰਾਉਣ ਵਾਲਾ ਪ੍ਰਮਾਤਮਾ ਹੈ ਤੁਸੀਂ ਨਹੀਂ ਹੋ ਸੋ ਇਹ ਸੋਚ ਕਿ ਮੈਂ ਕਰਨ ਕਰਾਉਣ ਵਾਲਾ ਹਾਂ ਜਾਂ ਮੈਂ ਕੁਝ ਕਰਨ ਵਾਲਾ ਹਾਂ ਇਹ ਸੋਚ ਕੇ ਪਿੱਛੇ ਹਟਾ ਕੇ ਇਸ ਨੂੰ ਹੁਕਮ ਦੀ ਤੇ ਨਾਮ ਦੀ ਤੇ ਸ਼ਬਦ ਦੀ ਸੋਝੀ ਨੂੰ ਅੱਗੇ ਰੱਖੇ ਬੰਦਾ ਇਹਦੀ ਤਾਕੀਦ ਦਿੰਦੇ ਹਨ ਦੂਸਰੀ ਪੌੜੀ ਵਿੱਚ ਤੇ ਹੁਣ ਡਿਸਕਸ਼ਨ ਬਦਲਦੀ ਹੈ ਕਿ ਜੇ ਉਹ ਇਤਨਾ ਵੱਡਾ ਹੈ ਉਹਦੀ ਲਾਈਫਸਟਾਈਲ ਤੁਹਾਨੂੰ ਬਦਲਣਾ ਹੈ ਹਉਮੈ ਤੋਂ ਦੂਰ ਰਹਿਣਾ ਹੈ ਤੇ ਦੇਂਦਾ ਤੇ ਫਿਰ ਵੀ ਉਹੀ ਸਭ ਕੁਝ ਹੈ ਸਭ ਨੂੰ ਤੇ ਇਸ ਗੱਲ ਨੂੰ ਸਮਝਿਆ ਜਾਏ ਕਿ ਦੇਣ ਵਾਲਾ ਉਹ ਹੈ ਹਮੇਸ਼ਾ ਦਿੰਦਾ ਆ ਰਿਹਾ ਹੈ ਸਦੀਆਂ ਤੋਂ ਦਿੰਦਾ ਆ ਰਿਹਾ ਅਸੀਂ ਲੈਂਦੇ ਆ ਰਹੇ ਹਾਂ ਉਹ ਦਿੰਦਾ ਥੱਕਦਾ ਨਹੀਂ ਅਸੀਂ ਲੈਂਦੇ ਥੱਕ ਜਾਂਦੇ ਹਾਂ ਸਾਡੇ ਸਰੀਰ ਟੁੱਟ ਜਾਂਦੇ ਹਨ ਸਾਡੇ ਸਰੀਰ ਮੁੱਕ ਜਾਂਦੇ ਹਨ ਫਿਰ ਜਨਮ ਦੁਬਾਰਾ ਹੋ ਜਾਂਦਾ ਹੈ ਫਿਰ ਵੀ ਲੈਂਦਿਆਂ ਬੰਦਾ ਥੱਕਦਾ ਨਹੀਂ ਉਹ ਦਿੰਦਿਆਂ ਥੱਕਦਾ ਨਹੀਂ ਕਦੀ ਉਹ ਬੇਪਰਵਾਹ ਹੈ ਇਹ ਬੇਪਰਵਾਹ ਦਾ ਕਨਸੈਪਟ ਇੰਟਰੋਡਿਊਸ ਕਰਦੇ ਹਨ ਕਹਿੰਦੇ ਕਿ ਉਹਦੀ ਦੇਣ ਦੀ ਸਮਰੱਥਾ ਹੈ ਉਹ ਦਿੰਦਾ ਹੀ ਜਾਏਗਾ ਉਹ ਹਮੇਸ਼ਾ ਤੇ ਤੁਸੀਂ ਲੈਂਦੇ ਹੀ ਜਾਓਗੇ ਹਮੇਸ਼ਾ ਤੇ ਇੱਥੇ ਸਾਧਨ ਪੱਖ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬੜਾ ਸੋਹਣਾ ਲਿਖਿਆ ਹੈ ਸੰਥਿਆ ਵਿੱਚ
ਕਿ ਗੁਰਮੁਖ ਦੀ ਜੀਵਨ ਵਿੱਚ ਵੀ ਇਤਨੀ ਬੇਪਰਵਾਹਤਾ ਹੋ ਜਾਂਦੀ ਹੈ। ਗੁਰਮੁਖ ਜਿਹੜੇ ਇਹ ਇੱਕ ਸਾਧੂ ਪੁਰਖ ਦੀ, ਇੱਕ ਸਾਧੂ ਜਨ ਦੀ, ਪ੍ਰਮਾਤਮਾ ਨਾਲ ਜੁੜੇ ਜਨ ਦੀ ਇੱਕ ਬਹੁਤ ਵੱਡੀ ਇੱਕ ਸਿਫਤ ਹੁੰਦੀ ਹੈ ਉਹਨਾਂ 'ਚ, ਕਿ ਉਹ ਹਮੇਸ਼ਾ ਦੇਣ ਵਾਲੇ ਹੁੰਦੇ ਹਨ, ਲੈਣ ਵਾਲੇ ਨਹੀਂ ਹੁੰਦੇ। ਹਮੇਸ਼ਾ ਦਿੰਦੇ ਹਨ। ਉਹ ਦੇ ਕੇ ਥੱਕਦੇ ਨਹੀਂ ਕਦੀ। ਉਹ ਚਾਹੇ ਉਹ ਗਰੀਬਾਂ ਦੀ ਸੇਵਾ ਕਰ ਰਹੇ ਹੋਣ ਕਿਧਰੇ, ਚਾਹੇ ਉਹ ਕਿਸੇ ਬਾਣੀ ਦੇ ਵਿੱਚ ਲਗਾਉਣ ਦੀ ਕਿਸੇ ਨੂੰ ਇਨਕਰੇਜਮੈਂਟ ਕਰ ਰਹੇ ਹੋਣ, ਚਾਹੇ ਕੀਰਤਨ ਕੋਈ ਸਿਖਾ ਰਿਹਾ ਹੋਏ ਕਿਸੇ ਨੂੰ, ਚਾਹੇ ਲੰਗਰ ਦੀ ਸੇਵਾ ਕਰ ਰਿਹਾ ਹੋਏ, ਚਾਹੇ ਕਿਸੇ ਗਰੀਬ ਨੂੰ ਪੜ੍ਹਾਈ ਦੇ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰਾ ਰਿਹਾ ਹੋਵੇ, ਕਿਸੇ ਵੀ ਚੀਜ਼ ਦੀ ਕਰਾ ਰਿਹਾ ਹੋਏ, ਪ੍ਰਮਾਤਮਾ ਦਾ ਪਿਆਰ ਕਰਨ ਵਾਲਾ ਬੰਦਾ ਹਮੇਸ਼ਾ ਦਿੰਦਾ ਹੈ, ਲੈਂਦਾ ਨਹੀਂ ਹੈ। ਲੈਣ ਵਿੱਚ ਕਿਉਂਕਿ ਲੈਣਾ ਉਹਨੂੰ ਪੈਂਦਾ ਨਹੀਂ, ਕਿਉਂਕਿ ਪ੍ਰਮਾਤਮਾ ਹਰ ਚੀਜ਼ ਦੇ ਦਿੰਦਾ ਉਸਨੂੰ ਪਹਿਲੇ ਹੀ। ਲੇਕਿਨ ਦੇਣ ਵਾਸਤੇ ਉਹ ਹਮੇਸ਼ਾ ਰਾਜ਼ੀ ਹੈ, ਦੇਣ ਵਾਸਤੇ ਹਮੇਸ਼ਾ ਉਹ ਬੇਪਰਵਾਹ ਹੈ। ਔਰ ਇਹੋ ਜਿਹੇ ਬੰਦੇ ਪ੍ਰਮਾਤਮਾ ਜਿਸ ਤਰ੍ਹਾਂ ਇਹ ਪਰਵਾਹ ਨਹੀਂ ਕਰਦੇ ਕਿਸੇ ਦੀ ਕਿ ਮੈਨੂੰ ਕੀ ਮਿਲ ਰਿਹਾ ਹੈ ਤੇ ਮੈਂ ਅੱਗੇ ਕੀ ਦੇਵਾਂ। ਇਹ ਕੋਈ ਲੈਣ ਦੇਣ ਨਹੀਂ ਹੁੰਦਾ ਉਹਨਾਂ ਦੀ ਜ਼ਿੰਦਗੀ ਵਿੱਚ ਕਿ ਮੈਨੂੰ ਇਹ ਮਿਲੇਗਾ ਤਾਂ ਮੈਂ ਸੇਵਾ ਕਰਾਂਗਾ, ਜਾਂ ਮੈਨੂੰ ਇਹ ਕੁਝ ਦੇ ਦਿਓ ਤਾਂ। ਕਈ ਵਾਰੀ ਅਸੀਂ ਇਹੋ ਜਿਹੀਆਂ ਡੀਲਸ ਪ੍ਰਮਾਤਮਾ ਨਾਲ ਬਣਾਉਂਦੇ ਹਾਂ ਗੁਰਦੁਆਰੇ ਜਾ ਕੇ, ਅਸੀਂ ਲੰਗਰ ਕਰਾਵਾਂਗੇ ਜੇ ਫਲਾਣੀ ਚੀਜ਼ ਹੋ ਜਾਏ, ਜਾਂ ਇਹ ਕਰ ਲਾਂਗੇ, ਜਾਂ ਉਹ ਨਾ ਹੋਏ ਤੇ ਫਿਰ ਨਹੀਂ ਕਰਾਂਗੇ, ਜਾਂ ਇਹ ਹੋ ਜਾਏਗਾ ਤੇ ਫਿਰ ਇਹ ਕਰਾਂਗੇ। ਤੇ ਜੇ ਕੋਈ ਪੁੱਛ ਲਵੇ ਫਿਰ ਜੇ ਨਹੀਂ ਹੋਏਗਾ ਫਿਰ ਕੀ ਕਰੋਗੇ? ਫਿਰ ਨਹੀਂ ਕਰੋਗੇ, ਫਿਰ what are you going to do then? ਸੋ ਇੱਥੇ ਫਰਕ ਹੈ। ਜਿਹੜੇ ਸਾਧੂ ਜਨ ਹਨ, ਜਿਹੜੇ ਪ੍ਰਮਾਤਮਾ ਦੇ ਪਿਆਰ ਕਰਨ ਵਾਲੇ ਹਨ, ਉਹ ਆਪ ਬੇਪਰਵਾਹ ਹੁੰਦੇ ਹਨ। ਇਸ ਚੀਜ਼ ਤੋਂ ਇਨਕਰੇਜਮੈਂਟ ਦਿੰਦੇ ਹਨ ਗੁਰੂ ਕਿ ਤੁਸੀਂ ਵੀ ਦੇਣ ਦੀ ਸਮਰੱਥਾ ਵਿੱਚ ਆਓ, ਲੈਣ ਦੀ ਸਮਰੱਥਾ 'ਚ ਨਾ ਆਓ। ਜਿਸ ਤਰ੍ਹਾਂ ਉਹ ਪ੍ਰਮਾਤਮਾ ਤੋਂ ਦੇ ਕੇ ਤੁਸੀਂ ਵੀ ਦੇਣ ਵਾਲੇ ਬਣੋ, ਆਪਣੀ ਜ਼ਿੰਦਗੀ ਨੂੰ ਦੂਸਰਿਆਂ ਵਾਸਤੇ ਵੰਡੋ। ਬੇਪਰਵਾਹ ਉਹ ਆਪ ਹੈ, ਤੁਸੀਂ ਵੀ ਬੇਪਰਵਾਹ ਦੀ ਸੂਚੀ ਵਿੱਚ ਬਣ ਜਾਓ। ਦੂਸਰਿਆਂ ਦੀ ਤਕਲੀਫਾਂ ਨੂੰ ਸਮਝ ਕੇ ਅੱਗੇ ਹੱਥ ਵਟਾਉਣ ਦੀ ਕੋਸ਼ਿਸ਼ ਕਰੋ। ਉਹ ਪ੍ਰਮਾਤਮਾ ਤੇ ਹਮੇਸ਼ਾ ਦਿੰਦਾ ਆ ਰਿਹਾ ਹੈ ਤੇ ਉਸਨੂੰ ਯਾਦ ਵੀ ਕਰਦੇ ਹਨ। ਬਹੁਤੇ ਤਾਂ ਹੀ ਯਾਦ ਕਰਦੇ ਹਨ ਕਿਉਂਕਿ ਉਹਨਾਂ ਨੂੰ ਕੋਈ ਚੀਜ਼ ਲੈਣੀ ਹੈ। ਉਹਨਾਂ ਨੂੰ ਗਾਵੇ ਕੋ ਕਿਸੇ ਨੂੰ ਤਾਣ ਹੈ ਅੰਦਰੋਂ, ਤਾਂ ਹੀ ਉਹ ਯਾਦ ਕਰਦਾ ਹੈ। ਕਈਆਂ ਨੂੰ ਵਿਦਿਆ ਵਿਖਮ ਵਿਚਾਰ ਦਾ ਉਸ ਪਾਸੇ ਹੈ ਤਾਣ, ਕਈਆਂ ਨੇ ਕੋਈ ਚੀਜ਼ਾਂ ਲੈਣੀਆਂ ਹਨ, ਕਈ ਕੋਈ ਜਨਮ ਮਰਨ ਤੋਂ ਡਰਦੇ ਹਨ ਤਾਂ ਉਸਨੂੰ ਯਾਦ ਕਰਦੇ ਹਨ। ਲੇਕਿਨ ਬੇਪਰਵਾਹ ਬੰਦੇ ਹਨ, ਕਈ ਇਹੋ ਜਿਹੇ ਬੰਦੇ ਹਨ ਜਿਹੜੇ ਪ੍ਰਮਾਤਮਾ ਨਾਲ ਪਿਆਰ ਕਰਦੇ ਹਨ, ਉਹਨੂੰ ਯਾਦ ਕਰਦੇ ਹਨ, ਇਨਕਰੇਜਮੈਂਟ ਦਿੰਦੇ ਹਨ ਪਿਆਰ ਕਰਨ ਦੀ, ਬੇਪਰਵਾਹ ਬਣਨ ਦੀ ਤੇ ਦੇਣ ਦੀ ਇਨਕਰੇਜਮੈਂਟ ਦਿੰਦੇ ਹਨ ਇਸ ਪੌੜੀ ਵਿੱਚ। ਸੋ ਕਿਸ ਤਰ੍ਹਾਂ ਦੇਖੋ ਕੜੀਆਂ ਜੋੜੀਆਂ ਹਨ। ਪਹਿਲੇ ਕੜੀ ਵਿੱਚ ਉਸਦੇ ਹੁਕਮ ਦੀ ਰਜ਼ਾ ਵਿੱਚ ਚੱਲਣਾ, ਭਾਵ ਆਪਣੀ ਮਰਜ਼ੀ ਨੂੰ ਪਿੱਛੇ ਰੱਖ ਕੇ ਉਹਦੀ ਮਰਜ਼ੀ ਨੂੰ ਅੱਗੇ ਲੈ ਕੇ ਆਉਣਾ। ਦੂਸਰੀ ਕੜੀ ਵਿੱਚ ਆਪਣੀ ਮਰਜ਼ੀ ਨੂੰ ਥਾਂ ਦੇਣੀ ਹੀ ਨਹੀਂ, ਹਉਮੈ ਵਾਲੇ ਪਾਸੇ ਜਾਣਾ ਹੀ ਨਹੀਂ, ਉਹ ਸੋਚਣਾ ਹੀ ਨਹੀਂ ਕਿ ਮੈਂ ਕੁਝ ਕਰ ਸਕਦਾ, ਥਾਂ ਸਾਰੀ ਦੀ ਸਾਰੀ ਉਸੇ ਨੂੰ ਦੇਣੀ। ਦੂਸਰੀ ਕੜੀ ਜੋੜੀ ਨੇ। ਤੀਸਰੀ ਕੜੀ ਜੋੜੀ ਨੇ ਕਿ ਜਿਸ ਤਰ੍ਹਾਂ ਉਹ ਦੇਣ ਵਾਲਾ ਹੈ ਉਸ ਨੂੰ ਯਾਦ ਤੇ ਬਹੁਤੇ ਕਰਦੇ ਹਨ, ਲੇਕਿਨ ਲੈਣ ਵਾਸਤੇ ਯਾਦ ਕਰਦੇ ਹਨ। ਤੂੰ ਨਾ ਕਿਧਰੇ ਉਸ ਲਿਸਟ ਵਿੱਚ ਸ਼ਾਮਿਲ ਹੋ ਜਾਏ, ਤੂੰ ਨਾ ਕਿਧਰੇ ਉੱਥੇ ਖੜਾ ਹੋ ਜਾਏ, ਹਮੇਸ਼ਾ ਉੱਥੇ ਹੀ ਖੜਾ ਹੋਵੇਂ ਕਿ ਮੈਨੂੰ ਇਹ ਦੇ ਦਿਓ, ਫਲਾਣੀ ਚੀਜ਼ ਦੇ ਦਿਓ, ਫਲਾਣੀ ਚੀਜ਼। ਤੂੰ ਵੀ ਮੰਗ ਤੇ ਮੰਗ ਨਾਮ ਨੂੰ ਮੰਗ, ਉਸ ਦਾਤ ਨੂੰ ਮੰਗ ਤੇ ਬੇਪਰਵਾਹ ਬਣ ਜਿਸ ਤਰ੍ਹਾਂ ਉਹ ਬੇਪਰਵਾਹ ਹੈ। ਤੂੰ ਵੀ ਦੇਣ ਦੀ ਕੋਸ਼ਿਸ਼ ਕਰ, ਤੂੰ ਵੀ ਗੁਰੂ ਨਾਨਕ ਦਾ ਰਿਪਰੈਜ਼ੈਂਟੇਟਿਵ ਬਣ ਕੇ ਜਿੱਥੇ ਤਕਲੀਫਾਂ ਲੋਕਾਂ ਦੀਆਂ ਹਨ ਦੂਰ ਕਰ ਉਹਨਾਂ ਦੀ। ਇਹ ਕੜੀ ਜੋੜ ਕੇ ਇਹ ਕੜੀ ਜੋੜ ਕੇ ਅਗਲੀ ਕੜੀ ਫਿਰ ਜੋੜਦੇ ਹਨ ਹੁਣ ਕਿ ਜੇ ਤੁਸੀਂ ਕਿਸੇ ਨੂੰ ਦੇ ਨਹੀਂ ਸਕਦੇ ਕੁਝ, ਜੇ ਉਹਦਾ ਦਿੱਤਾ ਹੋਇਆ ਮੁਕਾ ਨਹੀਂ ਸਕਦੇ ਕੁਝ। ਦੇਖੋ ਨਾ, ਕੋਈ ਹਮੇਸ਼ਾ ਸਾਡੇ ਜੀਵਨ ਵਿੱਚ ਜਦੋਂ ਵੀ ਕੋਈ ਚੀਜ਼ਾਂ ਆਉਂਦੀਆਂ ਅਸੀਂ ਕਿਸੇ ਕੋਈ ਚੀਜ਼ ਕੋਈ ਲੈ ਲਈਏ ਜਾਂ ਕੋਈ ਸਾਨੂੰ ਪੈਸੇ ਦੇ ਦੇਵੇ ਜਾਂ ਕਿ ਵਿਆਹ ਦਾ ਹੋਵੇ, ਲੋਕਾਂ ਲਿਸਟ ਬਣਾਉਂਦੇ ਨੇ ਲੋਕੀ, ਉਹ ਫਲਾਣੇ ਦੇ ਵਿਆਹ ਤੇ ਉਸਨੇ ਕਿੰਨੇ ਪੈਸੇ ਦਿੱਤੇ ਸਾਨੂੰ, ਅਸੀਂ ਵੀ ਮੋੜਾਂਗੇ ਉਹਨੂੰ ਨਹੀਂ ਜਾਂ ਵੱਧ ਮੋੜ ਦਿਆਂਗੇ। ਤਾਂ ਹਿਸਾਬ ਕਿਤਾਬ ਰੱਖਦੇ ਆ ਨਾ, ਹਿਸਾਬ ਕਿਤਾਬ ਹੁੰਦਾ ਬੜਾ ਕਿ ਉਹਨੇ ਦਿੱਤਾ ਤੇ ਅਸੀਂ ਵੀ ਦਿਆਂਗੇ, ਜੇ ਉਹਨੇ ਨਹੀਂ ਕੀਤਾ ਤੇ ਅਸੀਂ ਵੀ ਨਹੀਂ ਕਰਾਂਗੇ, ਜੇ ਉਹਨੇ ਬੁਲਾਇਆ ਤੇ ਅਸੀਂ ਬੁਲਾਵਾਂਗੇ, ਜੇ ਉਹਨੇ ਨਹੀਂ ਬੁਲਾਇਆ ਤੇ ਅਸੀਂ ਵੀ ਨਹੀਂ ਬੁਲਾਵਾਂਗੇ। ਪਰ ਇੱਥੇ ਨਹੀਂ ਹੈ ਉਹ ਚੱਕਰ। ਇੱਥੇ ਉਹ ਦੇਣ ਵਾਲਾ ਦਿੰਦਾ ਹੀ ਜਾਂਦਾ ਹੈ। ਤੁਸੀਂ ਜਿਹੜਾ ਮਰਜ਼ੀ ਤੁਸੀਂ ਉਹਨੂੰ ਯਾਦ ਕਰੋ ਨਾ ਕਰੋ, ਫਿਰ ਵੀ ਉਹਨੇ ਉਹੀ ਕੰਮ ਕਰਨੀ। ਸੋ ਇੱਥੇ ਚੌਥੀ ਪੌੜੀ ਵਿੱਚ ਇਹ ਸਮਝਾਇਆ ਨੇ ਕਿ ਫਿਰ ਉਸਨੇ ਫਿਰ ਕੀ ਕਰੋਗੇ ਉਹਦੇ ਅੱਗੇ, ਕਿਸ ਤਰ੍ਹਾਂ ਉਹਦਾ ਥੈਂਕ ਯੂ ਨੋਟ ਭੇਜੋਗੇ ਉਸਨੂੰ, ਜੇ ਤੁਸੀਂ ਉਹਨੂੰ ਕੁਝ ਦੇ ਨਹੀਂ ਸਕਦੇ। ਜੇ ਉਸਨੂੰ ਤੁਸੀਂ ਕੋਈ ਦੇ ਨਹੀਂ ਸਕਦੇ ਤਾਂ ਉਹਦਾ ਫਿਰ ਥੈਂਕ ਯੂ ਨੋਟ ਕਿੰਜ ਕਰੋਗੇ? ਉਹਦਾ ਉਸ ਦੀਆਂ ਖੁਸ਼ੀਆਂ ਕਿਸ ਤਰ੍ਹਾਂ ਲਵੋਗੇ? ਤੇ ਉਹਦਾ ਫਿਰ ਉਹਨਾਂ ਨੇ ਵਿਚਾਰ ਅੱਗੇ ਦਿੱਤਾ ਕਿ ਕੁਐਸਚਨ ਪਹਿਲੇ ਰੇਜ਼ ਕੀਤਾ ਨੇ ਕਿ ਫਿਰ ਕੇ ਅੱਗੇ ਰੱਖੀਏ, ਕੀ ਕਰੀਏ ਅੱਗੇ, ਹੁਣ ਕੀ ਰੱਖੀਏ ਅੱਗੇ ਇਹੋ ਜਿਹੇ ਬੰਦੇ ਅੱਗੇ।
ਜਿਹਦੇ ਜਿਹੜਾ ਸਿਰਫ ਦੇਣ ਵਾਲਾ ਹੈ, ਲੈਣ ਵਾਲਾ ਨਹੀਂ ਹੈ। ਤੇ ਉੱਥੇ ਫਿਰ ਇਹ ਸਲਾਹ ਦਿੱਤੀ ਨੇ ਕਿ ਤੂੰ ਸਵੇਰੇ ਅੰਮ੍ਰਿਤ ਵੇਲੇ ਜਾਂ ਕਿਸੇ ਟਾਈਮ ਜਿਹੜਾ ਤੁਸੀਂ ਠੀਕ ਕਰ ਸਕੋ, ਅੰਮ੍ਰਿਤ ਵੇਲੇ ਅਗਰ ਨਹੀਂ ਸੂਟੇਬਲ ਹੈ ਤੁਹਾਨੂੰ, ਤੇ ਉਸ ਦੀਆਂ ਵਡਿਆਈਆਂ ਨੂੰ ਵਿਚਾਰ, ਭਾਵ ਉਹਨਾਂ ਦੇ ਗੁਣਾਂ ਨੂੰ ਯਾਦ ਕਰ। ਤੇ ਗੁਣਾਂ ਨੂੰ ਕਿਸ ਤਰ੍ਹਾਂ ਯਾਦ ਕਰੇ? ਗੁਰਬਾਣੀ ਦੁਆਰਾ ਕਰੇ। ਗੁਰਬਾਣੀ ਦਾ ਕੀਰਤਨ, ਉਹਦਾ ਜਾਪ, ਉਹਦਾ ਵਿਚਾਰ, ਉਹਦਾ ਜਾਪ ਤੇ ਗੁਰਬਾਣੀ ਦੇ ਕੀਰਤਨ ਦੁਆਰਾ ਉਸ ਪ੍ਰਮਾਤਮਾ ਦੀ ਵਡਿਆਈਆਂ ਦਾ ਵਿਚਾਰ ਕੀਤਾ ਜਾਏ। ਕਿਉਂ? ਜਿਸ ਤਰ੍ਹਾਂ ਵਡਿਆਈਆਂ ਦਾ ਵਿਚਾਰ ਕਰੋਗੇ, ਗੁਣਾਂ ਨੂੰ ਗਾਓਗੇ, ਉਹ ਗੁਣ ਤੁਹਾਡੇ ਵਿੱਚ ਆਣਗੇ। ਹੌਲੀ ਹੌਲੀ ਕਰਕੇ ਨਿਮਰਤਾ ਤੁਹਾਡੇ ਚ ਆਏਗੀ, ਸੇਵਾ ਦਾ ਗੁਣ ਤੁਹਾਡੇ ਚ ਆਏਗਾ, ਸਚਾਈ ਦਾ ਗੁਣ ਤੁਹਾਡੇ ਚ ਆਏਗਾ, ਦੂਸਰਿਆਂ ਵਿੱਚੋਂ ਅੱਛਾਈ ਤੁਹਾਨੂੰ ਨਜ਼ਰ ਜ਼ਿਆਦਾ ਆਏਗੀ ਬੁਰਾਈ ਨਾਲੋਂ। ਇਹ ਵੀ ਗੁਣ ਹੈ ਉਹਦੇ ਵਿੱਚ। ਤੁਹਾਨੂੰ ਅਚਾਨਕ ਦੱਸਣਗੇ ਕਿ ਬੁਰੇ ਤੋਂ ਬੁਰੇ ਬੰਦੇ ਵਿੱਚ ਵੀ ਚੰਗੇ ਤੋਂ ਚੰਗੇ ਤੁਹਾਨੂੰ ਅੱਛੇ ਗੁਣ ਨਜ਼ਰ ਆਣੇ ਸ਼ੁਰੂ ਹੋ ਜਾਣਗੇ ਉਹਦੇ ਵਿੱਚ। ਭਾਵ ਸਾਰਿਆਂ 'ਚ ਪ੍ਰਮਾਤਮਾ ਵਸਣਾ ਦਿਖਣਾ ਸ਼ੁਰੂ ਹੋ ਜਾਏਗਾ। ਇਹ ਗੁਣ ਜਿਹੜੇ ਹਨ, ਇਸ ਪ੍ਰੋਸੈਸ ਹੈ ਆਉਣ ਦਾ। ਮਹਾਰਾਜ ਇਨਕਰੇਜ ਕਰਦੇ ਹਨ ਕਿ ਜੇ ਤੂੰ ਕਰੇਗਾ ਇਹ ਕੰਮ ਤੇ ਤੇਰੇ ਤੇ ਨਜ਼ਰ ਹੋਏਗੀ ਤੇਰੇ ਤੇ, ਕਿਉਂਕਿ ਕਰਮਾਂ ਨਾਲ, ਆਪਣੇ ਕਰਮਾਂ ਨਾਲ ਜਿਹੜੇ ਹਨ, ਉਹ ਤੂੰ ਮੋਖ ਦੁਆਰ ਦੀ ਪ੍ਰਾਪਤੀ ਨਹੀਂ ਹੈ। ਮੋਖ ਦੁਆਰ ਦੀ ਪ੍ਰਾਪਤੀ ਨਦਰੀ ਹੈ, ਨਦਰ ਕਰਨ ਨਾਲ ਹੁੰਦੀ ਹੈ। ਤੇ ਜੇ ਇਹ ਗੁਣਾਂ ਦਾ ਵਿਚਾਰ ਗੁਰਬਾਣੀ ਦੁਆਰਾ ਕਰੇਗਾ, ਜੇ ਬਾਣੀ ਦੀ ਗੋਦ ਵਿੱਚ ਖੇਡੇਗਾ, ਬਾਣੀ ਨੂੰ ਆਪਣੇ ਨੇੜੇ ਲੈ ਕੇ ਆਏਗਾ, ਤੇ ਦੇਖ ਉਸ ਦਾ ਥੈਂਕ ਯੂ ਤੂੰ, ਅਸਲੀ ਥੈਂਕ ਯੂ ਤੂੰ ਕਰ ਸਕਦਾ ਹੈ। ਤੂੰ ਉਹਦੇ ਗੁਣਾਂ ਦਾ ਕੀਰਤਨ, ਉਹਦੇ ਗੁਣਾਂ ਦਾ ਵਿਚਾਰ, ਉਹਦੇ ਗੁਣਾਂ ਦਾ ਕਥਨ, ਇਹ ਕਰਨ ਨਾਲ, ਗੁਣ ਗਾਇਨ ਕਰਨ ਨਾਲ ਉਹ ਗੁਣ ਨਿਧਾਨ ਜਿਹੜਾ ਹੈ ਉਹ ਨੇੜੇ ਆ ਜਾਏਗਾ ਤੇਰੇ। ਇਸ ਚੌਥੀ ਪੌੜੀ ਵਿੱਚ ਇਹ ਸੰਦੇਸ਼ ਹੈ। ਤੇ ਇਹ ਚੌਥੀ ਕੜੀ ਜੋੜੀ ਨੇ ਨਾਲ ਉਹਨਾਂ ਦੇ। ਪੰਜਵੀਂ ਕੜੀ ਵਿੱਚ ਕਹਿੰਦੇ ਹਨ ਕਿ ਦੇਖੋ, ਉਹ ਪ੍ਰਮਾਤਮਾ ਕਿਸੇ ਇੱਕ ਜਗ੍ਹਾ ਥਾਪਿਆ ਨਹੀਂ ਜਾ ਸਕਦਾ। ਉਹ ਕਿਧਰੇ ਉਹਦਾ ਤੁਸੀਂ ਉਹਨੂੰ ਐਸਟੈਬਲਿਸ਼ ਨਹੀਂ ਕਰ ਸਕੇ ਇੱਕ ਜਗ੍ਹਾ। ਇੱਥੇ ਇਸ਼ਾਰਾ ਆਬਵੀਅਸਲੀ ਸਨਾਤਨੀ ਧਰਮ ਦੀ ਮੂਰਤੀ ਪੂਜਾ ਦੇ ਉੱਤੇ ਹੈ। ਮੈਂ ਕ੍ਰਿਟਿਸਿਜ਼ਮ ਜਿਹੜੀ ਹੈ ਕਿਸੇ ਦੀ ਨਹੀਂ, ਧਰਮ ਦੀ ਨਹੀਂ ਕਰਨੀ, ਉਹ ਨਹੀਂ ਹੈ ਮੇਰਾ ਫਰਜ਼ ਕਰਨ ਦਾ। ਪਰ ਮੈਂ ਆਪਣੇ ਗੁਰੂ ਦੀ ਗੱਲ ਨੂੰ ਅੱਗੇ ਜ਼ਰੂਰ ਰੱਖਣਾ ਹੈ। ਜੋ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਹੈ, ਉਹ ਅੱਗੇ ਜ਼ਰੂਰ ਰੱਖਣੀ ਹੈ ਗੱਲ। ਜਿਹੜੇ ਕਰਦੇ ਹਨ ਉਹਨਾਂ ਨੂੰ ਮੁਬਾਰਕ ਹੈ, ਉਹ ਆਪਣੇ ਧਰਮ ਵਿੱਚ ਨਿਪੁੰਨ ਰਹਿਣ। ਜਿਹੜੇ ਕਰਦੇ ਹਨ ਉਹ ਕਰਨ। ਪਰ ਗੁਰੂ ਨਾਨਕ ਦੇ ਸਿੱਖ ਜਿਹੜੇ ਹਨ, ਨਾਨਕ ਪੰਥੀਆਂ ਅੱਗੇ, ਨਾਨਕ ਨਾਮ ਲੇਵਾ ਸੰਗਤ ਅੱਗੇ ਆਈਡਲ ਵਰਸ਼ਿਪਿੰਗ ਜਿਹੜੀ ਹੈ, ਉਹਦੀ ਸਖਤ ਮਨਾਹੀ ਹੈ ਉਹਦੀ। ਤੇ ਇੱਥੇ ਕਹਿੰਦੇ ਹਨ ਕਿ ਥਾਪਿਆ ਨਹੀਂ ਜਾ ਸਕਦਾ ਤੇ ਨਾ ਕੀਤਾ ਨਹੀਂ ਜਾ ਸਕਦਾ। ਭਾਵ ਉਹਨੂੰ ਕ੍ਰੀਏਟ ਨਹੀਂ ਕਰ ਸਕਦੇ ਤੁਸੀਂ, ਉਹਦੀਆਂ ਮੂਰਤੀਆਂ ਬਣਾ ਕੇ ਉਹਦੇ ਵਿੱਚ ਉਹਨੂੰ ਪਾ ਨਹੀਂ ਸਕਦੇ ਤੁਸੀਂ। ਉਹ ਅਨੰਤ ਹੈ ਪ੍ਰਮਾਤਮਾ, ਉਹ ਕਿਸੇ ਦੇ ਵਸ ਵਿੱਚ ਆਉਣ ਵਾਲਾ ਨਹੀਂ ਹੈ, ਕਿਸੇ ਮੂਰਤੀ ਵਿੱਚ ਆਉਣ ਵਾਲਾ ਨਹੀਂ ਹੈ, ਉਹ ਕਿਸੇ ਪਿਕਚਰ ਵਿੱਚ ਆਉਣ ਵਾਲਾ ਨਹੀਂ ਹੈ। ਉਹ ਸ਼ਬਦ ਰੂਪ ਵਿੱਚ ਹੈ। ਹਾਂ, ਉਹਦੀ ਫਿਲਾਸਫੀ ਸ਼ਬਦ ਰੂਪ ਵਿੱਚ ਹੈ, ਉਹਦਾ ਵਿਚਾਰ ਗੁਰੂ ਸ਼ਬਦ ਰੂਪ ਵਿੱਚ ਹੈ, ਉਹ ਪੱਤਰਿਆਂ ਵਿੱਚ ਨਹੀਂ ਹੈ। ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਗ ਨੂੰ, ਜਿਹੜੇ ਪੱਤਰਿਆਂ ਨੂੰ ਪੂਜਦੇ ਨੇ, ਜਿਹੜੇ ਸਿਰਫ ਇੰਕ ਨੂੰ ਪੂਜਦੇ ਨੇ, ਜਿਹੜੇ ਸਿਰਫ ਇੰਕ ਤੱਕ ਰਹਿ ਜਾਂਦੇ ਨੇ ਤੇ ਕਾਗਜ਼ ਤੱਕ ਰਹਿ ਜਾਂਦੇ ਨੇ, ਉਹ ਅੱਗੇ ਨਹੀਂ ਵੱਧ ਸਕਦੇ। ਅੱਗੇ ਉਹੀ ਵਧਣਗੇ ਜੇ ਕੋ ਖਾਵੇ ਜੇ ਕੋ ਪੁੰਚੈ ਹੈ। ਇਹ ਖਾਵਣਾ ਤੇ ਪੁੰਜਣਾ ਕਰਨਾ ਹੈ। ਉਹ ਕੀ ਹੈ? ਉਹ ਹੈ ਮਹਾਰਾਜ ਦੀ ਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਫਿਲਾਸਫੀ ਨੂੰ ਆਪਣੇ ਜੀਵਨ 'ਚ ਥਾਂ ਦੇਣੀ ਤੇ ਉਸਨੂੰ ਉਸ ਫਿਲਾਸਫੀ ਦੇ ਉੱਤੇ ਚੱਲਣਾ ਉਸਨੂੰ। ਤੇ ਮਹਾਰਾਜ ਬਾਰ-ਬਾਰ ਇਸ ਨੂੰ ਸਮਝਾਉਂਦੇ ਹਨ। ਤੇ ਨਾਲ ਇਸ ਪੌੜੀ ਵਿੱਚ ਇੱਕ ਹੋਰ ਵੱਡਾ ਕਨਸੈਪਟ ਇੰਟਰੋਡਿਊਸ ਕੀਤਾ ਨੇ ਕਿ ਇਸ ਹੈਂਡ ਹੋਲਡਿੰਗ ਦੇ ਪ੍ਰੋਸੈਸ ਵਿੱਚ ਗੁਰੂ ਦਾ ਰੋਲ ਬਹੁਤ ਵੱਡਾ ਹੈ। ਇੱਥੇ ਤੱਕ ਕਹਿ ਦਿੱਤਾ ਨੇ ਕਿ ਗੁਰਮੁਖ ਨਾਦੰ ਤੇ ਗੁਰਮੁਖ ਵੇਦਨ। ਗੁਰੂ ਦੇ ਮੂੰਹ ਵਿੱਚ ਸਾਰਾ ਪਿਆਰ ਹੈ, ਗੁਰੂ ਦੇ ਮੂੰਹ ਵਿੱਚ ਸਾਰੇ ਨਾਦ ਹਨ, ਗੁਰੂ ਦੇ ਮੂੰਹ ਵਿੱਚ ਜਾਂ ਗੁਰੂ ਦੁਆਰਾ ਜਾਂ ਗੁਰੂ ਕੋਲ ਸਾਰੀਆਂ ਇਮੋਸ਼ਨਸ ਹੈ ਜਿਹੜੀਆਂ ਤੈਨੂੰ ਚਾਹੀਦੀਆਂ ਹਨ ਉੱਥੇ ਪਹੁੰਚਣ ਵਾਸਤੇ। ਜਿਤਨਾ ਕੀਰਤਨ, ਜਿਤਨਾ ਸੰਗੀਤ, ਜਿਤਨਾ ਨਾਦ, ਜਿਤਨਾ ਪਿਆਰ ਤੈਨੂੰ ਚਾਹੀਦਾ ਹੈ, ਉਹ ਸਭ ਗੁਰੂ ਕੋਲ ਹੈ। ਗੁਰੂ ਦੇਣ ਵਾਲਾ ਹੈ। ਸਿਰਫ ਨਾਦੰਗ ਹੀ ਨਹੀਂ ਹੈ, ਵੇਦੰਗ ਵੀ ਹੈ। ਭਾਵ ਗਿਆਨ ਦੇਣ ਵਾਲਾ ਵੀ ਉਹੀ ਹੈ। ਉਹਦੇ ਨੇੜੇ ਰਗ ਤੇ ਉਹੀ ਪਾਰਵਤੀ ਹੈ ਤੇ ਉਹੀ ਬ੍ਰਹਮਾ ਹੈ, ਉਹੀ ਸਭ ਕੁਝ ਹੈ ਉੱਥੇ। ਆਫ ਕੋਰਸ ਯੂ ਹੈਵ ਟੂ ਅੰਡਰਸਟੈਂਡ ਕਿ ਉਸ ਵੇਲੇ ਸਿੱਖੀਜ਼ਮ ਵਾਸ ਨਾਟ ਅ ਡਿਸਟਿੰਕਟ ਰਿਲੀਜਨ, ਹਾਲੇ ਬਣੀ ਨਹੀਂ ਹੈ। ਜਦੋਂ ਉਪਦੇਸ਼ ਦਿੰਦੇ ਹਨ ਤੇ ਸੁਣਨ ਵਾਲੇ ਜ਼ਿਆਦਾ ਜਾਂ ਹਿੰਦੂ ਹਨ ਜਾਂ ਮੁਸਲਮਾਨ ਹਨ ਉਸ ਵੇਲੇ। ਮਹਾਰਾਜ ਇਸ ਗੱਲ ਨੂੰ ਸਮਝਾਉਂਦੇ ਹਨ ਪੰਜਵੀਂ ਪੌੜੀ ਵਿੱਚ, ਗੁਰੂ ਦਾ ਰੋਲ ਦੱਸ ਕੇ ਸਮਝਾਉਂਦੇ ਹਨ ਕਿ ਉਹਨੂੰ ਮੂਰਤੀਆਂ ਵਿੱਚ ਕੈਦ ਨਾ ਕਰੋ। ਥਾਪਿਆ ਨਹੀਂ ਜਾ ਸਕਦਾ ਕਿਸੇ ਇੱਕ ਜਗ੍ਹਾ, ਉਹ ਇੱਕ ਜਗ੍ਹਾ ਇਸਟੈਬਲਿਸ਼ ਨਹੀਂ ਕੀਤਾ ਜਾ ਸਕਦਾ ਕਿ ਸਿਰਫ ਇੱਕੋ ਹੀ ਕਮਰੇ 'ਚ ਬੈਠਾ ਹੋਇਆ ਜਾਂ ਇੱਕੋ ਹੀ ਜਗ੍ਹਾ ਬੈਠਾ ਹੋਇਆ। ਉਹ ਹਰ ਜਗ੍ਹਾ ਮੌਜੂਦ ਹੈ। ਹਾਂਜੀ। ਤੇ ਉਹਦੀ ਪੂਜਾ ਜਿਹੜੀ ਹੈ, ਉਸ ਅਨੰਤ ਦੀ ਪੂਜਾ ਜਿਹੜੀ ਹੈ ਸਿਖਾਈ ਹੈ ਗੁਰੂ ਕੋਲੋਂ।
ਗੁਰੂ ਕੋਲੋਂ ਹੈਲਪ ਲਾ ਕੇ ਉਸਦੀ ਪੂਜਾ ਸਿੱਖੋ। ਇਹ ਪੰਜਵੀਂ ਕੜੀ ਉਹਨਾਂ ਨੇ ਜੋੜੀ ਹੈ। ਹੁਕਮ ਰਜਾਈ ਚੱਲਣ ਤੋਂ ਬਾਅਦ ਹਉਮੈ ਦੀ ਸੋਝੀ ਦੇਣੀ, ਹਉਮੈ ਦੀ ਸੋਝੀ ਦੇਣ ਤੋਂ ਬਾਅਦ ਬੇਪਰਵਾਹ ਦੀ ਸੋਝੀ ਦੇਣੀ, ਇਹ ਕਹਿਣਾ ਕਿ ਉਹ ਦਿੰਦਾ ਆ ਰਿਹਾ ਹਮੇਸ਼ਾ। ਫਿਰ ਇਹ ਸੋਝੀ ਦੇਣੀ ਕਿ ਜਿਹੜੇ ਦੇ ਆ ਰਿਹਾ ਹੈ ਚੌਥੀ ਪੌੜੀ ਵਿੱਚ, ਉਸ ਨੂੰ ਤੁਸੀਂ ਕੁਝ ਦੇ ਨਹੀਂ ਸਕਦੇ, ਕਿਉਂਕਿ ਸਾਰਾ ਕੁਝ ਉੱਥੋਂ ਆਇਆ ਹੈ। ਇਸ ਵਾਸਤੇ ਉਹਦੇ ਗੁਣ ਗਾਇਨ ਕਰ ਸਕਦੇ ਹੋ, ਉਸਦੇ ਰੂਪ ਹਰ ਇੱਕ ਵਿੱਚ ਦੇਖ ਸਕਦੇ ਹੋ, ਉਹਦਾ ਰੂਪ ਦੇਖ ਕੇ ਉਹਦੀ ਸੇਵਾ ਕਰ ਸਕਦੇ ਹੋ। ਇਹ ਪ੍ਰਮਾਤਮਾ ਦੀ ਅਸਲੀ ਬੰਦਗੀ ਹੈ, ਇਹ ਪ੍ਰਮਾਤਮਾ ਦਾ ਅਸਲੀ ਭਜਨ ਹੈ। ਇਹ ਵਡਿਆਈ ਵਿਚਾਰ ਸਕਦੇ ਹੋ ਉਸ ਨਿਰਗੁਣ ਤੇ ਸਰਗੁਣ ਰੂਪ ਵਿੱਚ ਦੋਨਾਂ ਵਿੱਚ। ਤੇ ਪੰਜਵੀਂ ਪੌੜੀ ਵਿੱਚ ਗੁਰੂ ਦਾ ਰੋਲ ਦੱਸ ਕੇ ਇਹ ਸਮਝਾਉਂਦੇ ਹਨ ਕਿ ਉਹ ਅਨੰਤ ਨੂੰ ਥਾਪਿਆ ਨਹੀਂ ਜਾ ਸਕਦਾ ਕਿਸੇ ਜਗ੍ਹਾ। ਛੇਵੀਂ ਪੌੜੀ ਵਿੱਚ ਮਜ਼ਮੂਨ ਬਦਲਦਾ ਹੈ, ਤੇ ਛੇਵੀਂ ਪੌੜੀ ਤੋਂ ਬਾਅਦ we'll take a small break to make sure that we are on the same page all of us। ਕਿ ਛੇਵੀਂ ਪੌੜੀ ਵਿੱਚ ਇਹ ਮਜ਼ਮੂਨ ਬਦਲਦਾ ਹੈ ਕਿ ਤੀਰਥਾਂ ਦਾ ਜ਼ਿਕਰ ਕੀਤਾ ਨੇ ਇੱਥੇ, ਜਿਹੜਾ ਕਿ ਸਨਾਤਨੀ ਧਰਮ ਦੇ ਵਿੱਚ ਬਹੁਤ ਕ੍ਰਿਟੀਕਲ ਮੰਨਿਆ ਗਿਆ ਹੈ। ਔਰ ਇਹ ਕਿ ਮੈਂ ਦੱਸ ਦਿਆਂ ਤੁਹਾਨੂੰ, ਸਿਰਫ ਸਨਾਤਨੀ ਧਰਮ ਵਿੱਚ ਤੀਰਥ ਇੰਪੋਰਟੈਂਟ ਨਹੀਂ ਹਨ, ਇਸਲਾਮ ਵਿੱਚ ਵੀ ਤੀਰਥ ਇੰਪੋਰਟੈਂਟ ਹਨ ਬੜੇ। ਇਸਲਾਮ ਦੇ 5 ਪਿਲਰਸ ਹਨ ਇਸਲਾਮ ਦੇ, ਹਾਂਜੀ, ਵੀ ਆਲ ਨੋ ਦੈਟ, ਸ਼ਹਾਦਾ ਹੈ, ਜ਼ਕਾਤ ਹੈ, ਨਮਾਜ਼ ਹੈ, ਇਹ ਪਿਲਰਸ ਹਨ। ਪਰ ਉਹਦੇ ਵਿੱਚੋਂ ਇੱਕ ਪਿਲਰ ਹੈ, ਜਦੋਂ ਬੰਦਾ ਹਜ ਤੇ ਜਾਂਦਾ ਹੈ, ਹਜ ਵੀ ਇੱਕ ਪਿਲਰ ਹੈ, ਉਹ ਪਿਲਗ੍ਰਿਮੇਜ ਹੈ ਬਹੁਤ ਵੱਡੀ। ਤੇ ਪਿਲਗ੍ਰਿਮੇਜ ਤੇ ਅਸੀਂ ਵੀ ਕਰਦੇ ਹਾਂ, ਰੋਜ਼ ਅਰਦਾਸ ਹੈ, ਅਰਦਾਸ ਵਿੱਚ ਵਰਡ ਸ਼ਾਮਿਲ ਹੋਏ ਹਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਤੇ ਅੰਮ੍ਰਿਤਸਰ ਸਾਹਿਬ ਦੇ ਰੋਜ਼ ਮੰਗਦੇ ਆ, ਕਿਉਂਕਿ ਉਹ ਇੰਪੋਰਟੈਂਟ ਜਗ੍ਹਾ ਹੈ, ਕੇਂਦਰ ਹੈ ਸਿੱਖੀ ਦਾ। ਪਰ ਮਹਾਰਾਜ ਇੱਥੇ ਸਮਝਾਉਂਦੇ ਹਨ ਕਿ ਉਹ ਤੀਰਥਾਂ ਤੇ ਵਸਣ ਵਾਲਾ ਖਾਲੀ ਨਹੀਂ ਹੈ ਉਹ, ਕਿ ਜੇ ਤੀਰਥਾਂ ਤੇ ਵਸਣ ਵਾਲਾ ਹੁੰਦਾ ਤੇ ਫਿਰ ਜਿਹੜੇ ਬਨਾਰਸ ਜਿਤਨੇ ਬੰਦੇ ਹਨ ਜਿਹੜੇ, ਉਹ ਸਾਰੇ ਹੀ ਫਿਰ ਪ੍ਰਮਾਤਮਾ ਨੂੰ ਫਿਰ ਸਿੱਧਾ ਉੱਥੇ ਪਹੁੰਚ ਜਾਂਦੇ ਸਾਰੇ। ਤੇ ਜੇ ਦਰਬਾਰ ਸਾਹਿਬ ਕੋਈ ਹੋ ਵੀ ਆਏ 5 ਸਾਲਾਂ ਚ ਇੱਕ ਵਾਰੀ, ਹਰ ਸਾਲ ਵੀ ਚਲਾ ਜਾਏ, ਤੇ ਜਿਹੜੇ ਉੱਥੇ ਰਹਿੰਦੇ ਹਨ ਦਰਬਾਰ ਸਾਹਿਬ, ਜਿਹੜੇ ਨੇੜੇ ਰਹਿੰਦੇ ਹਨ, ਜਿਹੜੇ ਹਰ ਰੋਜ਼ ਜਾਂਦੇ ਹਨ, ਜਿਹੜੇ, ਉਹਨਾਂ ਕੋਲ ਪੁੱਛੋ ਉਹਨਾਂ ਨੂੰ ਪ੍ਰਾਪਤੀ ਹੋਈ ਕਿ ਨਹੀਂ ਹੋਈ ਨਾਮ ਦੀ, ਕਿ ਉਹਨਾਂ ਦੇ ਅੰਦਰ ਪ੍ਰਮਾਤਮਾ ਵਸ ਗਿਆ ਅੰਦਰ ਨੇੜੇ ਰਹਿਣ ਨਾਲ। ਤੀਰਥਾਂ ਤੇ ਜਾਣ ਤੇ ਰੋਕਿਆ ਨਹੀਂ ਉਹਨਾਂ ਨੇ, ਤੀਰਥਾਂ ਤੇ ਜਾਣ ਤੇ ਮਨਾਹੀ ਨਹੀਂ ਕੀਤੀ, ਇਨਕਰੇਜ ਹੀ ਕੀਤਾ ਉਹਨਾਂ ਨੇ, ਆਪ ਵੀ ਗਏ ਤੀਰਥਾਂ ਤੇ। ਇਸ ਪੌੜੀ ਵਿੱਚ ਸੰਦੇਸ਼ ਇਹ ਹੈ ਕਿ ਤੀਰਥਾਂ ਤੇ ਜਾਣ ਨਾਲ ਹੀ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਜੇ ਹੋ ਜਾਣੀ। ਇਸ ਗੱਲ ਦਾ ਦਿਲਾਸਾ ਦਿੰਦੇ ਹਨ, ਇਸ ਗੱਲ ਨੂੰ ਸਮਝਾਉਂਦੇ ਹਨ। ਤੀਰਥਾਂ ਤੇ ਜ਼ਰੂਰ ਜਾਓ, ਉੱਥੇ ਨਹਾਓ ਵੀ, ਜੇ ਤੁਹਾਨੂੰ ਖੁਸ਼ੀ ਮਿਲਦੀ ਹੈ, ਜੇ ਨੇੜੇ ਆਉਂਦੇ, ਉੱਥੇ ਜਾਣ ਦੇ ਫਾਇਦੇ ਇਹ ਹੁੰਦੇ ਹਨ ਤੀਰਥਾਂ ਤੇ, ਉੱਥੇ ਸਤਸੰਗ ਹੁੰਦਾ ਹੈ। ਜੇ ਦਰਬਾਰ ਸਾਹਿਬ 2 ਦਿਨਾਂ ਵਾਸਤੇ ਜਾਏ, ਆਸਾ ਦੀ ਵਾਰ ਦੀ ਪੂਰੀ ਚੌਕੀ ਬੈਠ ਕੇ ਸੁਣੇ, ਅੰਦਰ ਸੁਣੇ ਜਾਂ ਪ੍ਰਕਰਮਾ ਚ ਸੁਣੇ ਜਾ ਕੇ, ਤੇ ਉਸ ਧਿਆਨ ਨੂੰ ਲਾ ਕੇ ਆਪਣੇ ਅੰਦਰ ਵਸਾਏ, ਤੇ ਉਹ ਜਾਣਾ ਸਫਲ ਹੈ। ਤੇ ਜਿਸਨੇ ਜਾ ਕੇ ਸਿਰਫ ਸੰਗਮਰਮਰ ਦੇ ਦਰਸ਼ਨ ਕੀਤੇ, ਜਿਸਨੇ ਜਾ ਕੇ ਸਿਰਫ ਮੇਲੇ ਦੇ ਦਰਸ਼ਨ ਕੀਤੇ, ਜਿਸਨੇ ਜਾ ਕੇ ਸਿਰਫ ਸ਼ਬਦ ਨਾਲ ਚਿੱਤ ਨਹੀਂ ਲਗਾਇਆ, ਜਿਸਨੇ ਸ਼ਬਦ ਵਿੱਚ ਜੁੜਿਆ ਹੀ ਨਹੀਂ, ਉਹ ਨਹੀਂ ਕੀਤਾ ਕੰਮ ਉਸਨੇ, ਉਹ ਸਪਿਰਿਚੁਅਲਿਟੀ ਦੇ ਅੰਦਰ ਆਪਣੇ ਆਪ ਨੂੰ ਮਹਿਸੂਸ ਨਹੀਂ ਕੀਤੀ ਉਸਨੇ, ਤੇ ਉਹਦਾ ਤੀਰਥਾਂ ਤੇ ਜਾਣਾ ਬਹੁਤਾ ਫਾਇਦੇਮੰਦ ਨਹੀਂ ਹੋ ਸਕਦਾ। ਇਸ ਪੌੜੀ ਵਿੱਚ ਇਹ ਸਮਝਾਇਆ ਨੇ ਕਿ ਸਭ ਤੋਂ ਵੱਡੀ ਦਾਤ ਤੀਰਥਾਂ ਦੀ ਨਹੀਂ ਹੈ, ਸਭ ਤੋਂ ਵੱਡੀ ਦਾਤ ਇਹ ਹੈ ਕਿ ਤੁਸੀਂ ਨਾ ਵਿਸਰੋ ਮੇਰੇ ਤੋਂ। ਤੁਸੀਂ ਸਭ ਤੋਂ ਵੱਡੀ ਦਾਤ ਇਹ ਹੈ, ਤੁਸੀਂ ਮੇਰੇ ਅੰਦਰੋਂ ਜਾਓ ਨਾ। ਤੇ ਇਹ ਅਰਦਾਸ ਇਸ ਪੌੜੀ ਵਿੱਚ ਕਰਦੇ ਹਨ ਕਿ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਕਹਿ ਕੇ ਕਿ ਤੁਸੀਂ ਮੇਰੇ ਅੰਦਰੋਂ ਜਾਓ ਨਾ। ਤੀਰਥਾਂ ਤੇ ਬੇਸ਼ੱਕ ਮੈਨੂੰ ਨਾ ਭੇਜੋ, ਤੀਰਥਾਂ ਤੇ ਜਾਵਾਂ ਤੇ ਜੇ ਤੈਨੂੰ ਪਸੰਦ ਹੈ ਤੇ ਚਲਾ ਜਾਵਾਂ। ਅੱਗੇ ਜਾ ਕੇ ਇਹ ਵੀ ਵਰਡ ਆਣਗੇ, ਤੀਰਥ ਨਾਵਾਂ ਤੇ ਜੇ ਤਿਸ ਪਾਵਾਂ, ਤੇ ਵਿੜ ਭਾਣੇ ਕੇ ਨਾ ਹੀ ਕਰੀ, ਅੱਗੇ ਜਾ ਕੇ ਉਹ ਵੀ ਵਰਡ ਆਣਗੇ। ਮੈਂ ਜਾਵਾਂ ਤੀਰਥਾਂ ਤੇ ਤੇਰੇ ਹੁਕਮ ਨਾਲ, ਜੇ ਉੱਥੇ ਜਾ ਕੇ ਮੈਂ ਤੈਨੂੰ ਯਾਦ ਕਰਾਂ ਬੈਠ ਕੇ, ਤੇ ਖੁਸ਼ੀ ਹੈ ਮੇਰੇ ਦਿਲ ਵਿੱਚ। ਪਰ ਹੇ ਮੇਰੇ ਦਾਤਾ, ਮੇਰੇ ਤੇ ਇਹੋ ਜਿਹੀ ਬਖਸ਼ਿਸ਼ ਕਰੋ ਕਿ ਮੈਂ ਤੀਰਥਾਂ ਤੇ ਜਾਵਾਂ ਚਾਹੇ ਨਾ ਜਾਵਾਂ, ਪਰ ਮੇਰੇ ਅੰਦਰੋਂ ਤੁਸੀਂ ਜਾਓ ਨਾ। ਹੇ ਮੇਰੇ ਗੁਰੂ, ਮੇਰੇ ਅੰਦਰ ਇੱਕ ਇੱਛਾ ਮੇਰੀ ਪੂਰੀ ਕਰ ਦਿਓ। ਇਹ ਸਾਡੇ ਵਾਸਤੇ ਅਰਦਾਸ ਲਿਖੀ ਨੇ, ਆਪਣੇ ਵਾਸਤੇ ਨਹੀਂ ਲਿਖੀ। ਆਪਣੀ ਅਰਦਾਸ ਤੇ ਉਹ ਤੇ ਨਿਰੰਕਾਰੀ ਰੂਪ ਸਨ ਸ਼ੁਰੂ ਤੋਂ, ਉਹ ਤੇ ਪਹੁੰਚੇ ਹੋਏ ਸਨ ਸ਼ੁਰੂ ਤੋਂ, ਉਹ ਤੇ ਜਨਮ ਤੋਂ ਹੀ ਪ੍ਰਮਾਤਮਾ ਦੇ ਵਿੱਚ ਸਨ ਆਪ। ਉਹਨਾਂ ਨੂੰ ਕਿਧਰੇ ਜਾਣ ਦੀ ਲੋੜ ਨਹੀਂ ਸੀ, ਉਹਨਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਸੀ। ਸਾਡੇ ਵਾਸਤੇ ਅਰਦਾਸ ਲਿਖੀ ਨੇ। ਇਹ ਪਹਿਲੀਆਂ 6 ਪੌੜੀਆਂ ਦਾ ਜਿਹੜਾ ਸਾਰਾਂਸ਼ ਹੈ ਜਿਹੜਾ, ਤੇ ਇਹ ਵੀ ਦੱਸਿਆ ਨੇ ਇਸ ਪੌੜੀ ਵਿੱਚ ਕਿ ਗੁਰੂ ਕੋਲ ਅਰਦਾਸ ਕਰਨੀ ਤੁਹਾਡੀ ਮਨ ਮੰਦੀ ਹੈ, ਤੁਹਾਡੇ ਮਤ ਵਿੱਚ, ਤੁਹਾਡੇ ਦਿਮਾਗ ਵਿੱਚ ਸਾਰੇ ਰਤਨ ਪਦਾਰਥ ਪਾ ਕੇ ਭੇਜੇ ਹਨ। ਮਤ ਵਿੱਚ ਰਤਨ ਜਵਾਰ ਹੈ। ਜੇ ਗੁਰੂ ਕੀ ਸਿੱਖ ਤੇ ਚੱਲ ਸਕੇ ਬੰਦਾ,
ਜਦੋਂ ਬੰਦਾ ਕੀਰਤਨ ਸਿੱਖਣਾ ਸ਼ੁਰੂ ਕਰਦਾ ਹੈ, ਜਦੋਂ ਬੰਦਾ ਕੋਈ ਨਵੀਂ ਚੀਜ਼ ਸਿੱਖਣੀ ਸ਼ੁਰੂ ਕਰਦਾ ਹੈ, ਤੇ ਸਭ ਕੁਝ ਅੰਦਰ ਪਿਆ ਹੁੰਦਾ, ਖਾਲੀ ਜਗਾਉਣ ਦੀ ਲੋੜ ਪੈਂਦੀ ਹੈ, ਉਸ ਤੇ ਸਾਰਾ ਕੁਝ ਸਾਹਮਣੇ ਆ ਜਾਂਦਾ ਉਹਦੇ ਸਾਹਮਣੇ। ਭਾਵ ਤੁਹਾਡੇ ਦਿਮਾਗ ਵਿੱਚ, ਤੁਹਾਡੇ ਮਸਤਿਸ਼ਕ ਵਿੱਚ ਉਸਨੇ ਸਾਰੀਆਂ ਉਹ ਚੀਜ਼ਾਂ ਖੂਬੀਆਂ ਪਾ ਕੇ ਭੇਜੀਆਂ, ਸਾਰੀਆਂ ਕੋਗਨੀਟਿਵ ਐਬਿਲਿਟੀਜ਼ ਪਾ ਕੇ ਭੇਜੀਆਂ, ਮੋਸਟ ਆਫ ਅਸ। ਸੋ ਇਹ ਪਹਿਲੇ 6 ਪੌੜੀਆਂ ਦਾ ਭਾਵ ਹੈ। I'm going to take a short brief break here, gives me a break here also, and see if we can ਪਹਿਲੇ 6 ਪੌੜੀਆਂ ਦਾ ਭਾਵ, ਗ੍ਰੈਜੂਏਸ਼ਨ ਸੈਰੇਮਨੀ ਤਾਂ ਹੋਏਗੀ ਜੇ ਪਹਿਲੀਆਂ 7-8 ਪਹਿਲੇ 7 ਪੌੜੀਆਂ ਦਾ ਭਾਵ ਕੋਈ ਸੰਗਤ ਵਿੱਚੋਂ ਮੈਨੂੰ 2 3 4 5 ਸੈਂਟੈਂਸਸ ਵਿੱਚ ਕੋਈ ਅਗਰ ਸ਼ੇਅਰ ਕਰੇ ਮੇਰੇ ਨਾਲ ਕਿ ਇਹ ਕ੍ਰੋਨੋਲੋਜੀਕਲ ਆਰਡਰ ਵਿੱਚ ਜਪਜੀ ਦੀਆਂ ਥਾਟ ਪ੍ਰੋਸੈਸ ਹੈ ਸਾਰਾ। ਸੋ ਇਹ ਕ੍ਰੋਨੋਲੋਜੀਕਲ ਆਰਡਰ ਹੈ ਜਪਜੀ ਦਾ। ਹੁਣ ਇਹ ਤੀਰਥਾਂ ਦੀ ਤੋੜਦੇ ਹਨ, ਇੱਥੇ ਮਤ ਦਿੰਦੇ ਹਨ, ਤੇ ਅੱਗੇ ਯੋਗੀਆਂ ਬਾਰੇ ਸੰਦੇਸ਼ ਹੈ ਅਗਲੀ ਪੌੜੀ ਵਿੱਚ। ਸੋ ਇੱਥੇ I'm going to stop here for a second and see if somebody has any questions. I might write also a few of these things on the whiteboard also, just to be ਹੋਰ ਜ਼ਿਆਦਾ clarity ਹੋ ਜਾਏ, thought process. ਹਾਂਜੀ। If anybody has any questions or concerns, or ਨਾ ਕੋਈ ਚੀਜ਼ ਸਮਝ ਆਈ ਹੋਵੇ, ਤੇ now is the time to unmute yourself. ਜੀ 6th ਪੌੜੀ ਵਿੱਚ ਜਿਹੜੀ ਸੈਕੰਡ ਲਾਈਨ ਹੈਗੀ ਹੈ, ਜੇਤੀ ਸ਼੍ਰਿਸ਼ਟ ਉਪਾਏ ਵੇਖਾਂ ਬਿਨ ਕਰਮਾ ਕੇ ਮਿਲੇ ਲਈ, can you explain that? ਜੋ ਦਿਖ ਰਿਹਾ ਹੈ ਸਾਹਮਣੇ, ਉਹਦੀ ਸੋਝੀ ਉਸ ਪ੍ਰਮਾਤਮਾ ਦੀ ਕਿਰਪਾ ਬਿਨਾ ਨਹੀਂ ਹੋ ਸਕਦੀ। ਭਾਵ ਜੇ ਉਸ ਅਨੰਤ ਦੇ ਦਰਸ਼ਨ ਕਿਸੇ ਨੇ ਕਰਨੇ ਹਨ, ਤੇ ਉਹ ਅਨੰਤ ਦੇ ਦਰਸ਼ਨ ਜਿਹੜੇ ਹਨ ਉਹਦੀ ਕਿਰਪਾ ਦੁਆਰਾ ਹੋ ਸਕਦੇ ਹਨ। ਉਹਦੇ ਉਸ ਅਨੰਤ ਦੀਆਂ ਗਹਿਰਾਈਆਂ, ਤੀਰਥਾਂ ਤੇ ਜਾਣ ਨਾਲ ਅਨੰਤ ਦੀਆਂ ਗਹਿਰਾਈਆਂ ਨਹੀਂ ਹਨ, ਕਰਮੀ ਵਿੱਚ ਅਨੰਤ ਦੀਆਂ ਗਹਿਰਾਈਆਂ ਹਨ, ਉਹਦੀ ਕਿਰਪਾ ਵਿੱਚ ਅਨੰਤ ਦੀਆਂ ਗਹਿਰਾਈਆਂ ਹਨ। ਤੇ ਇਹ ਅਗਲੀ ਪੌੜੀ ਵਿੱਚ ਹੋਰ ਇਹਦੀ ਕਲੈਰਿਟੀ ਮਿਲ ਜਾਏਗੀ ਤੁਹਾਨੂੰ, ਕਿਉਂਕਿ ਨਦਰ ਹੀ ਕ੍ਰਿਟੀਕਲ ਹੈ ਬੜੀ। ਸਭ ਕੁਝ ਮਿਲ ਜਾਣੇ ਨਾਲ ਵੀ ਜੇ ਨਦਰ ਨਹੀਂ ਹੈ ਤੇ ਫਿਰ ਕੁਝ ਵੀ ਨਹੀਂ ਹੈ। ਜਿਤਨਾ ਕੁਝ ਦਿਖਾਈ ਦੇ ਰਿਹਾ ਹੈ, ਜੋ ਕੁਝ ਸਾਹਮਣੇ ਨਜ਼ਰ ਆ ਰਿਹਾ ਹੈ, ਉਹਦੀ ਸੋਝੀ ਦੇਣ ਵਾਲਾ ਉਹ ਹੈ। ਉਹਦੀ ਸੋਝੀ ਉਹਦੇ ਵਿੱਚ ਉਸ ਸ੍ਰਿਸ਼ਟੀ ਵਿੱਚ ਆਪਣੇ ਆਪ ਨੂੰ ਦਿਖਾਉਣ ਵਾਲਾ ਉਹ ਆਪ ਹੈ। ਬਲਿਹਾਰੀ ਕੁਦਰਤ ਵਸਿਆ ਸਾਰਿਆਂ ਨੂੰ ਨਜ਼ਰ ਨਹੀਂ ਆਉਂਦਾ, ਸਾਰੇ ਨਹੀਂ ਐਕਸਪੀਰੀਅੰਸ ਕਰ ਸਕਦੇ ਉਸ ਐਕਸਪੀਰੀਅੰਸ ਨੂੰ। ਇਹ ਇੱਕ ਉਹਦੀ ਦੇਣ ਹੈ ਜਿਸ ਨੂੰ ਦਵੇ ਉਹ, ਇਹ ਉਹਦੀ ਮਰਿਆਦਾ ਵਿੱਚ ਚੱਲਣ ਵਾਲਿਆਂ ਨੂੰ, ਉਹਦੇ ਪਿਆਰਿਆਂ ਨੂੰ, ਉਹਦੇ ਜਨਾਂ ਨੂੰ, ਉਹਦੇ ਸਾਧੂ ਜਨਾਂ ਨੂੰ ਉਹ ਦਿੰਦਾ ਹੈ। ਤੇ ਜਿਹਨੂੰ ਦਿੰਦਾ ਹੈ ਫਿਰ ਉਹ ਵਾਵਾ ਹੈ। ਫਿਰ ਜਿਸ ਨੂੰ ਦਿੰਦਾ ਹੈ ਤੇ ਉਹਦੇ ਮੂੰਹੋਂ ਫਿਰ ਉਹਨੂੰ ਨਹੀਂ ਫਰਕ ਨਜ਼ਰ ਆਉਂਦਾ। ਨਾਮ ਦੇ ਵਿੱਚ ਤੇ ਫਰੀਦ ਵਿੱਚ ਨਹੀਂ ਦੇਖਿਆ ਉਹਨਾਂ ਨੇ ਫਰਕ ਤੇ ਬਹੁਤਾ ਸੀ। ਇੱਕ ਕ੍ਰਿਸ਼ਨ ਦੇ ਪੁਜਾਰੀ ਹਨ, ਮਹਾਰਾਸ਼ਟਰ ਚ ਹਨ, ਹਿੰਦੂ ਹਨ, ਤੇ ਇੱਕ ਪਾਕਪਟਨ ਰਹਿੰਦੇ ਹਨ, ਮੁਸਲਮਾਨੀ ਧਰਮ ਵਿੱਚ ਜਨਮ ਹੋਇਆ ਉਹਨਾਂ ਦਾ, ਨਮਾਜ਼ ਪੜ੍ਹਨ ਵਾਲੇ ਹਨ, ਕ੍ਰਿਸ਼ਨ ਨਾਲ ਕੋਈ ਰਿਸ਼ਤਾ ਨਹੀਂ ਉਸਦਾ। ਲੇਕਿਨ ਉਹਨਾਂ ਦੀ ਆਤਮਾ ਨੇ ਦੇਖਿਆ ਇੱਕੋ ਜਿਹੀ, ਉਹਨਾਂ ਦੀ ਆਤਮਾ ਨੇ ਦੇਖ ਲਿੱਤਾ ਕਿ ਨਹੀਂ, ਦੋਨੋਂ ਸੇਮ ਹੈ। ਤੇ ਇੱਥੇ ਫਿਰ ਜੇਤੀ ਸ੍ਰਿਸ਼ਟੀ ਉਪਾਈ ਵੇਖਾਂ, ਉਹਨਾਂ ਕੋਲ ਪੁੱਛੋ, ਜਿਨ੍ਹਾਂ ਨੇ ਭਾਈ ਕਨ੍ਹਈਆ ਕੋਲ ਪੁੱਛੋ, ਉਹ ਦੱਸਣਗੇ ਨਾ। ਉਹਨਾਂ ਪੁੱਛੋ, ਉਹਨਾਂ ਨੂੰ ਨਜ਼ਰ ਨਹੀਂ ਆਇਆ ਫਰਕ ਨਜ਼ਰ ਆ ਜਾਂਦਾ, ਨਹੀਂ ਆਇਆ ਫਰਕ ਉਹਨਾਂ ਨੂੰ ਨਜ਼ਰ। ਤੇ ਜਿਹਨਾਂ ਨੂੰ ਨਹੀਂ ਨਜ਼ਰ ਫਰਕ ਆਇਆ, ਉਹਨੂੰ ਨਹੀਂ ਨਜ਼ਰ ਫਰਕ ਆਇਆ, ਉਹਨਾਂ ਨੂੰ ਕੋਈ ਫਰਕ। ਸੋ ਇਹ ਹੁੰਦਾ ਹੈ ਉਹਦੀ ਨਜ਼ਰ ਨਾਲ, ਇਹ ਹੁੰਦਾ ਹੈ ਉਹਦੀ ਦ੍ਰਿਸ਼ਟੀ ਨਾਲ। ਤੇ ਜਿਹੜੇ ਮੇਰੇ ਵਰਗੇ ਜਾਂ ਸੁਣਨ ਵਾਲੇ ਕਈਆਂ ਚੋਂ ਜਿਹੜੇ ਨੈਰੋ ਮਾਈਂਡਡ ਹੁੰਦੇ ਹਨ, ਜਿਹੜੇ ਫਿਰ ਅਨਫੋਰਚੂਨੇਟਲੀ ਨੈਰੋ ਮਾਈਂਡਡ ਬੰਦਿਆਂ ਵਾਸਤੇ ਪ੍ਰਮਾਤਮਾ ਦੇ ਨੇੜੇ ਆਉਣਾ ਬਹੁਤ ਮੁਸ਼ਕਿਲ ਹੈ। ਉਹਨਾਂ ਦੇ ਵਿੱਚ ਘ੍ਰਿਣਾ ਹੁੰਦੀ ਹੈ, ਘ੍ਰਿਣਾ ਵਾਲੇ ਵਿੱਚ ਪ੍ਰਮਾਤਮਾ ਨਜ਼ਰ ਨਹੀਂ ਆਉਂਦਾ। ਪ੍ਰਮਾਤਮਾ ਦੇ ਨਜ਼ਰ ਆਉਣ ਵਿੱਚ ਪਿਆਰ ਚਾਹੀਦਾ ਹੈ, ਬਹੁਤ ਜ਼ਿਆਦਾ। ਔਰ ਪਿਆਰ ਹਰ ਚੀਜ਼ ਨਾਲ ਚਾਹੀਦਾ ਹੈ, ਬੁਰੇ ਤੋਂ ਬੁਰੇ ਬੰਦੇ ਨਾਲ ਵੀ, ਬੁਰੇ ਤੋਂ ਬੁਰੇ ਬੰਦੇ ਨਾਲ ਵੀ ਘ੍ਰਿਣਾ ਨਾ ਕਰੇ, ਉਸਨੂੰ ਸਿੱਧੇ ਰਸਤੇ ਪਾ ਦੇਵੇ। ਇਹਦਾ ਮਤਲਬ ਨਹੀਂ ਹੈ ਕਿ ਆਪਣੀ ਅਣਖ ਗੋ ਦੇਵੇ, ਇਹਦਾ ਮਤਲਬ ਨਹੀਂ ਹੈ ਕਿ ਅਗਲਾ ਕੁਝ ਕਹੇ ਜਾ ਤੇ ਅਗਲਾ ਕੁਝ ਬੋਲੇ ਨਾ, ਉਹ ਨਹੀਂ ਮਤਲਬ। ਇਹਦੇ ਮਤਲਬ ਇਹ ਹੈ ਕਿ ਉਸਨੂੰ ਫਿਰ ਵੀ ਘ੍ਰਿਣਾ ਦੀ ਨਜ਼ਰ ਨਾਲ ਨਾ ਦੇਖੇ ਉਸਨੂੰ। ਸੋ ਜੇ ਹਾਲੇ ਵੀ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਹੈ, ਤੇ ਫਿਰ ਕਾਜ਼ੀ ਨੂਰ ਮੁਹੰਮਦ ਦੀਆਂ ਕਿਤਾਬਾਂ ਪੜ੍ਹੇ ਬੰਦਾ, ਜਿਹੜੀਆਂ ਅਬਦਾਲੀ ਨਾਲ ਆਉਂਦਾ ਸੀ ਸਿੱਖਾਂ ਬਾਰੇ ਲਿਖਣ ਵਾਸਤੇ।
हैरान हो ਜਾਂਦਾ ਬੰਦਾ ਜਦੋਂ ਉਹਦੀਆਂ ਲੇਖ ਬੰਦਾ ਪੜ੍ਹਦਾ ਸਿੱਖਾਂ ਬਾਰੇ ਕਿ ਵੈਸੇ ਤੇ ਉਸਨੇ ਆਪਣੀ ਕਿਤਾਬਾਂ ਵਿੱਚ ਆਪਣੀ ਲੇਖਾਂ ਵਿੱਚ ਕੁੱਤਿਆਂ ਨੂੰ ਕੁੱਤਾ ਕਿਹਾ ਹੈ, ਸਿੱਖਾਂ ਨੂੰ ਸੱਗ ਫਾਰਸੀ ਦਾ ਵਰਡ ਹੈ ਜਿਹਦਾ ਵਰਡ ਕੁੱਤੇ ਹੈ, ਸੱਗ ਆਖਿਆ ਉਸਨੇ ਹਰ ਜਗ੍ਹਾ, ਪਰ ਤਾਰੀਫਾਂ ਬੜੀਆਂ ਕੀਤੀਆਂ ਨੇ ਉੱਥੇ, ਕਹਿੰਦੇ ਨੇ ਹੈ ਇਹ ਸਾਰੇ ਸੱਗ ਹੀ ਹਨ, ਬਟ ਇਹ ਅਜੀਬ ਸੱਗ ਹਨ ਕਿ ਜੇ ਇਹਨਾਂ ਦੇ ਹੱਥ ਕੋਈ ਸਾਡੀ ਮੁਸਲਮਾਨੀ ਕੋਈ ਔਰਤ ਲੰਘ ਜਾਏ ਤੇ ਛੂੰਹਦੇ ਨਹੀਂ ਉਸਨੂੰ ਟੱਚ ਨਹੀਂ ਕਰਦੇ, ਉਸਨੂੰ ਉਹਦਾ ਘੁੰਗਟ ਤੱਕ ਨਹੀਂ ਉਤਾਰਦੇ, ਉਸਨੂੰ ਹਰ ਜਗ੍ਹਾ ਹਿਫਾਜ਼ਤ ਨਾਲ ਛੋੜ ਕੇ ਆਉਂਦੇ ਹਨ ਉਸਨੂੰ। ਸੋ ਇਹ ਗੱਲਾਂ ਗੁਰੂ ਦੀਆਂ ਹਨ ਸਾਨੂੰ ਸਿਖਾਉਣ ਵਾਲੇ, ਜਿਨ੍ਹਾਂ ਨੇ ਸਿਖਾਇਆ ਇਹ ਗੱਲਾਂ, ਉਹਨਾਂ ਦੀਆਂ ਜਪਜੀ ਵਿੱਚੋਂ ਇਹਦੀ ਖੁਸ਼ਬੂ ਪਹਿਲੇ ਹੀ ਆ ਜਾਂਦੀ ਹੈ। ਸੋ I hope that answers the question. So, Anji, any other issues or up to the podi number 6 tak agar koi question ho, otherwise we'll move forward right now. ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ ਆਈ ਆਲਵੇਜ਼ ਸਟਰਗਲ ਵਿਦ ਜਿਹੜੀ ਪੌੜੀ ਹੈਗੀ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, because ਮੈਨੂੰ ਸਮਝ ਨਹੀਂ ਆਉਂਦਾ ਕਿ was there any deficiency in the efforts I did or whether it was the hukam that that something did not come to fruition or it did not happen the way If it did not happen or whatever it is, it depends karda hai what did not happen, if the non-spiritual koi cheez de utte koi it did not happen in spite of somebody wanting it, then ਫਿਰ ਉਹਦੀ ਖੁਸ਼ੀ ਨਹੀਂ ਹੈ ਉਹਦੇ ਵਿੱਚ ਉਸਨੂੰ। ਤੇ ਜੇ ਸਪਿਰਚੁਅਲ ਰਸਤੇ ਦੇ ਵਿੱਚ ਰੁਕਾਵਟਾਂ ਹਨ ਉੱਥੇ ਪਹੁੰਚਣ ਵਾਸਤੇ, ਤੇ then we need to retrace our steps and see what we are doing though, so that you can readjust your efforts, that you are trying to make in that respect though. But Oda Hukam, as I've said before many times, is a complex thing to comprehend, So therefore, you always take the most basic Hukam, the concept pehle, which you adopt in your life. And then once those basic concepts have been adopted and not only adopted but understood and be a part of your life though, basically ਧਰਮਖੰਡ ਵਿੱਚ ਬੰਦਾ ਅਗਰ ਆ ਜਾਵੇ, ਧਰਮਖੰਡੀ ਹੋ ਜਾਵੇ, ਮਰਿਆਦਾ ਅਨੁਸਾਰ ਜੀਵਨ ਸ਼ੁਰੂ ਹੋ ਜਾਵੇ ਜਿਸ ਦਾ, ਤੇ ਉਸ ਦੀ ਅਗਲੀ ਰੋਸ਼ਨੀ ਜਿਹੜੀ ਹੈ ਗੁਰੂ ਆਪ ਦੇਣਗੇ ਉਸਨੂੰ। ਇਹ ਮੇਰੇ ਖੁਦ ਦੇ ਆਪਣੇ ਐਕਸਪੀਰੀਐਂਸਸ ਵੀ ਹਨ, ਔਰ ਜਿਨ੍ਹਾਂ ਨਾਲ ਉੱਠਣਾ ਬੈਠਣਾ, ਜਿਹੜੇ ਸਾਧੂ ਜਨ ਜਿਨ੍ਹਾਂ ਦੇ ਜਿਹੜੇ ਜੀਵਨ ਚ, ਮੇਰੇ ਜੀਵਨ ਵਿੱਚ ਜਿਹੜੇ ਇਹੋ ਜਿਹੇ ਬੰਦੇ ਆਏ ਹਨ, ਉਹਨਾਂ ਦੀ ਵੀ ਸਿਹਤ ਇਹੀ ਹੈ ਸਾਰੀ ਕਿ ਉਸਦੇ ਹੁਕਮ, ਉਹਦਾ ਜੇ ਕੋਈ ਚੀਜ਼ ਤੁਸੀਂ ਮੰਗੀ ਹੈ ਜਾਂ ਕੋਈ ਚੀਜ਼ ਇਹੋ ਜਿਹੀ, ਉਹ ਜੇ ਉਹ ਨਹੀਂ ਹੋ ਰਿਹਾ, ਉਹ ਜਾਂ ਇਹੋ ਜਿਹੀ ਜਿਹੜੀ ਨਾਨ ਸਪਿਰਚੁਅਲ ਹੈ, ਇਹਦਾ ਮਤਲਬ ਉਹਦੀ ਖੁਸ਼ੀ ਨਹੀਂ ਹੈ ਉਹਦੇ ਵਿੱਚ ਉਸਨੂੰ, ਜਿਹੜੇ ਨਹੀਂ ਹੋ ਰਿਹਾ ਤਾਂ। ਜੇ ਸਪਿਰਚੁਅਲ ਰਸਤੇ ਵਿੱਚ ਦਿੱਕਤਾਂ ਆ ਰਹੀਆਂ ਨੇ ਕਿਧਰੇ, ਤੇ ਫਿਰ ਆਪਣੇ ਸਟੈਪਸ ਨੂੰ ਰੀਟਰੇਸ ਕਰੇ ਬੰਦਾ ਤੇ ਦੇਖੇ ਵੀ ਕਿੱਥੇ ਇਸ਼ੂਜ਼ ਆ ਰਹੀਆਂ ਨੇ ਉੱਥੇ, ਤੇ ਇਹ ਯਾਦ ਰੱਖਣਾ ਕਿ ਨਾਨ ਸਪਿਰਚੁਅਲ ਜਿਹੜੀਆਂ ਮੰਗਾਂ ਹਨ, ਜਿਹੜੀਆਂ ਮੇਰੀਆਂ ਵੀ ਬਣੀਆਂ ਹਨ ਤੇ ਸਭ ਦੀਆਂ ਬਣੀਆਂ ਹਨ, ਚਾਹੇ ਉਹ ਪੈਸੇ ਦੀ ਹੋਵੇ, ਚਾਹੇ ਕੋਈ ਬਿਮਾਰ ਹੋਵੇ ਉਹਦੀ ਸਿਹਤ ਬਾਰੇ ਹੋਵੇ, ਚਾਹੇ ਉਹ ਆਪਣੇ ਬੱਚੇ ਬਾਰੇ ਹੋਵੇ, ਚਾਹੇ ਕਿਸੇ ਪ੍ਰੋਫੈਸ਼ਨ ਬਾਰੇ ਹੋਵੇ, ਤੇ ਉਹ ਹੋ ਰਿਹਾ ਜੋ ਤੁਹਾਡੀ ਮੰਗ, ਤੁਸੀਂ ਮੰਗ ਕਰ ਰਹੇ ਹੋ, ਫਿਰ ਵੀ ਉਹ ਨਹੀਂ ਹੋ ਰਿਹਾ ਪੂਰਾ, ਤੇ ਫਿਰ ਬੰਦਾ ਕਵੇ ਕਿ ਨਹੀਂ, ਉਹਦੀ ਖੁਸ਼ੀ ਨਹੀਂ ਹੈ ਇਹਦੇ ਵਿੱਚ, ਉਹਦੀ ਖੁਸ਼ੀ ਹੈ ਇਸ ਵਿੱਚ ਹੋਣੀ। ਤੇ ਜਿਤਨਾ ਨੇੜੇ ਜਾਓਗੇ ਬਾਣੀ ਦੇ, ਤੁਹਾਨੂੰ ਉਹ ਐਕਸੈਪਟੈਂਸ ਜਿਹੜੀ ਹੈ ਤੁਹਾਡੇ ਥੋੜੀ ਬੈਟਰ ਹੋ ਜਾਏਗੀ ਵੀ ਠੀਕ ਹੈ, ਉਹ ਖੁਸ਼ ਹੈ ਇਹਦੇ ਵਿੱਚ, ਤੇ ਫਿਰ ਮੈਨੂੰ ਵੀ ਖੁਸ਼ੀ ਮਿਲਣੀ ਚਾਹੀਦੀ ਹੈ ਇਹਦੇ ਵਿੱਚ। So it's very difficult to explain that, Didi, this thing. It's not easy to comprehend and explain. It's a more बहुत एक intrinsic ja concept hai sara andarla. So maybe one day me and you can have a talk, offline from the class, where we can talk more freely about what's going on. I think that's what my comments are on that. So. Thank you, Vijay. That helped a lot. Yes, I will definitely get in touch to explore this more. Yeah, absolutely. Thank you, Vijay. No problem.
if there's no more question, then I'll like to continue then. So no more questions, I guess. So ਪੌੜੀ ਨੰਬਰ 7 ਵਿੱਚ ਹੁਣ ਧਿਆਨ ਤੀਰਥਾਂ ਤੋਂ ਹਟਾ ਕੇ ਯੋਗੀਆਂ ਦੀ ਸਾਧਨਾ ਦੇ ਉੱਤੇ ਦਿੱਤਾ ਨੇ। ਹਾਂਜੀ, ਕਿਉਂ ਦਿੱਤਾ ਨੇ ਕਿ ਇਹ ਕਿਹਾ ਨੇ ਵੀ ਜਿੱਥੇ ਤੀਰਥ ਅਸਫਲ ਹਨ, ਜਿਹੜੇ ਜਿੱਥਾਂ ਤੀਰਥਾਂ ਦੇ ਉੱਤੇ ਜਾਣ ਨਾਲ ਕੋਈ ਫਾਇਦਾ ਨਹੀਂ ਹੁੰਦਾ, ਉਸੇ ਤਰ੍ਹਾਂ ਸਾਡੇ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਵਿੱਚ ਯੋਗੀਆਂ ਦੇ ਸਾਧਨ, ਹੁਣ ਮੈਂ ਇੱਕ ਗੱਲ ਯਾਦ ਰੱਖਣਾ, ਮੈਂ ਯੋਗ ਵਿਦਿਆ ਦੀ ਕ੍ਰਿਟਿਸਿਜ਼ਮ ਨਹੀਂ ਕਰਦਾ ਪਿਆ। ਯੋਗ ਦੇ ਆਪਣੇ ਫਾਇਦੇ ਬੜੇ ਹਨ ਸਰੀਰ ਨੂੰ ਸਵਸਥ ਰੱਖਣ ਵਾਸਤੇ, ਉੱਥੇ ਇਸ਼ੂ ਨਹੀਂ ਮੈਂ ਦੇ ਰਿਹਾ। ਕੋਈ ਯੋਗਿਕ ਐਕਸਰਸਾਈਜ਼ ਕਰੇ ਔਰ ਉਹ ਐਕਸਰਸਾਈਜ਼ ਨਾਲ ਆਪਣੀਆਂ ਬਲੱਡ ਪ੍ਰੈਸ਼ਰ ਠੀਕ ਕਰ ਲਵੇ, ਆਪਣੀਆਂ ਸਿਹਤ ਠੀਕ ਕਰ ਲਵੇ, ਮੁਬਾਰਕ ਹੈ ਉਸਨੂੰ। ਯੋਗੀ ਕਰਦੇ ਸਨ, ਸਾਰੇ ਕਰੋ, ਇਹਦੇ 'ਚ ਕੋਈ ਖਰਾਬੀ ਨਹੀਂ ਕਰਨ 'ਚ। ਮੈਂ ਪਲੀਜ਼ ਮਿਸਅੰਡਰਸਟੈਂਡ ਨਾ ਕਰਨਾ ਮੇਰੇ ਚੋਂ। ਪਰ ਇਹ ਕਹਿ ਲੈਣਾ ਕਿ ਉਹ ਐਕਸਰਸਾਈਜ਼ ਕਰਕੇ ਪ੍ਰਮਾਤਮਾ ਮਿਲ ਜਾਏਗਾ ਮੈਨੂੰ, ਉੱਥੇ ਗੁਰੂ ਨਾਨਕ ਦੀ ਫਿਲਾਸਫੀ ਡਿਫਰੈਂਟ ਹੈ। ਤੇ ਇੱਥੇ ਫੋਕਸ ਆਇਆ ਹੈ ਕਿ ਜੇ ਜੁਗ ਚਾਰੇ ਆਰਜਾ ਹੁਰਦ ਸੁਣੀ ਹੋਏ ਵਿੱਚ ਇਹ ਫੋਕਸ ਇਹ ਹੈ ਕਿ ਜੇ ਯੋਗੀਆਂ ਦੀ ਯੋਗ ਵਿਦਿਆ ਦੇ ਨਾਲ ਦੇ ਆਪਣੀਆਂ ਉਮਰਾਂ ਵਧਾ ਲੈਣੀਆਂ ਜਾਂ ਸਾਹ ਰੋਕ ਕੇ 500 ਸਾਲ ਜ਼ਿੰਦਾ ਰਹਿ ਜਾਣਾ। ਮਹਾਰਾਜ ਇਸ ਗੱਲ ਦਾ ਚੇਤਾ ਦਿਵਾਉਂਦੇ ਹਨ ਕਿ ਇਹਨਾਂ ਚੀਜ਼ਾਂ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਜਾਣੀ। ਉਹ ਜਿਤਨਾ ਮਰਜ਼ੀ ਕੋਈ ਵੱਡਾ ਹੋ ਜਾਵੇ, ਜਿਤਨਾ ਮਰਜ਼ੀ ਕੋਈ ਵੱਡਾ ਗਿਆਨ ਕਮਾ ਲਵੇ, ਯੋਗੀ ਤੋਂ ਵੱਡਾ ਯੋਗੀ ਹੋ ਜਾਵੇ, ਪੈਸੇ ਬੜੇ ਕਮਾ ਲਵੇ, ਨੌਲੇਜ ਬੜੀ ਲੈ ਲਵੇ, ਉਹ ਨੌਲੇਜ ਲੈ ਕੇ ਥੱਕ ਜਾਏ ਤੇ ਸਾਰਾ ਲੀਡਰ ਬਣ ਜਾਏ, ਲੀਡਰ ਬਣ ਕੇ ਵੀ ਉਸ ਤੋਂ ਵੱਡਾ ਲੀਡਰ ਬਣ ਜਾਏ, ਤਾਂ ਵੀ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਦ ਤੱਕ ਉਹਦੀ ਨਜ਼ਰ ਨਾ ਹੋਵੇ। ਔਰ ਜੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ, ਸਭ ਕੁਝ ਹੋ ਗਿਆ ਲੇਕਿਨ ਉਹ ਨਹੀਂ ਹੋ ਪਾਇਆ ਅਗਰ, ਤੇ ਉਹਦੀ ਕੋਈ ਵੈਲਿਊ ਬਹੁਤੀ ਨਹੀਂ ਗਿਣੀ ਗਈ ਉਸ ਚੀਜ਼ ਦੀ, ਹੈ ਨਾ। ਚਾਹੇ ਉਹ ਕੁਈਨ ਆਫ ਇੰਗਲੈਂਡ ਹੋਵੇ, ਚਾਹੇ ਉਹ ਫਿਰ ਕੋਈ ਵੱਡੇ ਤੋਂ ਵੱਡਾ ਰਾਜਾ ਹੋਵੇ, ਤੇ ਵੱਡੇ ਤੋਂ ਵੱਡਾ ਸਾਇੰਸਦਾਨ ਹੋਵੇ, ਵੱਡੇ ਤੋਂ ਵੱਡਾ ਦਾਨੀ ਹੋਵੇ, ਵੱਡੇ ਤੋਂ ਵੱਡਾ ਪੜ੍ਹਿਆ ਲਿਖਿਆ ਹੋਵੇ, ਗੁਰਬਾਣੀ ਦੇ ਲਿਹਾਜ਼ ਦੇ ਨਾਲ ਜੇ ਨਾਮ ਦੀ ਪ੍ਰਾਪਤੀ ਨਹੀਂ ਹੋਈ ਉਸਨੂੰ, ਜੇ ਨਾਮ ਦੇ ਨੇੜੇ ਨਹੀਂ ਆਇਆ, ਆਪਣੇ ਕ੍ਰੀਏਟਰ ਨੂੰ ਪਛਾਣ ਨਹੀਂ ਸਕਿਆ ਇਸ ਲਾਈਫ ਵਿੱਚ, ਉਹ ਚਾਹੇ ਕੀਰਤਨ ਦੁਆਰਾ, ਚਾਹੇ ਗੁਰਬਾਣੀ ਦੇ ਵਿਚਾਰ ਦੁਆਰਾ, ਜਿਸੇ ਤਰੀਕੇ ਨਾਲ ਵੀ, ਤੇ ਉਸ ਬੰਦੇ ਦੀ ਬਹੁਤੀ ਇੱਜ਼ਤ ਉਸ ਪ੍ਰਮਾਤਮਾ ਦੇ ਦਰਬਾਰ 'ਚ ਨਹੀਂ ਹੋਣ ਵਾਲੀ। ਗੁਰੂ ਨਾਨਕ ਦੇ ਦਰਬਾਰ 'ਚ ਉਸ ਬੰਦੇ ਦੀ ਬਹੁਤੀ ਇੱਜ਼ਤ ਨਹੀਂ ਹੈ ਉਸ ਬੰਦੇ ਦੀ। ਇੱਥੇ ਤੱਕ ਵਰਡ ਆਏ ਹਨ ਕਿ ਮ੍ਰਿਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਉਹ ਬੰਦਾ ਮਰਿਆ ਦੇ ਬਰਾਬਰ ਹੈ ਜਿਹਦੇ ਅੰਦਰ ਪ੍ਰਮਾਤਮਾ ਦਾ ਪਿਆਰ ਨਹੀਂ ਹੈ। ਤੇ ਇਸ ਪੌੜੀ ਵਿੱਚ ਇਹ ਦਰਸਾਉਂਦੇ ਹਨ, ਸਮਝਾਉਂਦੇ ਹਨ ਇਸ ਪੌੜੀ ਵਿੱਚ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਵਰੇ ਹਾਲਤ ਹੋਏਗੀ ਤੇਰੀ ਜੇ ਉਸਦੇ ਨੇੜੇ ਨਹੀਂ ਆਇਆ ਤੂੰ। ਚਾਹੇ ਜਿਤਨਾ ਵੱਡਾ ਗਿਆਨੀ ਬਣ ਜਾਏ ਤੂੰ, ਚਾਹੇ ਜਿੰਨਾ ਵੱਡਾ ਤੂੰ ਹੋ ਜਾਏ, ਜੇ ਤੇਰੇ ਅੰਦਰ ਭਗਤੀ ਨਹੀਂ ਹੈ, ਜੇ ਤੇਰੇ ਅੰਦਰ ਸਮਾਧੀ ਨਹੀਂ ਹੈ, ਜਿਹਦੇ ਅੰਦਰ ਸਾਧੂਪੁਣ ਨਹੀਂ ਹੈ, ਜਿਹਦੇ ਅੰਦਰ ਬਾਣੀ ਦਾ ਪਿਆਰ ਕੀਰਤਨ ਦੇ ਨਾਲ ਨੇੜਾਪਨ ਨਹੀਂ ਹੈ, ਸੇਵਾ ਨਹੀਂ ਹੈ, ਸਿਮਰਨ ਨਹੀਂ ਹੈ, ਜੇ ਤੂੰ ਨੇੜੇ ਨਹੀਂ ਆਇਆ ਅੰਦਰ ਤੇਰੇ, ਤੇ ਯੋਗੀਆਂ ਦੀ ਐਕਸਰਸਾਈਜ਼ ਕਰਨ ਨਾਲ, ਆਪਣੀਆਂ ਉਮਰਾਂ ਵਧਾਉਣ ਨਾਲ, ਜਿੰਨੀ ਤੋਂ ਵੱਡੀ ਨੌਲੇਜ ਲੈਣ ਨਾਲ ਵੀ ਪ੍ਰਮਾਤਮਾ ਦੀ ਨੇੜੇ ਤੁਸੀਂ ਨਹੀਂ ਆ ਸਕਦੇ। ਨੇੜੇ ਤਾਂ ਹੀ ਆਓਗੇ ਜੇ ਉਹਦੀ ਯਾਦ ਤੁਹਾਡੇ ਅੰਦਰ ਵਸੇਗੀ, ਜੇ ਉਹਦੇ ਹਮੇਸ਼ਾ ਤੁਸੀਂ ਨਾਲ ਰਹੋਗੇ, ਪਿਆਰ ਉਹਦੇ ਨਾਲ ਕਰਨਾ ਸ਼ੁਰੂ ਕਰੋਗੇ, ਉਹਦੀ ਸਾਰੀ ਕਾਇਨਾਤ ਨਾਲ ਪਿਆਰ ਕਰੋਗੇ, ਤਾਂ ਉਹ ਨੇੜੇ ਆਏਗਾ। ਇੱਥੇ ਫਿਰ ਅਰਦਾਸ ਦੁਬਾਰਾ ਰਿਪੀਟ ਕੀਤੀ ਨੇ ਗੁਰੂ ਨਾਨਕ ਦੇਵ ਬੁਝਾਈ ਵਾਲੀ, ਤੇ ਇੱਥੇ ਅਰਦਾਸ ਰਿਪੀਟ ਕਰਨ ਤੋਂ ਬਾਅਦ 8ਵੀਂ ਪੌੜੀਆਂ ਤੋਂ ਬਾਅਦ ਮਜ਼ਮੂਨ ਜਪਜੀ ਦਾ ਬਦਲ ਜਾਂਦਾ ਹੈ। I'm going to stop here for a second after the 7 again and make sure that there's no issue here on podi number 7 though. And if there is an issue, or ਜੇ ਕੋਈ ਨਹੀਂ ਇੱਥੇ ਗੱਲ ਸਮਝ ਆਈ ਹੈ ਪੌੜੀ ਨੰਬਰ 7 ਦੇ ਉੱਤੇ ਹਾਲੇ ਵੀ clarity ਨਹੀਂ ਹੋਈ ਅਗਰ, ਤੇ now is the time to unmute yourself and please ask me. I'll wait for a few seconds. So I'm glad to see that nobody has any questions though. तो ਇੱਥੇ ਫਿਰ ਪੌੜੀ ਨੰਬਰ 7 ਤੋਂ ਬਾਅਦ ਜਿਹੜੀਆਂ ਪੌੜੀਆਂ 8, 9, 10, 11 ਦੇ ਉੱਤੇ ਇੱਕ ਕਾਮਨ ਮਜ਼ਮੂਨ ਚੱਲੇਗਾ, ਉਹ ਸੁਣਿਆਂ ਦੀ ਪੌੜੀਆਂ ਜਿਹੜੀਆਂ ਹੈ। ਤੇ ਮੈਂ ਪਹਿਲੇ ਵੀ ਗੱਲ ਕਹੀ ਸੀ ਤੇ ਹੁਣ ਦੁਬਾਰਾ ਕਹਿ ਦੇਣਾ ਕਿ ਪਹਿਲੀਆਂ ਦੋ ਜਿਹੜੀਆਂ ਇਸ ਤੋਂ ਪਿਛਲੀਆਂ ਦੋ ਪੌੜੀਆਂ ਵਿੱਚ ਗੁਰੂ ਕੋਲੋਂ ਨਾਮ ਦੀ ਜਾਚਨਾ ਹੈ ਕਿ ਮੇਰੇ ਝੋਲੀ ਵਿੱਚ ਆਪਣਾ ਪਿਆਰ ਪਾਓ ਤੁਸੀਂ।
ਤੇ ਪਿਆਰ ਹੁੰਦਾ ਹੀ ਉਹਨਾਂ ਨਾਲ ਹੈ ਜਿਨ੍ਹਾਂ ਨਾਲ ਨੇੜਾਪਨ ਹੋਵੇ। ਯਾਦ ਰੱਖਣਾ, ਜਿਨ੍ਹਾਂ ਨਾਲ ਨੇੜਾਪਨ ਨਹੀਂ ਹੈ ਉੱਥੇ ਕਦੀ ਪਿਆਰ ਨਹੀਂ ਹੋ ਸਕਦਾ। ਜਿਹਨੂੰ 20 ਸਾਲਾਂ 'ਚ ਇੱਕ ਵਾਰੀ ਬੰਦਾ ਮਿਲਦਾ ਹੈ ਖਾਲੀ, ਉਹਦੇ ਨਾਲ ਪਿਆਰ ਨਹੀਂ ਹੋ ਸਕਦਾ। ਪਿਆਰ ਉਸੇ ਨਾਲ ਹੁੰਦਾ ਹੈ ਜਿਹਦੇ ਨਾਲ ਬਹੁਤਾ ਜ਼ਿਆਦਾ ਸੰਪਰਕ ਹੋਵੇ। ਆਮ ਜ਼ਿੰਦਗੀ ਵਿੱਚ ਵੀ ਉਸੇ ਨੂੰ ਬੰਦਾ ਜ਼ਿਆਦਾ ਕਾਲ ਕਰਦਾ ਹੈ, ਉਸੇ ਨਾਲ ਜ਼ਿਆਦਾ ਬੰਦਾ ਸੰਪਰਕ ਰੱਖਦਾ ਹੈ ਜਿਸ ਨਾਲ ਕੋਈ ਇਮੋਸ਼ਨਲ ਰਿਲੇਸ਼ਨਸ਼ਿਪ ਜ਼ਿਆਦਾ ਹੋਵੇ ਉਸ ਬੰਦੇ ਨਾਲ। ਤੇ ਜਿਹਦੇ ਨਾਲ ਨਾ ਹੋਵੇ, ਉਹ ਚਾਹੇ 6 ਮਹੀਨੇ ਨਾ ਮਿਲੇ, ਸਾਲ ਨਾ ਮਿਲੇ, ਤੇ ਕੋਈ ਬਹੁਤਾ ਫਰਕ ਨਹੀਂ ਪੈਂਦਾ। ਉਹਨੂੰ ਕੋਈ ਬੰਦਾ ਬਹੁਤਾ ਮਿਸ ਨਹੀਂ ਕਰਦਾ। ਮਿਲ ਪਵੇ ਤੇ ਖੁਸ਼ੀ ਨਾਲ ਮਿਲਦਾ, ਲੇਕਿਨ ਇਹ ਨਹੀਂ ਹੈ ਕਿ ਬੜਾ ਚਿਰ ਹੋ ਗਿਆ ਮਿਲਿਆ ਤੇ ਹੁਣ ਕੀ ਹੋਏਗਾ, ਤੇ ਜਿਹੜੇ ਪ੍ਰਮਾਤਮਾ ਦੇ ਭਗਤ ਹਨ ਉਹ ਨਾ ਮਿਲਣ ਅਗਰ ਬਹੁਤ ਦੇਰ ਤੇ ਉਹਦਾ, ਤੇ ਫਿਰ ਉਹਨਾਂ ਨੂੰ ਤੇ ਬੜੀ ਮੁਸ਼ਕਿਲ ਹੁੰਦੀ ਹੈ ਜਿਨ੍ਹਾਂ ਨਾਲ ਬਹੁਤਾ ਪਿਆਰ ਹੋਵੇ। ਗੁਰਬਾਣੀ ਤੇ ਬੜੀ ਵਾਰੀ ਵਰਡ ਆਏ ਨੇ ਉਹ ਜੇ ਕਿ ਰਾਤੀ ਨੀਂਦ ਨਹੀਂ ਆਉਂਦੀ, ਰਾਤੀ ਨੀਂਦ ਵਿੱਚ ਮੁਸ਼ਕਿਲ ਹੁੰਦੀ ਹੈ ਆਉਣ ਨੂੰ। ਜੇ ਨੀਂਦ ਆ ਜਾਵੇ ਔਰ ਤੁਸੀਂ ਆ ਜਾਵੇ ਤੇ ਕੋਈ ਜਗਾ ਦੇਵੇ ਤਾਂ ਵੀ ਕੋਈ ਸੁਪਨੇ ਵੀ ਭਾਈ ਜਾਂ ਗਇਓ ਕਿ ਨਾ ਅੰਚਲਾ ਉੱਥੇ ਇਹ ਕਿਉਂ ਮੈਨੂੰ ਜਗਾ ਦਿੱਤਾ ਤੁਸੀਂ ਉਹਦੇ ਚੋਂ, ਉਸ ਗਹਿਰੀ ਨੀਂਦ ਵਿੱਚੋਂ ਜਦੋਂ ਮੈਨੂੰ ਯਾਦ ਜੁੜਿਆ ਹੋਇਆ ਸੀ। ਫਿਰ ਜਿਹੜੇ ਹੁੰਦੇ ਨੇ ਜੁੜੇ ਹੋਏ, ਫਿਰ ਉਹ ਜੁੜੇ ਹੋਏ ਹਨ ਜਿਹੜੇ, ਤੇ ਨਾਮ ਦੀ ਜਾਚਨਾ ਹਨ। ਤੇ ਨਾਮ ਦੀ ਜਾਚਨਾ ਜਿਗਿਆਸੂ ਮੰਗਦਾ ਹੈ ਪ੍ਰਮਾਤਮਾ ਕੋਲ, ਨਾਮ ਦੀ ਜਾਚਨਾ ਕਰਦਾ ਹੈ ਜਿਗਿਆਸੂ। ਤੇ ਨਾਮ ਦੀ ਜਾਚਨਾ ਵਾਸਤੇ ਪ੍ਰਮਾਤਮਾ ਕਹਿੰਦੇ ਹਨ, ਠੀਕ ਹੈ ਮੈਂ ਆਪਣੇ ਬੰਦੇ ਭੇਜੇ ਹੋਏ ਥੱਲੇ, ਮੈਂ ਗੁਰੂਜਨ ਭੇਜੇ ਹੋਏ ਥੱਲੇ ਆਪਣੇ ਰੁਮਾਂਦੇ ਬਣਾ ਕੇ, ਗੁਰਸਿੱਖ ਭੇਜੇ ਹੋਏ ਥੱਲੇ ਆਪਣੇ ਰੁਮਾਂਦੇ ਬਣਾ ਕੇ। ਜਾਂ ਉਹਨਾਂ ਕੋਲੋਂ ਜਾ ਕੇ ਲੈ ਸਿੱਖਿਆ, ਜਾ ਕੇ ਜਾਂ ਸਤਸੰਗ ਕਰ ਉਹਨਾਂ ਦਾ ਜਾ ਕੇ, ਤੂੰ ਜਾਂ ਉਹਨਾਂ ਕੋਲ ਜਾ ਕੇ ਉੱਠਣਾ ਬੈਠਣਾ ਉਹਨਾਂ ਵਰਗਾ ਰੱਖ, ਜਾਂ ਉਹਨਾਂ ਦੀ ਰੀਸ ਕਰ, ਜਾਂ ਭਾਈ ਸਾਹਿਬ ਭਾਈ ਵੀਰ ਸਿੰਘ ਵਰਗਿਆਂ ਦੀ ਰੀਸ ਕਰ ਤੂੰ ਜਾ ਕੇ, ਜਾਂ ਭਾਈ ਕਾਨ ਸਿੰਘ ਨਾਭਾ ਵਰਗਿਆਂ ਦੀ ਰੀਸ ਕਰ, ਭਾਈ ਜੋਤ ਸਿੰਘ ਵਰਗਿਆਂ ਦੀ ਰੀਸ ਕਰ, ਜਾਂ ਭਾਈ ਗੁਰਦਾਸ ਵਰਗਿਆਂ ਦੀ ਰੀਸ ਕਰ ਤੂੰ ਜਾ ਕੇ। ਤੂੰ ਜਾ ਜੋ ਬਾਬਾ ਫਰੀਦ ਕਹਿੰਦੇ ਹਨ ਉਹਨਾਂ ਦੀ ਫਰੀਦ ਦੀ ਰੀਸ ਕਰ ਜਾ ਕੇ, ਤੂੰ ਜਾ ਕੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਜਾ ਕੇ। ਤੂੰ ਮੈਂ ਆਪਣਾ ਉਹਦੇ ਦੇ ਦਿੱਤਾ, ਮੈਂ ਆਪਣੇ ਗੁਣ ਉਹਨਾਂ 'ਚ ਪਾ ਕੇ ਭੇਜੇ ਹਨ, ਜਾ ਉਹਨਾਂ ਦੀ ਰੀਸ ਕਰ, ਜਾਂ ਗੁਰੂ ਨਾਨਕ ਦੀ ਰੀਸ ਕਰ ਜਾ ਕੇ, ਜਾਂ ਪੰਚਮ ਪਿਤਾ ਦੀ ਰੀਸ ਕਰ, ਜਾਂ ਕਲਗੀਧਰ ਪਿਤਾ ਦੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਦੀ ਕੋਸ਼ਿਸ਼ ਕਰ ਤੂੰ। ਤੇ ਇਹ ਕਿਸ ਤਰ੍ਹਾਂ ਹੁੰਦਾ ਹੈ? ਕਹਿੰਦੇ ਪ੍ਰਮਾਤਮਾ ਕਹਿੰਦੇ ਨੇ ਕਿ ਮੈਂ ਫਲ ਦੱਸਾਂਗਾ ਤੁਹਾਨੂੰ, ਮੈਂ ਉਹਨਾਂ ਕੋਲੋਂ ਆਪਣੇ ਫਲ ਜਿਹੜੇ ਹਨ, ਰਸਤਾ ਪ੍ਰਮਾਤਮਾ ਤੱਕ ਪਹੁੰਚਣ ਦਾ, ਉਹਨਾਂ ਦੇ ਮੂੰਹੋਂ ਕਢਵਾਵਾਂਗਾ ਮੈਂ। ਪਹਿਲੇ ਨਾਮ ਦੀ ਯਾਚਨਾ ਹੈ, ਜਿਗਿਆਸੂ ਯਾਚਨਾ ਕਰਦਾ ਹੈ, ਪ੍ਰਮਾਤਮਾ ਸੁਣਦਾ ਹੈ ਉਹਦੀ ਯਾਚਨਾ। ਕਹਿਣਗੇ ਮੈਂ ਹੁਣ ਫਲ ਦੱਸਾਂਗਾ ਤੈਨੂੰ ਉਸਦੇ, ਤੇ ਫਲ ਦੱਸਣਗੇ ਬਾਣੀ ਦੁਆਰਾ, ਤੇ ਜਿਗਿਆਸੂ ਸੁਣੇਗਾ ਫਿਰ ਉਹਨਾਂ ਫਲਾਂ ਨੂੰ। ਜਿਗਿਆਸੂ ਦਾ ਫਰਜ਼ ਹੈ ਉਸ ਗਿਆਨ ਨੂੰ ਸੁਣਨਾ, ਤੇ ਜਿਗਿਆਸੂ ਉਸ ਗਿਆਨ ਨੂੰ ਸੁਣ ਕੇ ਫਿਰ ਸਮਝੇਗਾ। ਇਹ ਚੌਥੀ ਸਟੇਜ ਹੈ। ਫਿਰ ਜਿਗਿਆਸੂ ਉਸ ਗਿਆਨ ਨੂੰ ਸਮਝ ਕੇ ਮਨ ਵਿੱਚ ਵਸਾਏਗਾ, ਮਨ ਵਿੱਚ ਪ੍ਰਵੇਸ਼ ਕਰਾਏਗਾ, ਔਰ ਮਨ ਵਿੱਚ ਪ੍ਰਵੇਸ਼ ਕਰਾ ਕੇ ਜਿਗਿਆਸੂ ਉਸ ਗਿਆਨ ਦੇ ਉੱਤੇ ਅਮਲ ਕਰੇਗਾ। ਇਹ ਸਾਰੀਆਂ ਸਟੇਜਸ ਆਉਣੀਆਂ ਚਾਹੀਦੀਆਂ। ਇਹ ਸਾਰੀਆਂ ਸਟੇਜਸ ਆਣਗੀਆਂ ਤੇ ਸੁਣਿਆਂ ਦੀ ਪੌੜੀਆਂ ਤੇ ਪੂਰਾ ਉਤਰੇਗਾ। ਜਿਗਿਆਸੂ ਨਾਮ ਦੀ ਯਾਚਨਾ ਕਰੇਗਾ, ਪ੍ਰਮਾਤਮਾ ਯਾਚਨਾ ਸੁਣ ਕੇ ਆਪਣੇ ਗੁਰੂਜਨਾਂ ਤੋਂ ਉਹ ਯਾਚਨਾ ਉਸਨੂੰ ਉਹ ਉਪਦੇਸ਼ ਦੇਗਾ। ਗੁਰੂ ਉਪਦੇਸ਼ ਦੇਗਾ, ਪ੍ਰਮਾਤਮਾ ਉਪਦੇਸ਼ ਦੇਗਾ ਆਪਣੀ ਗੁਰੂਜਨਾਂ ਦੇ ਦੁਆਰਾ। ਗੁਰੂ ਨਾਨਕ ਉਪਦੇਸ਼ ਦੇਣਗੇ। ਤੁਸੀਂ ਗੁਰੂ ਨਾਨਕ ਦੇਵ ਜੀ ਦੀ ਗੱਲ ਨੂੰ ਜਿਗਿਆਸੂ ਸੁਣੇਗਾ, ਜਿਗਿਆਸੂ ਸੁਣ ਕੇ ਮਨ ਵਿੱਚ ਵਸਾਏਗਾ, ਮਨ ਵਿੱਚ ਪ੍ਰਵੇਸ਼ ਕਰਾਏਗਾ, ਮਨ ਵਿੱਚ ਪ੍ਰਵੇਸ਼ ਕਰਾ ਕੇ ਅਮਲ ਕਰੇਗਾ। ਜੇ ਜਿਗਿਆਸੂ ਇਹਨਾਂ ਸਟੈਪਸ ਤੇ ਪੂਰਾ ਉਤਰੇਗਾ, ਫਿਰ ਜਿਗਿਆਸੂ ਸੁਣਿਆਂ ਦੀ ਪੌੜੀਆਂ ਤੇ ਪੂਰਾ ਉਤਰੇਗਾ, ਤੇ ਫਿਰ ਦੁੱਖ ਪਾਪ ਦਾ ਨਾਸ ਹੈ ਇੱਥੇ। ਫਿਰ ਇੱਥੇ ਸੁਣਿਆ ਦੁੱਖ ਪਾਪ ਦਾ ਨਾਸ। ਕਿਉਂਕਿ ਨਾਨਕ ਭਗਤਾਂ ਸਦਾ ਵਿਗਾਸ ਹੈ, ਇਸ ਵਾਸਤੇ ਦੁੱਖ ਪਾਪ ਦਾ ਨਾਸ ਹੈ। ਤੇ ਭਗਤਾਂ ਸਦਾ ਵਿਗਾਸ ਕਿਉਂ ਹੈ? ਭਗਤਾਂ ਦੇ ਅੰਦਰ ਕਿਉਂ ਪ੍ਰਮਾਤਮਾ ਅੰਦਰ ਵਿਗਾਸ ਕਰਦਾ ਉਹਨਾਂ ਦੇ? ਕਿਉਂਕਿ ਉਹ ਜਿਗਿਆਸੂ ਨੇ ਪਹਿਲੇ ਤੇ ਉਸ ਭਗਤ ਨੇ ਪਹਿਲੇ ਅਰਦਾਸ ਕੀਤੀ, ਉਹਦੀ ਅਰਦਾਸ ਸੁਣੀ ਗਈ। ਅਰਦਾਸ ਸੁਣ ਕੇ ਗੁਰੂ ਨੇ ਉਪਦੇਸ਼ ਦਿੱਤਾ, ਉਸ ਗੁਰੂ ਦੇ ਉਪਦੇਸ਼ ਨੂੰ ਜਿਗਿਆਸੂ ਨੇ ਸੁਣਿਆ। ਜਿਗਿਆਸੂ ਨੇ ਸੁਣ ਕੇ ਉਸਨੇ ਸਮਝਿਆ, ਉਸਨੂੰ ਸਮਝ ਕੇ ਆਪਣੇ ਮਨ ਵਿੱਚ ਥਾਂ ਦਿੱਤੀ। ਮਨ ਵਿੱਚ ਥਾਂ ਦੇ ਕੇ ਬਾਅਦ ਉਸਨੇ ਉਸਦੇ ਉੱਤੇ ਅਮਲ ਕੀਤਾ, ਤੇ ਅਮਲ ਕੀਤਾ ਤੇ ਫਿਰ ਦੁੱਖ ਪਾਪ ਦਾ ਨਾਸ ਹੋ ਗਿਆ ਉਹਦਾ।
ਅਮਲ ਕਰਨ ਨਾਲ ਹੀ ਦੁੱਖ ਪਾਪ ਦਾ ਨਾਸ ਹੋ ਗਿਆ। ਹਾਲੇ ਮੰਨੇ ਦੀ ਅਵਸਥਾ ਤੱਕ ਨਹੀਂ ਪਹੁੰਚੀ, ਹਾਲੇ ਉਹ ਅਵਸਥਾ ਅਗਲੀ ਹੈ, ਉਹ ਸਟੇਜ ਅਗਲੀ ਹੈ। ਮੁਖ ਦੁਆਰ ਦੀ ਪ੍ਰਾਪਤੀ ਤੇ ਨਹੀਂ ਹੋ ਸਕੀ ਉਸਨੂੰ, ਪਰ ਧਰਮ ਖੰਡੀ ਗਿਆਨ ਖੰਡੀ ਜ਼ਰੂਰ ਬਣ ਗਿਆ ਹੈ। ਇਸ ਵਾਸਤੇ ਕਿਉਂਕਿ ਉਹਦੇ ਵਿੱਚ ਹੁਣ ਦੁੱਖ ਪਾਪ ਦਾ ਨਾਸ ਹੈ। ਹੁਣ ਉਹ ਦੁੱਖ ਸੰਤਾਂਦੇ ਨਹੀਂ ਇੰਨੀ ਜਲਦੀ, ਉਹ ਬਹੁਤ ਵੱਡਾ ਹੀ ਕੋਈ ਦੁੱਖ ਆਉਣ ਤੇ ਉਹਨੂੰ ਕੋਈ ਤਕਲੀਫ ਹੋਏਗੀ, ਛੋਟੇ ਮੋਟੇ ਦੁੱਖ ਦਾ ਤੇ ਉਹ ਪਰਵਾਹ ਨਹੀਂ ਕਰਦਾ। ਹੁਣ ਕੋਈ ਗੱਲ, ਉਹ ਸਮਝ ਲੈਂਦਾ ਜੋ ਹੋਏਗਾ ਸੋ ਹੋਏਗਾ, ਇਹ ਉਸ ਪ੍ਰਮਾਤਮਾ ਦੇ ਹੁਕਮ ਵਿੱਚ ਹੈ। ਸੋ ਇਸ ਸੁਣਿਆਂ ਦੀ ਪੌੜੀਆਂ ਦੇ ਵਿੱਚ ਬੜੀਆਂ ਡਿਫਰੈਂਟ ਤਰੀਕੇ ਦੀਆਂ ਚੀਜ਼ਾਂ ਡਿਸਕ੍ਰਾਈਬ ਕੀਤੀਆਂ ਨੇ, ਬੜੇ ਡਿਫਰੈਂਟ ਮਜ਼ਮੂਨ ਕੱਢੇ ਨੇ, ਹੈ ਨਾ। ਕਈ ਡਿਫਰੈਂਟ ਤਰੀਕੇ ਦੀਆਂ ਸੋਚ ਜਿਹੜੀ ਹੈ ਸਾਹਮਣੇ ਰੱਖੀ ਹੈ ਉਹਨਾਂ ਨੇ। ਵੀ ਦੇਖੋ ਜੀ, ਕਈ ਵਾਰੀ ਤੇ ਐਗਜ਼ਾਮਪਲ ਦਿੰਦੇ ਹਨ ਕਿ ਦੇਖੋ ਜੀ ਇਹਨਾਂ ਨੇ ਸੁਣਿਆ, ਦੇਖ ਲਿਆ, ਇਹ ਸੁਣ ਕੇ ਕਿੱਥੇ ਪਹੁੰਚ ਗਏ। ਇਹ ਦੇਖੇ ਇਹਨਾਂ ਦੇ, ਇਹ ਦੇਖ ਇਹ ਇਹਨਾਂ ਨੇ ਸੁਣਿਆ ਤੇ ਇਹ ਸੁਣ ਕੇ ਦੇਖ ਕਿੱਥੇ ਦੇ ਕਿੱਥੇ ਪਹੁੰਚ ਗਏ, ਤੂੰ ਵੀ ਪਹੁੰਚ ਸਕਦਾ ਉੱਥੇ ਦੇ ਉੱਤੇ। ਦੇਖ ਇਹਨਾਂ ਨੇ ਕੀ ਕੀ ਕੀਤਾ, ਦੇਖ ਤੂੰ ਤੇ। ਜਾਂ ਫਿਰ ਕਈ ਵਾਰੀ ਇਹ ਵੀ ਕਹਿਣਗੇ ਵੀ ਹਾਂ, ਸੁਣਨ ਨਾਲ ਇਹ ਸਭ ਚੀਜ਼ਾਂ ਹੋ ਸਕਦੀਆਂ। ਸੋ ਫॉर एग्जांपल ਸੁਣੀਆਂ ਦੀ ਪੁਣੀਆਂ ਤੁਸੀਂ ਦੇਖੋਗੇ ਕਿ ਪਹਿਲੇ ਸਿੱਧ ਪੀਰ ਸੁਰਨਾਥ ਦੀਆਂ ਐਗਜ਼ਾਮਪਲ ਦਿੰਦੇ ਹਨ ਜੀ। ਉਹਨਾਂ ਦੇਖੋ, ਉਹਨਾਂ ਨੇ ਇਹ ਅਮਲ ਕੀਤਾ ਸਾਰਾ ਕੁਝ, ਤਾਂ ਸਿੱਧ ਪੀਰ ਸੁਰਨਾਥ ਬਣ ਗਏ। ਉਹਨਾਂ ਨੇ ਅਮਲ ਕੀਤਾ, ਦੇਖ ਉਹਨਾਂ ਨੂੰ ਧਰਤ ਧਵਲ ਤੇ ਆਕਾਸ਼ ਬਾਰੇ ਪਤਾ ਲੱਗ ਗਿਆ ਉਹਨਾਂ ਨੂੰ। ਤੇ ਇਹ ਉਸ ਸੁਣਿਆਂ ਦੀ ਪੌੜੀਆਂ ਵਿੱਚ ਉਹਨਾਂ ਦੀ ਡਿਸਕ੍ਰਿਪਸ਼ਨ ਆਈ ਹੈ ਜਿਨ੍ਹਾਂ ਨੇ ਇਸ ਚੀਜ਼ ਦੇ ਉੱਤੇ ਅਮਲ ਕੀਤਾ, ਜਿਨ੍ਹਾਂ ਨੇ ਹਾਂਜੀ। ਜੇ ਪ੍ਰਮਾਤਮਾ ਦੇ, ਜੇ ਇਸ ਅਵਸਥਾ 'ਚ ਕੋਈ ਆ ਜਾਵੇ, ਜੇ ਇਸ ਅਵਸਥਾ 'ਚ ਕੋਈ ਪਹੁੰਚ ਜਾਵੇ, ਤੇ ਫਿਰ ਉਹ ਮੁੱਖ ਸਲਾਹਣਮੰਦ ਬਣ ਜਾਂਦੇ ਹਨ। ਜੋਗ ਜੁਗਤ ਤਨ ਭੇਦ ਦੇ ਵਿੱਚੋਂ ਉਹਨਾਂ ਦੇ ਤਨ ਦੇ ਭੇਦ ਸਾਰੇ ਜਾਣ ਲੈਂਦੇ ਹਨ। ਸ਼ਾਸਤ ਸਿਮਰਤ ਵੇਦਾਂ ਦਾ ਗਿਆਨ ਉਹਨਾਂ ਨੂੰ ਮਿਲ ਜਾਂਦਾ ਹੈ, ਚਾਹੇ ਪੜ੍ਹੇ ਲਿਖੇ ਹੋਣ ਚਾਹੇ ਨਾ ਹੋਣ। ਕਬੀਰ ਸਾਹਿਬ ਨੂੰ ਪੁੱਛੋ, ਉਹਨਾਂ ਦਾ ਗਿਆਨ ਉਹਨਾਂ ਦਾ ਕਿੱਥੋਂ ਆਇਆ। ਉਹਨਾਂ ਦੇ ਅੰਦਰ ਸਤ ਸੰਤੋਖ ਗਿਆਨ ਆ ਜਾਂਦਾ ਹੈ। ਉਹ ਜਾਣ ਤੀਰਥਾਂ ਤੇ ਨਾ ਜਾਵਣ, ਪਰ ਤੀਰਥਾਂ ਦਾ ਫਲ ਜ਼ਰੂਰ ਪ੍ਰਾਪਤ ਹੋ ਜਾਂਦਾ ਉਹਨਾਂ ਨੂੰ ਮਾਣ ਮਿਲਦਾ ਹੈ ਇਸ ਜ਼ਿੰਦਗੀ 'ਚ, ਬੜਾ ਪੜ ਪਾਵੇ ਮਾਣ ਉਹਨਾਂ ਨੂੰ ਮਿਲਦਾ ਹੈ। ਸੋ ਇਹ ਚੀਜ਼ਾਂ ਕਹਿਣ ਤੋਂ ਬਾਅਦ ਜਿਹੜੇ ਸਭ ਤੋਂ ਵੱਡੇ ਫਲ ਅਖੀਰਲੀ ਪੌੜੀ ਵਿੱਚ ਜਿਹੜੇ ਦਿੱਤੇ ਹਨ ਸੁਣਿਆਂ ਦੀ, ਉਹ ਹੈ ਹਾਥ ਹੋਵੇ ਅਸਗਾਹ ਤੇ ਅੰਧੇ ਪਾਵੇ ਰਾਹ। ਅਸਗਾਹ ਕਹਿੰਦੇ ਜਿਹੜੀ ਬੜਾ ਮੁਸ਼ਕਿਲ ਨਾਲ ਚੀਜ਼ ਮਿਲ, ਜਿਹੜੀ ਬੜੀ ਦੂਰ ਹੋਵੇ ਚੀਜ਼, ਜਿਹੜੀ ਕਦੀ ਸੋਚਿਆ ਵੀ ਨਾ ਹੋਵੇ ਕਿ ਇਹ ਚੀਜ਼ ਮਿਲੇਗੀ, ਤੇ ਉਹ ਚੀਜ਼ਾਂ ਉਹਨਾਂ ਚੀਜ਼ਾਂ ਦੇ ਉੱਤੇ ਉਹਦਾ ਹੱਥ ਪੈ ਜਾਂਦਾ ਹੈ। ਭਾਵ ਪ੍ਰਮਾਤਮਾ ਦੀ ਹੋਂਦ, ਪ੍ਰਮਾਤਮਾ ਦਾ ਪਿਆਰ, ਪ੍ਰਮਾਤਮਾ ਦੇ ਨੇੜੇ ਆ ਜਾਂਦੇ ਨੇ ਉਹ ਬਣੇ ਬਣੇ ਬੰਦੇ। ਉਹਨਾਂ ਦੇ ਅੰਦਰ ਸਰਾ ਗੁਣਾ ਕੇ ਗਾਹ ਆ ਜਾਂਦਾ ਹੈ। ਉਹਨਾਂ ਦੇ ਅੰਦਰ ਉਹਨਾਂ ਦਾ ਗੁਣਾਂ ਦਾ ਇੱਕ ਗੁਣ ਨਹੀਂ, ਸਾਰੇ ਗੁਣ ਪ੍ਰਮਾਤਮਾ ਦੇ ਉਹਨਾਂ ਦੇ ਅੰਦਰ ਪ੍ਰਵੇਸ਼ ਕਰ ਜਾਂਦੇ ਹਨ। ਇੱਕ ਗੁਣਾਂ ਦੇ ਮਾਲਕ ਨਹੀਂ ਹੁੰਦੇ ਉਹ ਸਾਰੇ ਗੁਣ ਆਪਣੇ ਅੰਦਰ ਲੈ ਲੈਂਦੇ ਹਨ। ਦੂਸਰਿਆਂ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਨ। ਉਹ ਚਾਹੇ ਫਿਰ ਸੈਲਾਬ ਆਏ ਹੋਣ, ਫਲੱਡਸ ਆਏ ਹੋਣ ਪਾਕਿਸਤਾਨ ਵਿੱਚ, ਜਾਂ ਫਿਰ ਉਹ ਕੇਰਲਾ ਵਿੱਚ ਆਏ ਹੋਣ, ਜਾਂ ਅਰਥਕੁਏਕ ਆਇਆ ਹੋਵੇ ਨੇਪਾਲ ਵਿੱਚ, ਜਾਂ ਸੀਰੀਆ 'ਚ ਕੋਈ ਕਿਸੇ ਨੂੰ ਭੁੱਖ ਲੱਗੀ ਹੋਵੇ, ਤੇ ਚਾਹੇ ਉਹ ਫਿਰ ਕਿਸੇ ਵੀ ਆਈਸਿਸ ਟੈਰੀਟਰੀ ਵਿੱਚ ਕਿਧਰੇ ਕੁਝ ਹੋਰ ਪ੍ਰੋਬਲਮ ਆ ਰਹੀ ਹੋਵੇ, ਫਿਰ ਜਾਂ ਯੂਕਰੇਨ ਬੈਠੇ ਹੋਣ ਤੇ ਉੱਥੇ ਕਿਸੇ ਨੂੰ ਤਕਲੀਫ ਹੋਵੇ, ਅਗਲੇ ਡਰਦੇ ਨਹੀਂ, ਫਿਰ ਅਗਲੇ ਕਹਿੰਦੇ ਨੇ ਅਸੀਂ ਜਾਵਾਂਗੇ। ਕਿਉਂ ਅਸੀਂ ਕੋ ਉੱਥੇ ਦੇ ਸਾਡੇ ਰਿਸ਼ਤੇਦਾਰ ਹਨ? ਕੋਈ ਨਹੀਂ, ਰਿਸ਼ਤੇਦਾਰ ਤੇ ਨਹੀਂ ਹਨ ਸਾਡੇ, ਪਰ ਸਾਡੇ ਗੁਰੂ ਦਾ ਸਾਨੂੰ ਹੁਕਮ ਹੈ। ਸਾਡੇ ਗੁਰੂ ਦਾ ਸਾਨੂੰ ਹੁਕਮ ਹੈ ਕਿ ਤੁਸੀਂ ਲੰਗਰ ਜਦੋਂ ਪਕਾਉਣਾ ਹੈ, ਲੰਗਰ ਦੀ ਸੇਵਾ ਜਦੋਂ ਕਰਨੀ ਹੈ, ਚਾਹੇ ਕੋਈ ਵੀ ਛਕਣ ਆਵੇ, ਕਿਸੇ ਧਰਮ ਦਾ ਹੋਵੇ, ਕਿਸੇ ਕਲਰ ਦਾ ਹੋਵੇ। ਹੁਣ ਤੇ ਨਹੀਂ ਰਿਵਾਜ ਰਿਹਾ। ਮੈਂ ਇੱਕ ਗੱਲ ਹੋਰ ਕਹਿ ਦਿਆਂ, ਪੁਰਾਣੇ ਧਰਮ ਗ੍ਰੰਥਾਂ ਵਿੱਚੋਂ ਸੂਰਜ ਪ੍ਰਕਾਸ਼ ਤੋਂ ਬੜੀਆਂ ਸਾਖੀਆਂ ਉਹ ਜਿਹੀਆਂ ਮਿਲਦੀਆਂ ਹਨ। ਤੇ ਉਸ ਵੇਲੇ ਲੰਗਰ ਜਿਹੜਾ ਬਚ ਜਾਂਦਾ ਸੀ, ਜਿਹੜਾ ਲੰਗਰ ਜਿਹੜਾ ਉਹ ਕਦੀ ਵੇਸਟ ਨਹੀਂ ਕਰਦੇ ਸਨ। ਉਹ ਸਾਰਾ ਦਾ ਸਾਰਾ ਜਿਹੜਾ ਹੈ ਜਾਨਵਰਾਂ ਵਾਸਤੇ, ਪੱਖੀ ਪੰਛੀਆਂ ਵਾਸਤੇ ਸਰਵ ਕੀਤਾ ਜਾਂਦਾ ਸੀ ਸਾਰਾ। ਭਾਈ ਮੰਝ ਦੀ ਸਾਖੀ ਵਿੱਚ ਇਸ ਗੱਲ ਦਾ ਇਸ਼ਾਰਾ ਮਿਲਦਾ ਹੈ। ਜਦੋਂ ਭਾਈ ਮੰਝ ਜਦੋਂ ਪਹਿਲੇ ਭਾਈ ਮੰਝ ਦੀ ਸਾਖੀ ਸਾਰਿਆਂ ਨੇ ਸੁਣੀ ਹੋਣੀ ਹੈ। ਜਦੋਂ ਪਹਿਲੇ ਸੇਵਾ ਕਰਦੇ ਹਨ ਬੜੀ, ਤੇ ਲੱਕੜੀਆਂ ਕੱਟਦੇ ਹਨ, ਲੱਕੜੀਆਂ ਕੱਟ ਕੇ ਲੰਗਰ ਦੇ ਦਿੰਦੇ ਹਨ, ਲੰਗਰ ਦੇ ਕੇ ਫਿਰ ਲੰਗਰ ਖਾ ਲੈਂਦੇ ਹਨ। ਤੇ ਮਹਾਰਾਜ ਕਹਿੰਦੇ ਨੇ ਸੇਵਾ ਤੇਰੀ ਪ੍ਰਵਾਨ ਨਹੀਂ ਹੋਈ, ਕਿਉਂਕਿ ਤੂੰ ਲੰਗਰ ਤੋਂ ਸੇਵਾ ਤੂੰ ਖਾ ਲਿੱਤਾ ਉੱਥੋਂ, ਤੇ ਫਿਰ ਤੇਰੀ ਗੱਲ ਕੀ ਸੇਵਾ, ਤੂੰ ਤੇ ਜਿੰਨੀ ਦੀਆਂ ਲੱਕੜੀਆਂ ਕੱਟੀਆਂ ਉਹਨਾਂ ਦੇ ਖਾਣਾ ਖਾ ਲਿੱਤਾ ਤੂੰ, ਤੇ what is the big deal। ਫਿਰ ਅੱਧੀਆਂ ਲੱਕੜੀਆਂ ਕੱਟਦੇ ਹਨ, ਤੇ ਫਿਰ ਲੰਗਰ ਤੋਂ ਫਿਰ ਨਹੀਂ, ਉਸ ਤੋਂ ਬਾਅਦ ਫਿਰ ਉਹ ਜੂਠ ਖਾਣਾ ਸ਼ੁਰੂ ਕਰ ਦਿੱਤਾ, ਜਿਹੜਾ ਬਚ ਜਾਏ ਲੰਗਰ ਜਿਹੜਾ। ਉਹਨਾਂ ਨੇ ਕਿਹਾ ਤੂੰ ਇਹ ਜਿਹੜਾ ਜੂਠ ਜਿਹੜਾ ਤੂੰ ਖਾ ਰਿਹਾ ਹੈ, ਜਾਂ ਜਿਹੜਾ ਤੂੰ ਬਚਿਆ ਲੰਗਰ ਖਾ ਰਿਹਾ ਹੈ, ਇਹ ਤੂੰ ਪੰਛੀਆਂ ਦਾ ਉਹਨਾਂ ਦਾ ਹਿੱਸਾ ਤੂੰ ਮਾਰ ਰਿਹਾ। ਉਹ ਵਿਚਾਰੇ ਉਹਨਾਂ ਵਾਸਤੇ ਹੈ ਸਾਰਾ, ਉਹਨਾਂ ਦਾ ਹਿੱਸਾ ਤੂੰ ਮਾਰਦਾ ਪਿਆ। ਉਹ ਵੀ ਐਕਸੈਪਟ ਨਹੀਂ ਹੋਇਆ। ਇਹਨਾਂ ਕਈ ਛੋਟੀਆਂ ਗੱਲਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਉਸ ਵੇਲੇ ਲੰਗਰ
ਮਹਾਰਾਜ ਦੀ ਹਜ਼ੂਰੀ ਵਿੱਚ ਇਹ ਗੱਲਾਂ ਪਤਾ ਲੱਗ ਜਾਂਦੀਆਂ ਨੇ। ਹੁਣ ਨਹੀਂ ਹੁੰਦਾ, ਹੁਣ ਮੈਂ ਗੁਰਦੁਆਰਿਆਂ 'ਚ ਇਸ ਤਰ੍ਹਾਂ ਮੈਂ ਕਿਧਰੇ ਫਾਰਮਲੀ ਨਹੀਂ ਕਿਧਰੇ ਦੇਖਿਆ ਹੋਇਆ, ਨਾ ਇੰਡੀਆ 'ਚ ਨਾ ਇੱਥੇ, ਲੇਕਿਨ ਉਸ ਵੇਲੇ ਸੀ ਦਸਮ ਪਿਤਾ ਦੇ ਟਾਈਮ ਵੀ, ਕਲਗੀਧਰ ਪਿਤਾ ਦੇ ਟਾਈਮ ਵਿੱਚ ਵੀ ਇਹ ਸਾਖੀਆਂ ਮਿਲਦੀਆਂ ਨੇ ਉਹ ਜੀਆਂ। ਇੱਕ ਉਹ ਸਾਖੀ ਜਿਹੜੀ ਦਿਲ ਹਿਲਾਉਣ ਵਾਲੀ ਸਾਖੀ ਹੈ, ਸ਼ਬਦ ਬੋਲਦਿਆਂ ਹੀ ਮੇਰਾ ਮਨ ਆਪਣਾ ਰੋ ਪੈਂਦਾ ਹੈ। ਜਦੋਂ ਭਾਈ ਨੰਦ ਲਾਲ ਇੱਕ ਵਾਰੀ ਲੰਗਰ ਖਾਣ ਤੋਂ ਬਾਅਦ ਜਦੋਂ ਮਹਾਰਾਜ ਝੂਠ ਜਿਹੜਾ ਹੈ ਲੰਗਰ ਦਾ ਉਹ ਜਾਨਵਰਾਂ ਨੂੰ ਖਿਲਾ ਰਹੇ ਸਨ, ਕੁੱਤੇ ਵੀ ਸਨ ਸਾਹਮਣੇ, ਤੇ ਉਸ ਲਾਈਨ ਵਿੱਚ ਭਾਈ ਨੰਦ ਲਾਲ ਖੜੇ ਹੋ ਗਏ ਕਿ ਜਿਸ ਤਰ੍ਹਾਂ ਇਹ ਝੂਠ ਉਹਨਾਂ ਦੇ ਮੂੰਹਾਂ 'ਚ ਪਾਉਂਦੇ ਪਏ ਹੋ, ਮੇਰੇ ਮੂੰਹ 'ਚ ਵੀ ਪਾਓ ਇਹ ਝੂਠ, ਜਿਸ ਤਰ੍ਹਾਂ ਮੈਂ ਵੀ ਤੁਹਾਡਾ ਕੁੱਕਰ ਹਾਂ। ਸੋ ਉਹਨਾਂ ਸਾਖੀਆਂ ਤੋਂ ਵੀ ਕਲੈਰਿਟੀ ਮਿਲਦੀ ਹੈ ਬੜੀ ਕਿ ਉਸ ਵੇਲੇ ਇਹ ਵੀ ਚੀਜ਼ ਦੇਖੀ ਨਹੀਂ ਜਾਂਦੀ ਸੀ ਕਿ ਕਿਹੋ ਜਿਹਾ ਬੰਦਾ, ਕੌਣ ਕਿੱਥੇ ਆਇਆ ਹੋਇਆ ਸਾਹਮਣੇ। ਹਰ ਇੱਕ ਵਿੱਚ ਪ੍ਰਮਾਤਮਾ ਦਾ ਵਾਸ ਦੇਖਿਆ ਜਾਂਦਾ ਸੀ ਬੜਾ। ਤੇ ਇਹ ਸੁਣਿਆਂ ਦੀਆਂ ਪੌੜੀਆਂ ਤੋਂ ਪ੍ਰਾਪਤੀ ਹੁੰਦੀ ਹੈ, ਹਾਥ ਹੋਵੇ ਅਸਗਾਹ ਤੱਕ ਦੀ। ਇਹ ਹੁੰਦੀ ਭਗਤਾਂ ਨੂੰ ਹੈ, ਕਿਉਂਕਿ ਭਗਤ ਜਨ ਜਿਗਿਆਸੂ ਜਨ ਹੀ ਪਹਿਲੇ ਅਰਦਾਸ ਕਰਦੇ ਹਨ ਨਾਮ ਦੀ ਜਾਚਨਾ ਵਾਸਤੇ, ਤੇ ਉਹਨਾਂ ਨੂੰ ਫਿਰ ਗੁਰੂ ਉਪਦੇਸ਼ ਦਿੰਦੇ ਹਨ। ਗੁਰੂ ਉਪਦੇਸ਼ ਦੇ ਕੇ ਯਾਚਨਾ ਸੁਣਦਾ ਹੈ ਜਿਗਿਆਸੂ, ਉਹ ਗਿਆਨ ਸੁਣਦਾ ਹੈ, ਗਿਆਨ ਸੁਣ ਕੇ ਆਪਣੇ ਮਨ ਵਿੱਚ ਵਸਾਉਂਦਾ ਹੈ ਤੇ ਦੁੱਖ ਪਾਪ ਦਾ ਨਾਸ਼ ਕਰ ਲੈਂਦਾ ਹੈ। ਇਹ ਸੁਣੀਆਂ ਦੀ ਪੌੜੀਆਂ ਦੀਆਂ 4 ਪੌੜੀਆਂ ਦਾ ਭਾਵ ਹੈ। ਆਈ ਹੋਪ ਇਹਦੀ ਕਲੈਰਿਟੀ ਹੋ ਗਈ ਹੋਵੇ ਇਹਨਾਂ 4 ਸੁਣੀਆਂ ਦੀ ਪੌੜੀਆਂ ਵਿੱਚ। ਤੇ I'm going to stop here for a second and see if somebody has any questions before we move on to the ਮੰਨੇ ਦੀਆਂ 4 ਪੌੜੀਆਂ। I will not discuss anything new. I think ਮੰਨੇ ਦੀਆਂ ਪੌੜੀਆਂ ਤੇ ਅਸੀਂ end ਕੀਤਾ ਸੀ, so next weekend ਤੋਂ we'll pick up the next ਪੌੜੀ in depth, though ਜਿਹੜੀ ਕਿ ਮੰਨੇ ਦੀ ਪੌੜੀਆਂ ਤੋਂ ਬਾਅਦ ਹਨ 5 ਪ੍ਰਵਾਨ ਵਾਲੀਆਂ, ਉੱਥੋਂ ਸ਼ੁਰੂ ਕਰਾਂਗੇ। I will not start anything new today. I just want to make sure ਕਿ ਹੁਣ ਤੱਕ ਜੋ discussion ਆਈ ਹੈ ਉਹਦੀ clarity ਹੋ ਗਈ ਹੋਵੇ। I'm going to stop here for a second. ਅਗਰ ਸੁਣੀਆਂ ਦੀ ਪੌੜੀਆਂ ਦੇ ਉੱਤੇ ਕਿਸੇ ਲਾਈਨ ਤੇ ਜਾਂ ਕੋਈ ਕਿਸੇ particular ਜਗ੍ਹਾ ਤੇ ਜਾਂ overall ਨਾ ਕੋਈ ਸਮਝਾਈ ਹੋਏ ਗੱਲ ਤੇ please unmute yourself and ask me. I'm going to wait for a few more seconds. Virji, it's interesting that every body of Sunyadi finishes with Sunya Dup Paap Ka Nas. ਹਾਂਜੀ, ਉਹ ਫਿਰ ਉਹ ਜਿਹੜੀ ਚੀਜ਼ ਫਿਰ ਉਹ ਇੰਪੋਰਟੈਂਟ ਹੋਵੇ ਤੇ ਫਿਰ ਉਸ ਨੂੰ ਫਿਰ ਰੈਪੀਟੀਸ਼ਨ ਇਜ਼ ਅ ਕੀ ਨਾ ਬਵਰਾਜ ਜੀ। ਯਾ ਤੇ ਅਗਲੀਆਂ ਪੌੜੀਆਂ ਵਿੱਚ ਉਹਦਾ ਵੀ ਕੋਰਸ ਹੈ, ਅਗਲੀਆਂ ਮੰਨੇ ਦੀਆਂ ਪੌੜੀਆਂ ਦਾ ਵੀ ਕੋਰਸ ਹੈ, ਜੇ ਕੋ ਮਨ ਜਾਣੇ ਮਨ ਕੋਏ, ਉਹ ਉੱਥੇ ਇੱਥੇ ਕੋਰਸ ਹੈ ਨਾਨਕ ਭਗਤਾਂ pay the special attention to the word sada. Right. And sada ਹੋਣ ਕਰਕੇ ਹੀ ਦੁੱਖ ਪਾਪ ਕਰ, occasional ਨਹੀਂ ਹੈ, occasional ਜਪਜੀ ਨੂੰ ਪੜਨ ਵਾਲੇ ਦੇ ਉੱਤੇ ਨਹੀਂ, occasional ਗੁਰਬਾਣੀ ਨਾਲ ਪਿਆਰ ਕਰਨ ਵਾਸਤੇ ਨਹੀਂ, occasional ਕੀਰਤਨ ਸਿੱਖਣ ਵਾਲੇ ਦੇ ਉੱਤੇ ਫੋਕਸ ਨਹੀਂ ਹੈ। ਕਦੀ ਸਿੱਖਿਆ ਕਦੀ ਨਹੀਂ ਸਿੱਖਿਆ, ਮਨ ਆਇਆ ਸਿੱਖ ਲਿੱਤਾ, ਮਨ ਆਇਆ ਨਾ ਕੀਤਾ, ਮਨ ਆਇਆ ਪੜ੍ਹ ਲਿੱਤਾ, ਮਨ ਆਇਆ ਨਹੀਂ ਪੜ੍ਹਿਆ, ਮਨ ਆਇਆ ਗੁਰਬਾਣੀ ਕਲਾਸ ਅਟੈਂਡ ਕਰ ਲਿੱਤੀ, ਮਨ ਆਇਆ ਨਹੀਂ ਕੀਤੀ, ਮਨ ਆਇਆ ਗੁਰਦੁਆਰੇ ਚਲੇ ਗਏ, ਮਨ ਆਇਆ ਕੁਝ ਸੇਵਾ ਕੀਤੀ, ਮਨ ਆਇਆ ਨਹੀਂ ਕੀਤਾ, ਉਹਨਾਂ ਵਾਸਤੇ। ਔਰ ਇੱਕ ਦੱਸਦਿਆਂ ਜਿਹੜੇ ਮਨ ਆਇਆ ਚੀਜ਼ਾਂ ਵਿੱਚ ਅਸੀਂ ਸਿਰਫ ਸਪਿਰਿਚੁਅਲ ਰਸਤੇ ਤੇ ਐਕਸੈਪਟ ਕਰਦੇ ਹਾਂ। ਕਦੀ ਆਫਿਸ ਵਿੱਚ ਕਦੀ ਕਰਕੇ ਦਿਖਾਏ ਕੋਈ, ਮਨ ਆਇਆ ਤੇ ਮੈਂ ਆਫਿਸ ਜਾਵਾਂਗਾ, ਤੇ ਜੇ ਨਹੀਂ ਮਨ ਆਇਆ ਤੇ ਆਈ ਵਿਲ ਸਟੇ ਹੋਮ ਐਂਡ ਆਈ ਵਿਲ ਇੰਜੋਏ ਮਾਈਸੈਲਫ ਔਨ ਮੰਡੇ, ਕਰਕੇ ਦਿਖਾਏ ਕੋਈ ਗੁਰੂ ਕਾ ਪਿਆਰਾ। ਇਹ ਸਿਰਫ ਸਪਿਰਿਚੁਅਲ ਰਸਤੇ ਤੇ ਹੀ ਹੈ। ਪਤਾ ਕਿਉਂ ਹੈ ਇੰਜ? ਇਹ ਇਸ ਵਾਸਤੇ ਹੈ ਕਿ ਉਸ ਨੂੰ ਪਤਾ ਹੈ ਕਿ ਦੇਣ ਵਾਲਾ ਦਿਆਲੂ ਹੈ, ਉਸ ਨੂੰ ਪਤਾ ਹੈ ਕਿ ਮੈਂ ਚਾਹੇ ਪਿਆਰ ਕਰਾਂ ਚਾਹੇ ਨਾ ਕਰਾਂ ਉਸਨੇ ਫਿਰ ਵੀ ਦੇਣਾ ਹੈ, ਕਿਉਂਕਿ ਇਹ ਉਹਦੀ ਬਿਰਦ ਹੈ। ਉਸ ਨੂੰ ਯਾਦ ਕਰਾਂ ਨਾ ਕਰਾਂ, ਉਸਦੇ ਅੱਗੇ ਹੱਥ ਜੋੜਾ ਨਾ ਜੋੜਾ, ਉਹ ਕਰਾਂ ਨਾ ਕਰਾਂ, ਮੈਂ ਓਕੇਜਨਲ ਹੋ ਜਾਵਾਂ ਲੇਕਿਨ ਉਸਨੇ ਓਕੇਜਨਲ ਨਹੀਂ ਹੋਣਾ। ਕਿਉਂ ਨਹੀਂ ਹੋਣਾ ਉਸਨੇ ਓਕੇਜਨਲ? ਕਿਉਂਕਿ ਉਹਦਾ ਬਿਰਦ ਹੈ ਓਕੇਜਨਲ ਨਹੀਂ ਹੋਣਾ ਉਸਦਾ। ਉਹ ਆਪਣਾ ਬਿਰਦ ਨਹੀਂ ਛੋੜਦਾ, ਭਗਤ ਜਨ ਵੀ ਨਹੀਂ ਛੋੜਦੇ, ਪਰ ਜਿਹੜੇ ਓਕੇਜਨਲ ਹੁੰਦੇ ਹਨ ਉਹਨਾਂ ਦੇ ਪੱਲੇ ਕੱਖ ਨਹੀਂ ਪੈਂਦਾ। ਇੱਕ ਗੱਲ ਆਈ ਐਮ ਸੌਰੀ ਟੂ ਸੇ ਦਿਸ, ਉਹਨਾਂ ਦੇ ਤੁਹਾਡੇ ਪੱਲੇ ਕੱਖ ਨਹੀਂ ਪੈਂਦਾ ਜੇ ਓਕੇਜਨਲ ਬੰਦੇ ਦੇ ਕੇ। ਹੁਣ ਬੰਦਾ ਸਕੂਲ ਜਾਂਦਾ ਹੈ, ਮੈਡੀਕਲ ਸਕੂਲ ਜਾਏ, ਲਾਅ ਸਕੂਲ ਜਾਏ,
ਇਹ ਕਦੀ ਸੁਣਿਆ ਹੈ 1 ਹਫ਼ਤਾ ਕਲਾਸ ਅਟੈਂਡ ਕੀਤੀ 2 ਹਫ਼ਤੇ ਨਹੀਂ ਆਇਆ ਉਹ, 1 ਹਫ਼ਤਾ ਆ ਗਿਆ ਫਿਰ 10 ਦਿਨ ਨਹੀਂ ਆਇਆ, ਉਹ ਕਦੀ ਹੋਇਆ ਕਦੀ? ਜਾਂ ਉਹ ਜੇ ਬੰਦੇ ਨੇ ਕਦੀ ਕੋਈ ਕਿਤੇ ਪਹੁੰਚਿਆ ਆਪਣੀ ਮੰਜ਼ਿਲ ਤੇ ਉਹ ਬੰਦਾ? ਤੇ ਸੋਚ ਕੇ ਦੇਖੋ ਜੇ ਰੋਜ਼ਮਰਾ ਜ਼ਿੰਦਗੀ ਵਿੱਚ ਉਹ ਬੰਦਾ ਕਿਤੇ ਨਹੀਂ ਪਹੁੰਚ ਸਕਦਾ ਤੇ ਸਪਿਰਿਚੁਅਲ ਰੀਮ ਵਿੱਚ ਕਿਸ ਤਰ੍ਹਾਂ ਪ੍ਰੋਗਰੈਸ ਕਰੇਗਾ? ਉਹ ਕਦੀ ਨਹੀਂ ਕਰ ਸਕਦਾ ਪ੍ਰੋਗਰੈਸ, ਕਦੀ ਨਹੀਂ ਹੋ ਸਕਦਾ। ਇसी ਵਾਸਤੇ ਵਰਡਾ ਤੇ ਸਦਾ ਨਾਲ, ਆਮ ਸੋ ਹੈਪੀ ਮਾਰੇ ਨਾਲੇ ਤੇ ਸਦਾ ਲਿਖਦੇ ਨਾਨਕ ਭਗਤਾ ਉਹਨਾਂ ਵਾਸਤੇ ਜਿਹੜੇ ਸਦਾ ਵਿਗਾਸ ਵਿੱਚ ਹਨ, ਜਿਹੜੇ ਹਰ ਵਾਸਤੇ ਨਹੀਂ ਹੈ। ਇਸ ਵਾਸਤੇ ਬਾਣੀ ਬੜੀ ਵਾਰੀ ਇਸ ਗੱਲ ਦਾ ਜ਼ਿਕਰ ਆਇਆ ਹੈ ਕਿ ਦਿਨ ਰਾਤ ਧਿਆਵਣਾ, ਬਾਰ-ਬਾਰ ਹਰ ਸਵਾਸ ਵਿੱਚ ਪ੍ਰਮਾਤਮਾ ਯਾਦ ਆਉਂਦਾ ਹੈ। ਇਹ ਬੜੀ ਵਾਰੀ ਇਸ ਮਜ਼ਮੂਨ ਦੇ ਉੱਤੇ ਗੁਰਬਾਣੀ ਬੜੀ ਵਾਰੀ ਐਡਰੈਸ ਕਰਦੀ ਹੈ। ਇਸ ਮਜ਼ਮੂਨ ਹਜ਼ਾਰਾਂ ਵਾਰੀ ਇਹ ਵਰਡ ਆਏ ਨੇ, ਹਰ ਜਗ੍ਹਾ ਤੇ ਕਰੋ, ਹਮੇਸ਼ਾ ਕਰੋ। ਸੋ ਇਹ ਫੋਕਸ ਤੇ ਗੁਰਜਪਜੀ ਦਾ ਇਹੀ ਹੈ। Bhavraj, you nailed hit the nail on the head, when you said ਕਿ ਦੁੱਖ ਪਾਪ का नाश ਤੋਂ ਪਹਿਲੇ ਜਿਹੜਾ ਵਰਡ ਹੈ ਉਹ ਸਦਾ ਵਿਗਾਸ ਹੈ। ਸਦਾ ਵਿਗਾਸ ਵਾਲੇ ਦੇ ਵਿੱਚ ਦੁੱਖ ਪਾਪ का नाश ਹੈ। ਹਾਂਜੀ, ਓਕੇਜਨਲ ਵਿੱਚ ਨਹੀਂ ਹੈ। ਓਕੇਜਨਲ ਬੰਦੇ ਦੇ ਬੜੇ ਮੁਸ਼ਕਿਲ ਹੈ, ਉਹ ਨਹੀਂ ਕਰ ਸਕਦਾ, ਉਹਦੇ ਵਾਸਤੇ ਮੁਸ਼ਕਿਲ ਹੈ। Okay, no more questions on this. Okay, we can move forward to the commentary. So, ਸੁਣਿਆਂ ਦੀ ਪੌੜੀਆਂ ਨਾਲ relate ਕਰਨਾ, as I said last time, is a lot more easier than ਮੰਨੇ ਦੀ ਪੌੜੀਆਂ ਨਾਲ relate ਕਰਨਾ, because ਮੰਨੇ ਦੀਆਂ ਪੌੜੀਆਂ definitely at a very, very higher spiritual realm ਦੇ ਉੱਤੇ ਹਨ ਜ਼ਿਆਦਾ। ਔਰ ਇਹ ਪੌੜੀਆਂ ਦੇਖੋ, ਜਿਸ ਤਰ੍ਹਾਂ ਤੁਹਾਡੀ ਸੁਰਤ, ਲਾਸਟ ਟਾਈਮ ਮੈਂ ਕਿਹਾ ਸੀ, ਸੁਰਤ ਜਿਤਨੀ ਉੱਚੀ ਹੋਏਗੀ ਉਤਨਾ ਦਾਇਰਾ ਵੱਧ ਜਾਂਦਾ ਹੈ ਬੰਦੇ ਦਾ। ਐਂਡ ਆਈ ਗੇਵ ਐਨ ਐਗਜ਼ਾਮਪਲ ਲਾਸਟ ਟਾਈਮ ਆਲਸੋ, ਆਥਰਸ ਗਿਵ ਐਗਜ਼ਾਮਪਲ। ਬੰਦਾ ਜ਼ਮੀਨ ਤੇ ਖੜਾ ਹੋਵੇ ਤੇ ਕਿਤਨੀ ਜ਼ਮੀਨ ਨਜ਼ਰ ਆਉਂਦੀ ਹੈ, ਫਿਰ ਬੰਦਾ ਕਿੱਥੇ ਖੜਾ ਹੋਵੇ ਤੇ ਕਿਤਨੀ ਜ਼ਮੀਨ ਨਜ਼ਰ ਆਉਂਦੀ ਹੈ। ਕੋਈ ਹੁਣ 100 ਫਲੋਰ ਤੇ ਚਲਾ ਜਾਏ ਉੱਤੇ, wherever, ਕੋਈ ਉੱਚੀ ਬਿਲਡਿੰਗ ਹੋਵੇ ਤੇ ਫਿਰ ਕਿਤਨਾ ਨਜ਼ਰ ਆਉਂਦਾ ਹੈ। ਫਿਰ ਕੋਈ ਹੈਲੀਕਾਪਟਰ ਤੇ ਚਲਾ ਜਾਏ ਕਿੰਨਾ ਨਜ਼ਰ ਆਉਂਦਾ ਹੈ। ਫਿਰ ਕੋਈ 에ਅਰਪਲੇਨ ਤੇ ਬੈਠ ਜਾਏ ਕਿੰਨਾ ਨਜ਼ਰ ਆਉਂਦਾ ਹੈ। ਫਿਰ ਉਹ ਜਿਹੜੇ ਸੁਪਰਸੋਨਿਕ ਫਲਾਈਟਸ ਹੁੰਦੀਆਂ ਸਨ, ਕੌਨਕੋਰਡ ਵਰਗੀਆਂ, ਉੱਥੇ ਮੈਂ ਤੇ ਨਹੀਂ ਗਿਆ, ਬਟ ਪੀਪਲ ਹੂ ਹੈਵ ਟਰੈਵਲਡ ਹੈਵ ਮੈਟ ਸਮ ਪੀਪਲ, ਦੇ ਸੈਡ ਕਿ ਅਰਥ ਦਾ ਕਰਵੇਚਰ ਨਜ਼ਰ ਆਉਂਦਾ ਹੈ। ਕੋਈ ਸਪੇਸ ਸ਼ਟਲ ਤੇ ਬੈਠ ਜਾਏ ਤੇ ਫਿਰ ਹੋਰ ਕੁਝ ਨਜ਼ਰ ਆਏਗਾ ਉਸਨੂੰ। ਤੇ ਜੇ ਉਹ ਪਾਇਨੀਅਰ 10 ਦੇ ਰਾਕੇਟ ਵਿੱਚ ਮਾਰਸ ਕੋਲ ਪਹੁੰਚ ਜਾਏ ਤੇ ਫਿਰ ਧਰਤੀ ਕੁਝ ਹੋਰ ਨਜ਼ਰ ਆਏ, ਕੁਝ ਹੋਰ ਨਜ਼ਰ ਆਏਗਾ ਉਸਨੂੰ। ਸੋ ਇਹ ਤੁਹਾਡੀਆਂ ਆਪਣੀ ਅੰਦਰ ਦੀ ਜਿਹੜੀ ਪ੍ਰੋਗਰੈਸ ਹੈ, ਜਿਹੜੀ ਸਪਿਰਿਚੁਅਲਿਟੀ ਦੀ ਤਰਫ, ਉਹਦੇ ਉੱਤੇ ਦੇਖਦਿਆਂ ਹੋਇਆਂ ਮੰਨੇ ਦੀਆਂ ਪੌੜੀਆਂ ਨਾਲ ਬੰਦਾ ਰਿਲੇਟ ਕਰ ਸਕਦਾ ਹੈ। ਵੈਸੇ ਤੇ ਪੜ੍ਹਦੇ ਤੇ ਰੋਜ਼ ਹੀ ਹਾਂ, ਬਟ ਆਈ ਡੋਂਟ ਥਿੰਕ ਸੋ ਵੀ ਫੋਕਸ ਐਜ਼ ਮਚ ਔਨ ਵਾਟ ਗੁਰੂ ਇਜ਼ ਟ੍ਰਾਈਂਗ ਟੂ ਸੇ ਦੇਅਰ। ਸੋ ਮਨਨ ਹੈ ਕੀ ਹੈ? ਲਿਟਰਲ ਜਿਹੜੇ ਮੀਨਿੰਗ, ਸੰਸਕ੍ਰਿਤ ਦੇ ਮੀਨਿੰਗ, ਇੱਕ ਤੇ ਮੰਨਣਾ ਹੈ, ਮੰਨ ਲੈਣਾ ਕਿਸੇ ਗੱਲ ਨੂੰ, ਉਹ ਤੇ ਸੁਣਿਆ ਵਿੱਚ ਹੀ ਆ ਗਿਆ ਹੈ। ਨਹੀਂ ਤੇ ਦੁੱਖ ਪਾਪ ਦਾ ਨਾਸ ਹੋ ਹੀ ਨਹੀਂ ਸਕਦਾ ਜੇ ਮੰਨੇ ਨਾ ਤੇ। ਹਾਂਜੀ, ਇੱਥੇ ਮਨਨ ਜਿਹੜੇ ਵਰਡ ਆਏ ਹਨ ਸੰਸਕ੍ਰਿਤ ਦੇ, ਮਨਨ ਜਾਂ ਮਨਨਾ, ਉਹ ਆਏ ਹਨ ਕਿਸੇ ਚੀਜ਼ ਨਾਲ ਆਪਣੇ ਆਪ ਨੂੰ ਡਿਸਟਿੰਗੁਇਸ਼ ਹੀ ਨਾ ਕਰ ਸਕੇ, ਉਹਦੇ ਵਿੱਚ ਤੇ ਆਪਣੇ ਆਪ 'ਚ ਫਰਕ ਕੋਈ ਇਤਨਾ ਸਹਿਜ ਰੂਪ ਵਿੱਚ ਆ ਜਾਵੇ। ਸੋ ਫॉर ਐਗਜ਼ਾਮਪਲ, ਕੋਈ ਕਾਰ ਚਲਾ ਰਿਹਾ ਹੋਵੇ, ਮੈਂ ਐਗਜ਼ਾਮਪਲ ਪਹਿਲੇ ਦਿੱਤੀ ਸੀ। ਹਾਂਜੀ, ਸੋ ਹੁਣ ਪਹਿਲੇ ਜਦੋਂ ਸਿੱਖਣੀ ਸੀ, ਜਦੋਂ ਚਲਾਣੀ, ਤਾਂ ਫਿਰ ਉਸ ਵੇਲੇ ਬੜਾ ਧਿਆਨ ਦਿੰਦਾ ਸੀ, ਉਹ ਸ਼ੀਸ਼ਾ ਵੀ ਐਡਜਸਟ ਕਰਦਾ ਸੀ, ਬੜਾ ਫੋਕਸ ਕਰਕੇ ਗੱਡੀ ਚਲਾਉਂਦਾ ਸੀ, ਗੱਲਬਾਤ ਨਹੀਂ ਦੀ ਬਹੁਤੀ ਕਰਦਾ ਸੀ, ਕਿਉਂਕਿ ਡਰ ਰਹਿੰਦਾ ਸੀ ਕਿ ਕੁਝ ਹੋ ਨਾ ਜਾਏ। ਪਰ 30 ਸਾਲਾਂ ਬਾਅਦ ਜਦੋਂ ਸਿੱਖ ਲੈਂਦਾ ਤਾਂ ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ। ਉਹ ਗੱਡੀ ਚਲਾ ਰਿਹਾ ਹੈ, ਉਹ ਗੱਲ ਵੀ ਕਰ ਰਿਹਾ ਹੈ, ਉਹ ਕੀਰਤਨ ਵੀ ਸੁਣਦਾ ਪਿਆ ਹੈ, ਉਹ ਟ੍ਰੈਫਿਕ ਸਿਗਨਲ ਵੀ ਦੇਖ ਲੈਂਦਾ ਹੈ, ਉਹ ਲੇਨ ਵੀ ਚੇਂਜ ਕਰ ਲੈਂਦਾ ਹੈ। ਸਭ ਕੁਝ ਹੋ ਰਿਹਾ ਸਬਕੌਂਸ਼ੀਅਸ ਮਾਈਂਡ ਵਿੱਚ। ਆਪਣੀ ਮੰਜ਼ਿਲ ਤੱਕ ਹੀ ਪਹੁੰਚ ਜਾਂਦਾ, ਕਿਧਰੇ ਕੋਈ ਦਿੱਕਤ ਨਹੀਂ ਆਉਂਦੀ ਉਸਨੂੰ। ਕਿਉਂ? ਕਿਉਂਕਿ ਉਹਦੀ ਡਰਾਈਵਿੰਗ ਹੁਣ ਹੈਜ਼ ਬਿਕਮ ਅ ਪਾਰਟ ਆਫ ਹਿਮ। ਉਹਦੀ ਡਰਾਈਵਿੰਗ ਹੈਜ਼ ਬਿਕਮ one with him. ਉਸਦੀ ਡਰਾਈਵਿੰਗ ਇਜ਼ ਨਾਟ ਡਿਫਰੈਂਟ ਫਰਮ ਹਿਮ, ਅਲੱਗ ਹੈ ਹੀ ਨਹੀਂ ਉਸ ਤੋਂ। ਇਸ ਵਾਸਤੇ ਉਹ ਉਹਦੀ ਮਨਨ ਦੀ ਅਵਸਥਾ ਵਿੱਚ ਹੈ। ਜਾਂ ਇਸ ਤਰ੍ਹਾਂ ਕਹਿ ਲਏ ਬੰਦਾ ਕਿ ਇਤਨੀ ਨੈਚੁਰਲ ਹੋ ਜਾਏ ਕੋਈ ਚੀਜ਼ ਕਿਸੇ ਵਿੱਚ ਕਿ ਉਸਨੂੰ ਪਤਾ ਹੀ ਨਾ ਲੱਗੇ ਉਹ ਕਰ ਰਿਹਾ ਤੇ ਫਿਰ ਵੀ ਕਰ ਰਿਹਾ। ਜਿਸ ਤਰ੍ਹਾਂ ਫॉर ਐਗਜ਼ਾਮਪਲ ਖਾਣਾ ਖਾ ਰਿਹਾ ਹੈ ਜਾਂ ਬ੍ਰੇਕਫਾਸਟ ਕਰ ਰਿਹਾ ਹੈ, ਉਹ ਨੈਚੁਰਲ ਚੀਜ਼ ਹੈ ਬੜਾ। ਨਹਾ ਰਿਹਾ ਸਵੇਰੇ, ਆਫਿਸ ਜਾ ਰਿਹਾ ਸਵੇਰੇ, ਆਪਣਾ ਕੰਮ ਕਰ ਰਿਹਾ ਸਵੇਰੇ, ਉਹ ਨੈਚੁਰਲ ਹੈ, ਉਹ ਸਹਿਜ ਅਵਸਥਾ ਵਿੱਚ ਹੈ। ਤੇ ਸਹਿਜ ਹੁੰਦਾ ਹੀ, ਸਹਿਜ ਅਵਸਥਾ ਹੈ ਹੀ ਸਹਿਜ ਹੈ।
ਜੇ ਉਸੇ ਤਰ੍ਹਾਂ ਦਾ ਪਿਆਰ ਪ੍ਰਮਾਤਮਾ ਨਾਲ ਹੋ ਜਾਵੇ, ਕਈ ਤੇ ਬਖਸ਼ਿਸ਼ ਇਹੋ ਜਿਹੀ ਹੁੰਦੀ ਹੈ ਕਿ ਉਹ ਇੱਕਮਿਕ ਹੋ ਜਾਵੇ, ਬਿਲਕੁਲ ਪਤਾ ਹੀ ਨਾ ਲੱਗੇ, ਹਮੇਸ਼ਾ 24 ਘੰਟੇ ਉਦੋਂ ਕੋਈ ਸਤਾਏ ਨਾ, ਉਹਦੇ ਜੀਵਨ ਵਿੱਚ ਉਹਦਾ ਪਿਆਰ ਇਸ ਤਰ੍ਹਾਂ ਆ ਜਾਵੇ ਅੰਦਰ, ਜਿਸ ਤਰ੍ਹਾਂ ਇਤਨਾ ਨੈਚੁਰਲ ਹੋ ਜਾਵੇ, ਇਤਨਾ ਸਹਿਜ ਰੂਪ ਵਿੱਚ ਹੋ ਜਾਵੇ, ਉਸਨੂੰ ਹੁਣ ਯਾਚਨਾ ਕਰਨ ਦੀ ਲੋੜ ਨਾ ਪਵੇ, ਉਸਨੂੰ ਕੁਝ ਲੈਣ ਮੰਗਣ ਦੀ ਯੋਚਨਾ ਪਵੇ, ਉਹ ਅਰਦਾਸ ਕਰੇ ਹੀ ਨਾ ਹੁਣ। ਹਾਂਜੀ, ਉਹ ਅਰਦਾਸ ਨਾ ਕਰੇ, ਉਹ ਕੁਝ ਮੰਗੇ ਨਾ ਕੁਝ ਹੋਰ, ਉਹ ਕੁਝ ਹੁਣ ਮੰਗਦਾ ਨਹੀਂ ਪਿਆ ਕਿ ਗੁਰੂ ਮੈਨੂੰ ਦਿਓ ਮੈਨੂੰ ਗਿਆਨ, ਉਹਦਾ ਗਿਆਨ ਉਹਦੇ ਅੰਦਰ ਭਰਪੂਰ ਹੈ, ਉਹਦਾ ਗਿਆਨ ਖੁਦ ਬਖੁਦ ਉਹਦੇ ਅੰਦਰ ਹੈ ਨਾ। ਹਰ ਚੌਥੜੀ ਲਾਭ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜੀਓ। Maybe I should have brought that along with me today. ਪਹਿਲੀਆਂ 3 ਲਾਵਾਂ ਦਾ ਮਜ਼ਮੂਨ ਹੋਰ ਹੈ, ਉੱਥੇ ਗੱਲ ਹੋਰ ਹੈ, ਕੋਈ ਹੋਰ ਹੈ ਜੀ। ਉਹ ਅਵਸਥਾ ਦੂਸਰੀਆਂ ਹਨ, ਉੱਥੇ ਪ੍ਰਾਪਤੀ ਦੀਆਂ ਅਵਸਥਾ ਨਹੀਂ ਹਨ, ਉਹ ਕੁਝ ਮੰਗਣ ਦੀਆਂ ਅਵਸਥਾ ਹਨ। ਜਿੱਥੇ ਪਹਿਲੀ ਲਾਮ ਵਿੱਚ ਮੰਗਣ ਦੀ ਅਵਸਥਾ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਣ ਦੇ ਉੱਤੇ ਜ਼ੋਰ ਸੀ ਸਾਰਾ, ਤੇ ਦੂਸਰੀ ਲਾਮ ਵਿੱਚ ਸਤਿਪੁਰਖ ਪੁਰਖ ਮਿਲਾਇਆ, ਤੇ ਸਤਿਪੁਰਖ ਪੁਰਖ ਮਿਲਾਣ ਤੋਂ ਬਾਅਦ ਇੱਕ ਜਿਹੜੀ ਉਹ ਅੰਦਰਲੀ ਜਿਹੜੀ ਨਿਰਮਲ ਭਾਵ ਵਾਲੀ ਅਵਸਥਾ ਪੈਦਾ ਕਰਨ ਦੇ ਉੱਤੇ ਫੋਕਸ ਸੀ ਸਾਰਾ। ਤੇ ਤੀਜੇ ਵਿੱਚ ਦੱਸਿਆ ਨੇ ਕਿ ਨਹੀਂ, ਵਿਰਾਗ ਦੀ ਆਪਣੀ ਪਾਉਣੇ, ਹਰ ਤੀਜੜੀ ਲਾਮ ਹੈ ਨਾ, ਸਤਿਪੁਰਖ ਪੁਰਖ ਮਿਲਾਇਆ ਤਾਂ ਵਿਰਾਗ ਦੀ ਅਵਸਥਾ ਪੈਦਾ ਕਰ ਤੂੰ ਆਪਣੇ ਅੰਦਰ। ਹਾਂਜੀ, ਉਹ ਸੰਤ ਜਨਾਂ ਦੇ ਮੇਲ ਨਾਲ ਤੇਰੇ ਅੰਦਰ ਹੋਏਗੀ। ਜਾਂ ਵਿਰਾਗ ਆਪਣੇ ਅੰਦਰ ਲੈ ਕੇ ਆ, ਜਾਂ ਪ੍ਰਮਾਤਮਾ ਨਾਲ ਪਿਆਰ ਕਰਨ ਦਾ ਅੰਦਰਲੀ ਜਿਹੜੀ ਉਹ ਮਿਸਿੰਗ ਵਾਲੀ ਅਵਸਥਾ ਪ੍ਰਾਪਤ ਕਰ। ਪਰ ਚੌਥੀ ਵਿੱਚ ਇਹੋ ਜਿਹੀ ਗੱਲ ਨਹੀਂ ਹੈ ਕੋਈ। ਚੌਥੀ ਲਾਭ, ਇਸ ਵਾਸਤੇ ਚੌਥੀ ਲਾਭ ਦੀ ਭਾਈ ਸਾਹਿਬ ਨੇ ਤੇ ਪੇजेस ਆਫਟਰ ਪੇजेस ਲਿਖੇ ਚੌਥੀ, ਕਿਉਂਕਿ ਚੌਥੀ ਲਾਭ ਪ੍ਰਾਪਤੀ ਦੀ ਕੀ ਬੰਦਾ ਦੇਖੋ ਨਾ, ਇੱਕ ਹੁੰਦੀ ਹੈ, ਇੱਕ ਅਰਦਾਸ ਹੁੰਦੀ ਹੈ, ਮਿਲ ਜਾਏ ਚੀਜ਼, ਮਿਲ ਜਾਏ ਚੀਜ਼, ਮਿਲ ਜਾਏ ਚੀਜ਼, ਮਿਲ ਜਾਏ ਚੀਜ਼, ਫਿਰ ਮਿਲ ਗਈ ਕੋਈ ਚੀਜ਼, ਫਿਰ ਤੇ ਉਹਦੀ ਬੰਦਾ ਖੁਸ਼ੀ ਜ਼ਾਹਿਰ ਕਰ ਸਕਦਾ, ਫਿਰ ਉਹ ਜ਼ਾਹਿਰ ਕੀ ਕਰੇਗਾ। ਤੇ ਚੌਥੀ ਲਾਮ ਵਿੱਚ ਵਧਾਈਆਂ ਬੜੀਆਂ, ਵੈਸੇ ਹੀ ਵਧਾਈ ਦਿੰਦੇ ਲੋਕ, ਵਿਆਹ ਹੋ ਜਾਂਦਾ ਤੇ ਕਹਿੰਦੇ ਵਧਾਈਆਂ ਹੋਣ, ਪਰ ਚੌਥੀ ਲਾਮ 'ਚ ਨਾਮ ਮਿਲਣ ਦੀਆਂ ਵਧਾਈਆਂ ਬੜੀਆਂ ਨਾਮ ਵਜੀ ਵਧਾਈ ਆਏ ਇਨ ਵਰਡ, ਉੱਥੇ ਫਿਰ ਸਤਿਗੁਰ ਕਾਰਜ ਰਚਾਇਆ, ਉੱਥੇ ਕਾਰਜ, ਇਹ ਵੀ ਕਾਰਜ ਹੈ, ਇਹ ਪ੍ਰਮਾਤਮਾ ਦੇ ਮਿਲਣ ਦਾ ਵੀ ਕਾਰਜ ਹੈ ਇੱਕ ਆਪਣਾ, ਨਾਮ ਦੀਆਂ ਵਧਾਈਆਂ ਦਿੱਤੀਆਂ ਇਹਨਾਂ ਚੌਥੀ ਲਾਮ ਵਿੱਚ, ਦਿੱਤੀਆਂ ਕਿਉਂਕਿ ਮਿਲੀਆਂ ਉੱਥੇ, ਕਿਉਂਕਿ ਸਹਿਜ ਮਿਲਿਆ ਉੱਥੇ। ਹਰ ਚੌਥੜੀ ਲਾਮ ਮਨ ਸਹਿਜ ਬਹਿਆ, ਸਹਿਜ ਆਣ ਨਾਲ ਮਨੇ ਦੀ ਅਵਸਥਾ ਪ੍ਰਾਪਤ ਹੋ ਗਈ ਉਸਨੂੰ। ਤੇ ਵਿਆਹੀ ਵਾਲੀ ਦੰਪਤੀ ਨੂੰ ਸਿਰਫ ਗੁਰਮਤ ਵਿੱਚ ਸਿਰਫ 2 ਵਿਆਹਣ ਵਾਲਿਆਂ ਦੇ ਸਰੀਰ ਦਾ ਮਿਲਣ ਤੇ ਨਹੀਂ ਹੈ, ਖਾਲੀ 2 ਵਿਆਹਣ ਦੇ ਖਾਲੀ ਬੱਚੇ ਪੈਦਾ ਕਰਨੇ ਹੀ ਨਹੀਂ ਹੈ। ਜੇ ਸਿਰਫ ਬੱਚੇ ਪੈਦਾ ਕਰਨਾ 2 ਸਰੀਰਾਂ ਦਾ ਮਿਲਣ ਹੋਵੇ, ਜਾਂ ਸਿਰਫ ਕੰਪੈਨੀਅਨਸ਼ਿਪ ਦਾ ਹੋਵੇ, ਤੇ ਤੀਸਰੀ ਔਰ ਚੌਥੀ ਲਾਮ ਲਿਖਣ ਦਾ ਕੋਈ ਮਤਲਬ ਹੀ ਨਹੀਂ ਸੀ ਕੋਈ। ਉਹ ਪਹਿਲੀਆਂ 2 ਲਾਵਾਂ ਬੜੀਆਂ ਸਨ, ਤੀਸਰੀ ਔਰ ਚੌਥੀ ਲਾਮ ਲਾਣ ਦੀ ਲੋੜ ਦੀ ਵਾਪਸ ਨਹੀਂ ਸੀ ਕੋਈ। ਲਿਖੀਆਂ ਇਸੇ ਵਾਸਤੇ ਗਈਆਂ ਹਨ ਕਿ ਇਸ ਗੁਰਮਤ ਵਿੱਚ 2 ਬੰਦਿਆਂ ਦਾ ਮਿਲਣ ਸਿਰਫ ਸਤਸੰਗ ਵਾਸਤੇ ਹੋਇਆ ਹੈ। ਬਾਕੀ ਨੈਚੁਰਲ ਚੀਜ਼ਾਂ ਆਪਣੇ ਆਪ ਹੋਣਗੀਆਂ, ਬੱਚੇ ਹੋਣਗੇ, ਉਹ ਗੱਲ ਹੋਰ ਹੈ, ਪਰ ਇੱਥੇ ਮੇਨ ਹੋਇਆ ਸਤਸੰਗ ਵਾਸਤੇ। ਦੋਨੋਂ ਮਿਲ ਕੇ ਇੱਕ ਦੂਸਰੇ ਨੂੰ ਇਨਕਰੇਜ ਕਰਕੇ ਚੌਥੜੀ ਲਾਮ ਦੀ ਲਾਈਨਾਂ ਤੇ ਪੂਰੇ ਉਤਰਨਗੇ। ਔਰ ਮੈਂ ਪਿੱਛੇ ਜੇ ਵਿਆਹ ਸੀ, ਉੱਥੇ ਹੀ ਬੋਲਿਆ ਸੀ, ਮੈਂ ਉੱਥੇ ਤਾਂ ਹੀ ਕਿਹਾ ਸੀ ਕਿ this is probably the only religion in the world though, ਜਿੱਥੇ ਵਿਆਹ ਦੀ ਸੈਰੇਮਨੀ ਨੂੰ ਵਿਆਹ ਦੀ ਸੈਰੇਮਨੀ ਨਹੀਂ ਕਹਿੰਦੇ, ਆਨੰਦ ਕਾਰਜ ਕਹਿੰਦੇ ਹਨ। ਆਨੰਦ ਦੀ ਸੈਰੇਮਨੀ ਹੈ, ਸੈਰੇਮਨੀ ਆਫ ਬਲਿਸ ਹੈ। ਕਿਉਂ? ਬਲਿਸ ਚੌਥੀ ਲਾਮ ਵਿੱਚ ਡਿਸਕਸਡ ਹੈ। ਗੁਰਸਿੱਖ ਦਾ ਫਰਜ਼ ਵਿਆਹ ਕਰਾਉਣ ਤੋਂ ਬਾਅਦ ਇਹਨਾਂ ਲਾਵਾਂ ਦਾ ਐਂਡ ਰਿਜ਼ਲਟ ਜੇ ਅਗਰ ਸਹਿਜ ਨਹੀਂ ਆਇਆ ਉਹਦੇ ਵਿੱਚ, ਤੇ ਲਾਵਾਂ ਦੇ ਪੂਰਾ ਨਹੀਂ ਉਤਰਿਆ ਫਿਰ ਉਹ ਚੌਥੀ ਲਾਮ ਦੇ ਉੱਤੇ। ਇਸੀ ਵਾਸਤੇ ਨਾ ਹੀ ਸੈਰੇਮਨੀ ਦਾ ਨਾਂ ਹੀ ਆਨੰਦ ਕਾਰਜ ਹੈ। ਸੈਰੇਮਨੀ ਦਾ ਨਾਮ ਵਿਆਹ ਦਾ ਕਾਰਜ ਨਹੀਂ ਹੈ, ਆਨੰਦ ਕਾਰਜ ਹੈ। ਆਨੰਦ ਦੀ ਸੈਰੇਮਨੀ ਹੈ, ਬਲਿਸ ਦੀ ਸੈਰੇਮਨੀ ਹੈ। ਤੇ ਜਪਜੀ ਵੀ ਬਲਿਸ ਦੀ ਸੈਰੇਮਨੀ ਹੈ ਉਸ ਹਿਸਾਬ ਨਾਲ, ਕਿਉਂਕਿ ਮੰਨੇ ਦੀਆਂ ਪੌੜੀਆਂ ਸਹਿਜ ਦੀਆਂ ਹਨ, ਮੰਨੇ ਦੀਆਂ ਪੌੜੀਆਂ ਬਲਿਸ ਵਾਲੀਆਂ ਹਨ। ਮੰਨੇ ਦੀਆਂ ਪੌੜੀਆਂ ਤੇ ਜਿਹੜੀਆਂ ਪੂਰਾ ਉਤਰਦਾ, ਜਿਹੜਾ ਉਹ ਬਲਿਸ ਵਾਲਾ ਹੋ ਜਾਂਦਾ ਹੈ ਆਪ, ਕਿਉਂਕਿ ਇੱਥੇ ਸਟ੍ਰੇਟ ਵਰਡ ਲਿਖੇ ਆਏ ਹਨ ਕਿ ਮੰਨੇ ਪਾਵੇ ਮੁਖ ਦੁਆਰ। ਹਾਂਜੀ, ਸੋ ਮੰਨੇ ਦੀਆਂ ਪੌੜੀਆਂ ਤੇ ਫੋਕਸ ਕਰਨ ਵਾਲਾ, ਤੇ ਮੰਨੇ ਦੀਆਂ ਪੌੜੀਆਂ ਤੇ ਲੈਟ ਮੀ ਰਿਪੀਟ ਜਿਹੜੀ ਮੋਸਟ ਇੰਪੋਰਟੈਂਟ ਲਾਈਨ ਹੈ ਕਿ ਐਸਾ ਨਾਮ ਨਿਰੰਜਨ ਹੋਵੇ
ਜੇ ਕੋ ਮਨ ਜਾਣੇ ਮਨ ਕੋਏ। ਇੱਥੇ ਦੋ ਮਨ ਦੇ ਸਪੈਲਿੰਗ ਆਏ ਹਨ, ਮੈਂ ਪਹਿਲੇ ਸਮਝਾਏ ਸਨ ਸਾਰੇ, ਬੜੇ ਡੈਫੀਨੇਸ਼ਨ ਦੇ ਕੇ ਸਾਰਾ ਕੁਝ। ਇੱਕ ਤੇ ਜਿਹੜਾ ਪਹਿਲੇ ਮੰਨੇ ਮਨ ਆਇਆ ਵੜ ਉਹਦੇ ਤੇ ਟਿੱਪੀ ਹੈ, ਨਨੇ ਨੂੰ ਸਿਹਾਰੀ ਹੈ, ਤੇ ਦੂਸਰਾ ਜਿਹੜਾ ਮਨ ਆਇਆ ਹੈ ਉੱਥੇ ਉੱਥੇ ਟਿੱਪੀ ਨਹੀਂ ਹੈ, ਸਿਰਫ ਮਨ ਦੇ ਨਨੇ ਨੂੰ ਸਿਹਾਰੀ ਹੈ। ਪਰ ਦੋਨੋਂ ਮੀਨਿੰਗ ਡਿਫਰੈਂਟ ਹਨ, ਡਿਫਰੈਂਟ ਕੰਟੈਕਸਟ ਵਿੱਚ ਦੋਨੋਂ ਮੀਨਿੰਗ ਆਏ ਹਨ। ਜਿਹੜਾ ਸੈਕੰਡ ਮੀਨਿੰਗ ਆਇਆ ਮਨ ਦਾ, ਉਹ ਮਨ ਵਿੱਚ ਹੈ, ਤੇ ਪਹਿਲਾ ਜਿਹੜਾ ਮਨ ਆਇਆ ਜਿਹਦੇ ਟਿੱਪੀ ਵਾਲਾ ਮਨ ਹੈ, ਉਹ ਮਨ ਜਿਹੜਾ ਹੈ ਉਹ ਮਨਨ ਦੀ ਅਵਸਥਾ ਹੈ। ਜਿਹੜਾ ਬੰਦਾ ਆਪਣੇ ਮਨ ਵਿੱਚ ਮਨਨ ਕਰ ਲਵੇ ਪ੍ਰਮਾਤਮਾ ਦੇ ਨਾਮ ਦਾ, ਪ੍ਰਮਾਤਮਾ ਦੇ ਸਿਮਰਨ ਦਾ, ਉਹਦੇ ਅੰਦਰੋਂ ਫਿਰ ਇਹੋ ਜਿਹੀ ਆਵਾਜ਼ ਨਿਕਲ, ਉਹ ਫਿਰ ਉਹ ਵਾਓ ਫੈਕਟਰ ਉਹਨਾਂ ਦੇ ਵਿੱਚੋਂ ਨਿਕਲਦਾ ਹੈ ਕਿ ਹੇ ਮੇਰੇ ਦਾਤਾ, ਇਤਨਾ ਸੋਹਣਾ ਹੈ ਤੇਰਾ ਨਾਮ, ਹੇ ਮੇਰੇ ਪਿਆਰੇ, ਇਤਨਾ ਸੋਹਣਾ ਹੈ ਤੂੰ, ਹੇ ਮੇਰੇ ਦਾਤਾ, ਇਤਨਾ ਵੱਡਾ ਨਿਰੰਜਨ ਹੈ ਤੇਰਾ ਨਾਮ ਤੇ ਤੇਰਾ ਪਿਆਰ। ਹੁਣ ਮੈਨੂੰ ਸਮਝ ਆਈ ਹੈ ਜਦੋਂ ਮੈਂ ਆਪਣੇ ਮਨ ਵਿੱਚ ਤੇਰਾ ਮਨਨ ਕੀਤਾ ਹੈ। ਤੇ ਇਹ ਦੋਨੋਂ ਲਾਈਨਾਂ ਦੀ ਰੈਪੀਟੇਸ਼ਨ ਜਿਹੜੀ ਹੈ, ਇਹ ਸਾਰੀਆਂ ਮੰਨੇ ਦੀ ਪੌੜੀਆਂ ਵਿੱਚ। ਇੱਕ ਹੋਰ ਮੈਂ ਗੱਲ ਕਹਿ ਦਿਆਂ ਕਿ ਮੰਨੇ ਦੇ ਦੋ ਸਪੈਲਿੰਗ ਆਏ ਹਨ, ਮੈਂ ਕਲੈਰਿਟੀ ਦੁਬਾਰਾ ਦੇ ਦਿਆਂ, ਪਹਿਲੇ ਵੀ ਕਹੀ ਸੀ ਤੇ ਹੁਣ ਵੀ ਕਹਿ ਰਿਹਾ। ਇੱਕ ਮੰਨੇ ਦੇ ਲਾਵਾਂ ਹਨ ਤੇ ਇੱਕ ਮੰਨੇ ਦੀਆਂ ਦੋ ਲਾਵਾਂ ਹਨ। ਇੱਕ ਮੰਨੇ ਆਇਆ ਹੈ ਵਰਡ, ਉਸ ਤੋਂ ਬਾਅਦ ਫਿਰ ਮੰਨਾ ਹੈ, ਦੋ ਲਾਵਾਂ ਨਾਲ ਵੀ ਵਰਡ ਆਏ ਹਨ। ਉੱਥੇ ਵੀ ਡਿਫਰੈਂਸਿਸ ਹਨ ਮੀਨਿੰਗ ਦੇ, ਉਹ ਵੀ ਕੰਟੈਕਸਚੁਅਲ ਫਾਰਮ ਵਿੱਚ, ਉਹ ਵੀ ਪਹਿਲੇ ਦੱਸ ਦਿੱਤੇ ਸਨ, ਮੈਂ ਦੁਬਾਰਾ ਰਿਪੀਟ ਕਰ ਦਿਆਂ। ਸੋ ਜਿੱਥੇ ਪਹਿਲੇ ਮੰਨੇ ਇੱਕ ਲਾਮ ਨਾਲ ਆਇਆ ਹੈ, ਉਹ ਵਰਡ ਆਇਆ ਹੈ ਉਹਨਾਂ ਵਾਸਤੇ ਜਿਨ੍ਹਾਂ ਨੇ ਮਨਨ ਕਰ ਲਿੱਤਾ ਹੈ, ਭਾਵ ਜਿਹੜੇ ਪ੍ਰਮਾਤਮਾ ਨਾਲ ਇੱਕਮਿਕ ਹੋ ਗਏ ਹਨ। ਜਿਹੜੇ ਇੱਕਮਿਕ ਹੋ ਗਏ ਹਨ ਉਹਨਾਂ ਵਿੱਚ ਤੇ ਪ੍ਰਮਾਤਮਾ 'ਚ ਕੋਈ ਫਰਕ ਨਹੀਂ ਰਹਿ ਗਿਆ, ਉਹ ਤਾਂ ਉਹਦਾ ਰੂਪ ਹੈ। ਹੁਣ ਗੁਰੂ ਨਾਨਕ ਵਿੱਚ ਤੇ ਪ੍ਰਮਾਤਮਾ 'ਚ ਕੀ ਫਰਕ ਹੈ ਦੱਸੋ ਜੀ? ਕੋਈ ਫਰਕ ਨਹੀਂ। ਬਾਬਾ ਬੁੱਢਾ ਜੀ ਵਿੱਚ ਤੇ ਪ੍ਰਮਾਤਮਾ 'ਚ ਕੀ ਫਰਕ ਹੈ ਦੱਸੋ? ਕੋਈ ਫਰਕ ਨਹੀਂ। ਸੰਤ ਬਾਬਾ ਅਤਰ ਸਿੰਘ ਹੋਰੀ ਉਸਤਵਾਣੇ ਵਾਲੇ, ਕਦੀ ਪੜ੍ਹ ਕੇ ਦੇਖੋ ਉਹਨਾਂ ਦੀ ਜੀਵਨੀ ਨੂੰ, ਕਦੀ ਪੜ੍ਹ ਕੇ ਦੇਖਿਓ ਉਹਨਾਂ ਦੀ ਜੀਵਨੀ ਔਰ ਉਹਨਾਂ ਦੀ ਸਿੱਖਿਆ ਨੂੰ ਕਦੀ ਪੜ੍ਹ ਕੇ ਬੰਦਾ ਦੇਖੇ ਤੇ ਫਿਰ ਬੰਦਾ ਵਿਚਾਰ ਕਰੇ ਕਿ ਉਹਨਾਂ ਵਿੱਚ ਤੇ ਗੁਰੂ ਨਾਨਕ ਵਿੱਚ ਤੇ ਉਹਨਾਂ ਵਿੱਚ ਤੇ ਪ੍ਰਮਾਤਮਾ 'ਚ ਕੀ ਫਰਕ ਸੀ? ਕੋਈ ਫਰਕ ਨਹੀਂ ਸੀ ਕੋਈ। ਇਸ ਵਾਸਤੇ ਮੰਨੇ ਦੀਆਂ ਪੌੜੀਆਂ ਲਿਖਣ ਤੋਂ ਪਹਿਲੇ ਇਸ ਗੱਲ ਦਾ ਬੜਾ ਧਿਆਨ ਰੱਖਿਆ ਨੇ ਕਿ ਕਿਧਰੇ ਗਲਤੀ ਨਾਲ ਉਹਨਾਂ ਬਾਰੇ ਕੁਝ ਇਹ ਨਾ, ਉਹਨਾਂ ਦੀ ਅਵਸਥਾ ਨੇ ਕਿਧਰੇ ਮੈਂ ਬਿਆਨ ਕਰ ਦਿਆਂ। ਇਸ ਵਾਸਤੇ ਪਹਿਲੀ ਲਾਈਨ 'ਚ ਕਹਿ ਦਿੱਤਾ ਨੇ ਆਪੇ, ਕਲੈਰਿਟੀ ਡਿਸਕਲੇਮਰ ਹੈ ਉੱਥੇ, ਬਹੁਤ ਵੱਡਾ ਡਿਸਕਲੇਮਰ ਹੈ ਉੱਥੇ ਕਿ ਮੰਨੇ ਕੀ ਗਤ ਕਹੀ ਨਾ ਜਾਏ। ਉਹਦੀ ਅਵਸਥਾ ਨਹੀਂ ਅਸੀਂ ਬਿਆਨ ਕਰਨ ਵਾਲੇ, ਉਹ ਕਿਹੜੀ ਅਵਸਥਾ 'ਚ ਪਹੁੰਚਿਆ, ਉਹਦੇ ਮਨ ਵਿੱਚ ਕੀ ਚੱਲ ਰਿਹਾ ਸਾਨੂੰ ਨਹੀਂ ਪਤਾ। ਉਹ ਜਿਹੜਾ ਕਹਿਣ ਦੀ ਕੋਸ਼ਿਸ਼ ਕਰੇਗਾ ਉਹ ਗਲਤ ਹੈ। ਜਿਹੜਾ ਗੁਰੂ ਨਾਨਕ ਨੂੰ ਆਪਣੇ ਲਫ਼ਜ਼ਾਂ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕਰੇਗਾ ਉਹ ਗਲਤ ਹੈ। ਜਿਹੜਾ ਗੁਰੂ ਜਨਾਂ ਨੂੰ, ਜਿਹੜੇ ਪ੍ਰਮਾਤਮਾ ਤੇ ਪਹੁੰਚੇ ਹੋਏ ਭਗਤਾਂ ਨੂੰ ਆਪਣੇ ਵਰਡਸ ਵਿੱਚ ਸੀਮਿਤ ਕਰਨ ਦੀ ਕੋਸ਼ਿਸ਼ ਕਰੇਗਾ ਉਹ ਮੂਰਖ ਹੈ। ਜਿਹੜੇ ਪ੍ਰਮਾਤਮਾ ਨੂੰ ਆਪਣੀ ਇਸ ਮਾਈਂਡ ਦੇ ਅੰਦਰ ਸੀਮਿਤ ਕਰਕੇ ਉਹਨਾਂ ਨੂੰ ਉਸ ਦਾਇਰੇ ਵਿੱਚ ਰੱਖਣ ਦੀ ਕੋਸ਼ਿਸ਼ ਕਰੇਗਾ ਉਹ ਮੂਰਖ ਹੈ। ਉਹ ਮੂਰਖਾਂ ਦੀ ਗੱਲ ਨਹੀਂ ਕਰ ਰਹੇ ਪਏ ਇੱਥੇ। ਇਸੇ ਵਾਸਤੇ ਉੱਥੇ ਕਲੈਰਿਟੀ ਬੜੀ ਜ਼ਬਰਦਸਤ ਦਿੱਤੀ ਨੇ, ਡਿਸਕਲੇਮਰ, ਕਿ ਅਸੀਂ ਤਾਂ ਨਹੀਂ ਦੱਸਦੇ ਪਏ ਇਹ ਗੱਲ, ਉਹਨਾਂ ਦੀ ਅਵਸਥਾ ਨਹੀਂ ਅਸੀਂ ਬਿਆਨ ਕਰ ਸਕਦੇ। ਕਿਉਂ ਨਹੀਂ ਬਿਆਨ ਕਰ ਸਕਦੇ? ਕਿਉਂਕਿ ਉਹ ਕਿਹੜੇ ਅਵਸਥਾ 'ਚ ਹਨ? ਕਿਉਂਕਿ ਉਹ ਪ੍ਰਮਾਤਮਾ ਨਾਲ ਇੱਕਮਿਕ ਹਨ। ਜੇ ਪ੍ਰਮਾਤਮਾ ਡਿਫਾਈਨ ਨਹੀਂ ਹੋ ਸਕਦਾ ਤੇ ਇਹ ਵੀ ਡਿਫਾਈਨ ਨਹੀਂ ਹੋ ਸਕਦਾ। ਇਸੇ ਵਾਸਤੇ ਮੰਨੇ ਦੀ ਅਸੀਂ ਨਹੀਂ ਕੁਝ ਕਰਨਾ। ਤੇ ਜੇ ਕੋਈ ਕਾਗਜ਼ ਕਲਮ ਨਾ ਲਿਖਣ ਹਾਰ, ਥੈਂਕ ਗॉड ਦਿਸ ਵਰਡਸ ਆਰ, ਇਤਨੀ ਕਲੈਰਿਟੀ ਦੇ ਦਿੱਤੀ ਹੈ ਨਾ ਜਪਜੀ ਵਿੱਚ। ਨਾ ਕੋਈ ਇਹੋ ਜਿਹਾ ਕਾਗਜ਼ ਬਣਿਆ, ਨਾ ਕੋਈ ਇਹੋ ਜਿਹੀ ਕਲਮ ਬਣੀ ਹੈ, ਨਾ ਕੋਈ ਗੁਰੂ ਕਾ ਪਿਆਰੇ ਇਹੋ ਜਿਹਾ ਲਿਖਣ ਵਾਲਾ ਬਣਿਆ ਕੋਈ ਜਿਹੜਾ ਕਰ ਸਕੇ ਉਹਦੀ ਬਿਆਨ, ਉਹਦੀ ਮਨ ਦੀ ਅਵਸਥਾ ਨੂੰ। ਉਹ ਨਹੀਂ ਕੀਤੀ ਜਾ ਸਕਦੀ। ਉਹ ਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੈ ਉਹ, ਤੇ ਨਾ ਉਹ ਕੀਤੀ ਨੇ ਤੇ ਨਾ ਤੁਹਾਨੂੰ ਇਨਕਰੇਜ ਕੀਤਾ ਨੇ ਕਰਨ ਵਾਸਤੇ। ਹਾਂ, ਇਹ ਜ਼ਰੂਰ ਕਿਹਾ ਨੇ ਕਿ ਆਪਣੇ ਮਨ ਵਿੱਚ ਜੇ ਮਨਨ ਕਰੋਗੇ ਉਸ ਪ੍ਰਮਾਤਮਾ ਦਾ, ਜੇ ਉਸ ਅਵਸਥਾ ਤੇ ਪਹੁੰਚ ਜਾਓਗੇ, ਤੁਹਾਡੇ ਮਨ ਵਿੱਚ ਵੀ ਵਾਓ ਤੋਂ ਸਿਵਾਏ ਕੁਝ ਰਹਿ ਨਹੀਂ ਜਾਣਾ ਕੋਈ। ਤੁਹਾਡੇ ਮਨ 'ਚ ਵੀ ਇਹੀ ਨਿਕਲੇਗਾ ਕਿ ਐਸਾ ਨਾਮ ਨਿਰੰਜਨ ਹੋਏ, ਇਤਨਾ ਵੱਡਾ ਪ੍ਰਮਾਤਮਾ ਦਾ ਨਾਮ ਹੈ, ਇਹੋ ਜਿਹਾ ਨਿਰੰਜਨ, ਇਹੋ ਜਿਹਾ ਅਲੱਗ ਨਾਮ ਹੈ, ਇਹੋ ਜਿਹਾ ਮਿੱਠਾ ਉਹਦਾ ਪਿਆਰ ਹੈ।
ਤੇ ਇਹਨਾਂ ਮੰਨੇ ਦੀ ਪੌੜੀਆਂ ਵਿੱਚ ਇਹ ਜ਼ਰੂਰ ਦੱਸਿਆ ਨੇ, ਹਾਂ ਮਨਨ ਕਰਨ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਜੋ ਬਦਲਾਵ ਆਏ ਹਨ ਨਾ, ਜਿਹੜੇ ਜੋ ਚੇਂਜਸ ਅਸੀਂ ਦੇਖੀਆਂ ਹਨ, ਚੇਂਜਸ ਜਿਹੜੀਆਂ ਬੜੀਆਂ ਵਿਜ਼ੀਬਲ ਚੇਂਜਸ ਹਨ, ਉਹ ਅਸੀਂ ਜ਼ਰੂਰ ਬਿਆਨ ਕਰਾਂਗੇ ਤੇ ਸ਼ੇਅਰ ਕਰਾਂਗੇ ਤੁਹਾਡੇ ਨਾਲ। ਤੋਂ ਅਗਲੀ 3 ਪੌੜੀਆਂ ਵਿੱਚ ਉਸ ਕਿਰਪਾਲੂ ਗੁਰੂ ਨੇ, ਉਸ ਨਿਰੰਕਾਰੀ ਗੁਰੂ ਨੇ ਉਹ ਚੇਂਜਸ ਜਿਹੜੀਆਂ ਹਨ ਉਹ ਤੁਹਾਡੇ ਨਾਲ ਸ਼ੇਅਰ ਕੀਤੀਆਂ ਸਾਰੀਆਂ। ਲੇਕਿਨ ਉੱਥੇ ਸਪੈਲਿੰਗ ਅਲੱਗ ਹੈ, ਉੱਥੇ ਮੰਨੇ ਨੂੰ ਲਾਵਾਂ ਨਹੀਂ ਹਨ, ਦੁਲਾਵਾਂ ਹਨ। ਮੰਨੈ ਜਿਹੜੇ ਮੰਨ ਲੈਂਦੇ ਹਨ ਉਹ, ਜਾਂ ਮਨਨ ਕਰਨ ਨਾਲ ਸੁਰਤ ਹੋਵੇ ਮਨ ਬੁੱਧ ਹੋਤੀ ਹੈ, ਸਗਲ ਭਵਨ ਕੀ ਸੁਧ ਹੁੰਦੀ ਹੈ, ਮੂੰਹ ਚੋਟਾ ਨਾ ਖਾਏ ਹੁੰਦੀ ਹੈ, ਜਮ ਕੇ ਸਾਥ ਨਾ ਜਾਏ। ਮੈਂ ਸਾਰੀਆਂ ਰਹਿਣਾ ਰਿਪੀਟ ਨਹੀਂ ਕਰਨੀਆਂ ਕਿਉਂਕਿ that would take another 3 sessions to do. I already have done that and you can listen to the previous recording. ਮੇਰਾ ਇੱਥੇ ਕਹਿਣ ਦਾ ਮਤਲਬ ਹੈ ਕਿ ਮੰਨੇ ਦੀ ਪੌੜੀਆਂ ਦੇ ਵਿੱਚ ਮੰਨੈ ਨੂੰ ਡਿਫਾਈਨ ਕਰਨ ਤੋਂ ਬਾਅਦ ਉਸਦੀਆਂ ਉੱਚੀਆਂ ਜਿਹੜੀਆਂ ਗਹਿਰਾਈਆਂ, ਜਿਹੜੀਆਂ ਸਪਿਰਿਚੁਅਲ ਡ੍ਰੀਮ ਤੇ ਪਹੁੰਚਦਾ ਉਹ ਬੰਦਾ, ਉਹਦੀ ਡੈਫੀਨੇਸ਼ਨ ਆਈ ਹੈ। ਤੇ 2-3 ਲਾਈਨਾਂ ਮੈਂ ਇੱਥੇ ਡਿਸਕਸ ਕਰ ਦਿਆਂ ਕਿ ਇੱਕ ਤੇ ਮੰਨੈ ਪਾਵੇ ਮੁਖ ਦੁਆਰ, ਮਨਮੁਖ ਦੁਆਰ ਦੀ ਪ੍ਰਾਪਤੀ ਮੰਨੈ ਨੂੰ ਹੈ, ਕਿਉਂਕਿ ਮਨਨ ਕੀਤਾ ਹੈ ਜਿਸਨੇ, ਉਸ ਮਨਨ ਕਰ, ਇਹ ਅਵਸਥਾ ਕਰਮਖੰਡ ਦੀ, ਸਰਮਖੰਡ ਦੀ ਅਵਸਥਾ ਹੈ, ਉਪਰਲੀ ਅਵਸਥਾ ਹੈ। ਤੇ ਮੰਨੈ ਪਾਵੇ ਮੁਖ ਦੁਆਰ ਹੈ ਤੇ ਪਰਵਾਰੇ ਸਾਧਾਰ ਹੈ, ਤਰੇ ਤਾਰੇ ਗੁਰਸਿੱਖ ਤੇ ਮਨਨ ਕਰਨ ਨਾਲ ਹੀ ਗੁਰੂ ਬਣਨ ਹੈ। ਗੁਰੂ ਬਣੇ ਹੀ ਤਾਂ ਹੈ ਜੇ ਮਨਨ ਕੀਤਾ ਹੈ। ਇਹ ਤੇ ਫਿਰ ਪੁੱਛੇ ਗੁਰੂ ਅਮਰਦਾਸ ਪਾਤਸ਼ਾਹ ਕੋਲੋਂ ਕਿ ਕਿਸ ਤਰ੍ਹਾਂ ਗਏ ਫਿਰ ਗੁਰੂ ਅੰਗਦ ਦੇਵ ਜੀ ਦਰਬਾਰ ਵਿੱਚ। ਜਦੋਂ ਪਹਿਲੀ ਵਾਰੀ ਗਏ, ਜਦੋਂ ਤੇ ਉੱਠ ਕੇ ਉਹਨਾਂ ਨੇ ਗਲਕੜੀ ਨੂੰ ਲਾਇਆ ਤੇ ਕਹਿਣ ਲੱਗਿਆ ਕਿ ਅੱਜ ਮੈਂ ਰਿਸ਼ਤੇਦਾਰ ਬਣ ਕੇ ਨਹੀਂ ਆਇਆ, ਅੱਜ ਤੁਹਾਡੇ ਕੁੜਮ ਬਣ ਕੇ ਨਹੀਂ ਆਇਆ, ਉਹ ਰਿਸ਼ਤਾ ਨਾ ਜੋੜਿਓ ਮੇਰੇ ਨਾਲ, ਮੈਂ ਸੇਵਾ ਭਾਵ ਨਾਲ ਆਇਆ ਹੈ ਤੁਹਾਡਾ ਸਿੱਖ ਬਣਨ ਵਾਸਤੇ, ਨਾਮ ਦੀ ਦਾਤ ਮੈਨੂੰ ਬਖਸ਼ੋ। ਤੇ ਇਹ ਜਦੋਂ ਉਹ ਉਹਨਾਂ ਕੋਲ ਪੁੱਛੋ, ਉਹਨਾਂ ਨੇ ਵੀ ਤੇ ਮਨਨ ਕੀਤਾ ਨਾ, ਉਹਨਾਂ ਨੇ ਵੀ ਸੁਣਿਆਂ ਦੀ ਪੌੜੀਆਂ ਤੇ ਪਹਿਲੇ ਉਤਰੇ, ਫਿਰ ਮਨਨ ਦੀ ਅਵਸਥਾ ਆਈ। ਤੇ ਇੱਥੇ ਤਾਂ ਹੀ ਵਰਡ ਆਏ ਤਰੇ ਤਾਰੇ ਗੁਰ ਤੇ ਸਿੱਖ ਦੋਨੋਂ, ਗੁਰੂ ਵੀ ਮਨਨ ਨਾਲ ਅਵਸਥਾ ਚ ਬਣੇ ਹਨ। ਗੁਰੂ ਨਾਨਕ ਦੇਵ ਦੀ ਅਵਸਥਾ ਅਲੱਗ ਹੈ, ਉਹ ਸ਼ੁਰੂ ਤੋਂ ਮਨਨ ਕੀਤਾ ਹੋਇਆ ਉਹਨਾਂ ਨੇ। ਕਲਗੀਧਰ ਪਿਤਾ ਸ਼ੁਰੂ ਨੇ ਮਨਨ ਕੀਤਾ ਹੋਇਆ, ਬਚਪਨ ਤੋਂ ਉਸ ਅਵਸਥਾ ਚ ਹੈ। ਪਰ ਕਈਆਂ ਨੂੰ ਆਣਾ ਪਿਆ, ਗੁਰੂ ਅੰਗਦ ਦੇਵ ਜੀ ਨੂੰ ਸੰਗਤ ਕਰਨੀ ਪਈ, ਗੁਰੂ ਅੰਗਦ ਦੇਵ ਜੀ ਨੂੰ ਆਣਾ ਪਿਆ ਨੇੜੇ, ਗੁਰੂ ਰਾਮਦਾਸ ਪਾਤਸ਼ਾਹ ਨੂੰ ਆਣਾ ਪਿਆ ਨੇੜੇ। ਸੋ ਇਹ ਮੰਨੇ ਦੀਆਂ ਪੌੜੀਆਂ ਜਿਹੜੀਆਂ ਹਨ, ਇਹ ਉਸ ਉੱਚੀਆਂ ਅਵਸਥਾ ਨੂੰ ਬਿਆਨ ਕਰਦੀਆਂ ਹਨ। ਤੇ ਜਿਹੜਾ ਉੱਤੇ ਪਹੁੰਚਦਾ ਹੈ, ਜਿਹੜਾ ਉਸ ਲੈਵਲ ਦੇ ਉੱਤੇ, ਫਿਰ ਉਹਦੀਆਂ ਮਨ ਦੀਆਂ ਅਵਸਥਾ, ਉਹਦੀਆਂ ਚੇਂਜਸ ਜਿਹੜੀਆਂ ਆਈਆਂ ਹਨ। ਤੇ ਚਾਹੇ ਉਹ ਚੇਂਜਸ ਮੰਨੇ ਮਗ ਨਾ ਚੱਲੇ ਪੰਥ ਵਾਲੀ ਚੇਂਜ ਆਈ ਹੋਵੇ, ਫਿਰ ਜਦੋਂ ਉਸ ਅਵਸਥਾ ਤੇ ਪਹੁੰਚਦਾ ਹੈ ਤੇ ਫਿਰ ਉਹਦੀਆਂ ਪਗਡੰਡੀਆਂ, ਉਹਦੀਆਂ ਆਪਣੀਆਂ ਕੋਈ ਰੋਡਸ ਨਹੀਂ ਹੁੰਦੀਆਂ, ਉਹਦੀਆਂ ਸਾਰੀਆਂ ਰੋਡਸ ਪ੍ਰਮਾਤਮਾ ਵਾਲੀਆਂ ਹੁੰਦੀਆਂ। ਜਿਹੜਾ ਮਰਜੀ ਜਿਸ ਨੂੰ ਦੇਖ ਲਵੇ ਉਹਨੂੰ ਲੱਗਦਾ ਹੈ ਕਿ ਇਹ ਹੀ ਉਹਦਾ ਆਪਣੇ ਪੰਥ ਨਹੀਂ ਹੁੰਦੇ, ਪ੍ਰਮਾਤਮਾ ਦੇ ਪੰਥ ਹੁੰਦੇ ਨੇ। ਉਹਦਾ ਆਪਣਾ ਰਸਤਾ ਨਹੀਂ ਹੁੰਦਾ, ਉਹ ਕਹਿੰਦਾ ਨਹੀਂ ਕਿ ਇਹ ਮੇਰਾ ਰਸਤਾ ਹੈ, ਉਹ ਕਹਿੰਦਾ ਇਹ ਨਹੀਂ ਪ੍ਰਮਾਤਮਾ ਦਾ ਰਸਤਾ ਹੈ। ਉਹ ਆਪਣੀ ਫਤਿਹ ਨਹੀਂ ਜਲਾਉਂਦਾ, ਉਹ ਆਪਣੀ ਜ਼ਿੰਦਗੀ, ਉਹ ਆਪਣੀ ਜਿੱਤ ਤੇ ਖੁਸ਼ ਨਹੀਂ ਹੁੰਦਾ। ਉਹਨੂੰ ਸਾਰੇ ਰਸਤੇ, ਉਹਨੂੰ ਉਹਦੇ ਰਸਤੇ ਨਜ਼ਰ ਆਉਂਦੇ ਨੇ, ਉਹ ਨਜ਼ਰ ਆਉਂਦਾ ਹੈ ਉਹਦੇ ਵਿੱਚ। ਤੇ ਸਾਡੀ ਫਤਿਹ ਵਿੱਚ ਗੱਲ ਸ਼ਾਮਿਲ ਹੈ। ਗੁਰੂ ਦਾ ਸਿੱਖ ਹੈ, ਪਰਮਾਤਮਾ ਦਾ ਸਿੱਖ ਹੈ। ਇਸ ਵਾਸਤੇ ਖਾਲਸੇ ਦੀ ਸਾਜਨਾ ਪਰਮਾਤਮਾ ਦੇ ਉੱਤੇ ਨਹੀਂ, ਉਹਨਾਂ ਨੇ ਇਹ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਇਹ ਖਾਲਸਾ ਸਾਡਾ ਨਹੀਂ, ਇਹ ਉਹਦਾ ਹੈ। ਕਿਉਂਕਿ ਮੰਨੇ ਦੇ ਵਿੱਚ ਪੰਥ ਕਿੱਥੋਂ ਆ ਗਿਆ? ਮੰਨੇ ਵਿੱਚ ਪੰਥਿਕ ਥਾਟ ਹੈ ਗੁਰਸਿੱਖ ਦੀ, ਲੇਕਿਨ ਪੰਥਿਕ ਥਾਟ ਹੁੰਦਿਆਂ ਵੀ ਅਸੀਂ ਮੰਨਦੇ ਹਾਂ ਕਿ ਪ੍ਰਮਾਤਮਾ ਦਾ ਦਿੱਤਾ ਹੋਇਆ ਪੰਥ, ਇਹ ਪੰਥ ਉਹਦਾ ਹੈ। ਇਹ ਪੰਥ ਦੀ ਥਾਟ ਪ੍ਰੋਸੈਸ ਉਹਦੀ ਚੱਲਦੀ ਹੈ। ਵਾਹਿਗੁਰੂ ਫਤਿਹ ਵਾਹਿਗੁਰੂ ਜੀ ਕੀ ਹੈ, ਫਤਿਹ ਹੀ ਹੋਈ ਹੈ ਜੀ। ਤੇ ਫੌਜਾਂ ਵੀ ਉਸੇ ਦੀਆਂ, ਅਕਾਲੀ ਫੌਜਾਂ ਵੀ ਉਸੇ ਦੀਆਂ, ਪ੍ਰਮਾਤਮਾ ਨੂੰ ਫੌਜਾਂ ਦੀ ਲੋੜ ਤੇ ਨਹੀਂ ਕਿਸੇ ਦੀ। ਸੋ ਇਹ ਸਾਰਾ ਕੁਝ ਉਸੀ ਦਾ ਹੈ। ਤੇ ਖਾਲਸੇ ਪੰਥ ਦੀ ਸਿਰਜਣਾ ਦੇ ਪਿੱਛੇ ਵੀ ਉਹਨਾਂ ਨੇ ਦੱਸਿਆ ਨਹੀਂ, ਇਹ ਮੇਰਾ ਨਹੀਂ, ਇਹ ਤੇਰਾ ਚਲਾਇਆ, ਤੂੰ ਚਲਾਉਣ ਵਾਲਾ, ਤੁਸੀਂ ਮੈਨੂੰ ਤਾਕਤ ਦਿੱਤੀ ਹੈ, ਤੁਸੀਂ ਮੈਨੂੰ ਭੇਜਿਆ ਇੱਥੇ, ਮੈਂ ਨਹੀਂ ਕਰ ਰਿਹਾ ਕੰਮ ਕੁਝ, ਜਿਸ ਤਰ੍ਹਾਂ ਤੁਸੀਂ ਹੁਕਮ ਕੀਤਾ ਮੈਂ ਉਸ ਤਰ੍ਹਾਂ ਕਰ ਰਿਹਾ ਮੈਂ ਇੱਥੇ। ਸੋ ਇਹ ਮਗਨ ਚੱਲੇ ਪੰਥ ਹੈ, ਕਿਉਂਕਿ ਉਸ ਲੈਵਲ ਤੱਕ ਪਹੁੰਚਣ ਤੋਂ ਬਾਅਦ ਇਹੋ ਜਿਹੀਆਂ ਫੀਲਿੰਗਸ ਆਉਣੀਆਂ ਸ਼ੁਰੂ ਹੋ ਜਾਂਦੀਆਂ, ਕਿਉਂਕਿ ਬੰਦੇ ਦੇ ਅੰਦਰ ਇਹੋ ਜਿਹੀ ਕੋਈ ਬੰਦੇ ਰਹਿੰਦੀ ਨਹੀਂ ਨਾ ਗੱਲ।
ਇਹੋ ਜਿਹੇ ਬੰਦਾ ਇਨਸਿਕਿਉਰ ਨਹੀਂ ਹੁੰਦਾ ਨਾ, ਸਿਕਿਉਰਡ ਹੋ ਜਾਂਦੇ ਨੇ ਬੰਦੇ। ਇਨਸਿਕਿਉਰਿਟੀ ਵਾਲੇ ਬੰਦੇ ਜਿਹੜੇ ਹਨ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ। ਸੋ ਇੱਥੇ ਮੰਨੇ ਦੀ ਜਿਹੜੀਆਂ ਹਨ ਇਹ 4 ਪੌੜੀਆਂ ਤੋਂ ਬਾਅਦ 5 ਦੀ ਡੈਫੀਨੇਸ਼ਨ ਦੇਣਗੇ, ਜੋ ਅਸੀਂ ਨੈਕਸਟ ਸੰਡੇ ਨੂੰ ਪੂਰੀ ਕਰਾਂਗੇ। ਨੈਕਸਟ ਸੈਟਰਡੇ ਨੂੰ, ਆਮ ਸੌਰੀ, ਸੰਡੇ ਜਾਂ ਸੈਟਰਡੇ, ਆਈ ਲੈਟ ਯੂ ਨੋ। ਤੇ 5 ਦੀ ਡੈਫੀਨੇਸ਼ਨ ਦੇਣ ਤੋਂ ਬਾਅਦ ਮਜ਼ਮੂਨ ਹਟ ਕੇ ਉਸ ਪ੍ਰਮਾਤਮਾ ਦੀ ਸ੍ਰਿਸ਼ਟੀ ਦੇ ਉੱਤੇ ਜਾਏਗਾ ਤੇ ਹੁਣ ਬਲਿਹਾਰੀ ਕੁਦਰਤ ਵਸਿਆ ਵਾਲੀ ਸਬਜੈਕਟ ਮੈਟਰ ਸ਼ੁਰੂ ਕਰਕੇ ਦੱਸਣਗੇ ਕਿ ਉਹ ਪ੍ਰਮਾਤਮਾ ਕਰਨ ਕਰਾਉਣ ਵਾਲਾ ਹਰ ਜਗ੍ਹਾ ਮੌਜੂਦ ਹੈ ਜ਼ਿੰਦਗੀ ਵਿੱਚ। ਸੋ this was I thought was a decent summary of the word mane di podiyan di. So I'll wait to see if anybody has any questions on that. If no questions are there, try to summarize in your own mind the first 15 podis, you know, and ਉਸਨੂੰ ਫਿਰ ਬੰਦਾ ਜੇ ਰੋਜ਼ ਤੁਸੀਂ ਯਾਦ ਕਰੋਗੇ ਇਹਨਾਂ ਨੂੰ ਤੇ ਤੁਹਾਡੀਆਂ ਸਾਰੀਆਂ 38 ਪੌੜੀਆਂ ਤੁਹਾਡੇ ਅੰਦਰ ਵਸਣਗੀਆਂ। ਤੁਹਾਡੇ ਸਾਰੇ 38 ਪੌੜੀਆਂ ਦਾ ਭਾਵ ਤੁਹਾਡੇ ਅੰਦਰ ਵਸੇਗਾ। ਜੇ ਕੋਈ ਸਿਆਣਾ ਕੋਈ ਪੁੱਛ ਲਏਗਾ ਤੁਹਾਡੇ ਕੋਲੋਂ ਕੁਐਸਚਨ, I want you guys to be able to connect the dots for him and say ਨਹੀਂ ਇਹ ਹੈ ਜਪਜੀ ਦੀ ਥਾਟ ਪ੍ਰੋਸੈਸ। ਇਸ ਤਰ੍ਹਾਂ ਜਪਜੀ ਦੀ ਥਾਟ ਪ੍ਰੋਸੈਸ ਇਵੋਲਵ ਹੁੰਦੀ ਹੈ। ਕਿਸ ਤਰ੍ਹਾਂ ਦੇਖੋ ਹੁਕਮ ਤੋਂ ਰਜਾਈ ਚੱਲਣਾ ਦੇ ਪਹਿਲੇ ਸੀ, ਫਿਰ ਹਉਮੈ ਦੀ ਗੱਲ ਸਮਝਾਈ ਨੇ, ਫਿਰ ਬੇਪਰਵਾਹ ਦੀ ਗੱਲ ਸਮਝਾਈ ਨੇ, ਫਿਰ ਦੱਸਿਆ ਨੇ ਕਿ ਉਹ ਦੇਣ ਜਾਣ ਵਾਲਾ ਹੈ। ਇਸ ਵਾਸਤੇ ਵਡਿਆਈ ਦੀ ਵਿਚਾਰ ਇੰਪੋਰਟੈਂਟ ਹੈ ਬੜੀ। ਇਸ ਤਰ੍ਹਾਂ ਦਾ ਤੁਸੀਂ ਅਗਰ ਆਪਣੇ ਅੰਦਰ ਇਸ ਜਪਜੀ ਦੀ ਪੌੜੀਆਂ ਨੂੰ ਵਸਾਓਗੇ ਤੇ ਜਪਜੀ ਤੁਹਾਡੇ ਜੀਵਨ ਦਾ ਹਿੱਸਾ ਬਣੇਗੀ। ਫਿਰ ਚਾਹੇ ਤੁਸੀਂ ਜਿੱਥੇ ਮਰਜ਼ੀ ਹੋਵੋ, ਸਵੇਰੇ ਹੋਵੋ, ਸ਼ਾਮ ਹੋਵੋ, ਜਪਜੀ ਦਾ ਫਿਲਟਰ ਤੁਹਾਡੇ ਮਨ 'ਚ ਹਮੇਸ਼ਾ ਚੱਲੇਗਾ। ਵਿਚ ਆਈ ਰੀਅਲੀ ਮੇਰੀ ਅਰਦਾਸ ਹੈ ਗੁਰੂ ਅੱਗੇ ਕਿ ਹੋਵੇ ਤੁਹਾਡੇ ਨਾਲ। ਹਾਂਜੀ, please unmute yourself and ask me any questions. If there are no questions at all, I'm going to end the class. Okay, no questions at all. That's good. We will see everybody next week, though. Next week, ਜੇ classes ਗੁਰਦੁਆਰੇ ਹੋਣਗੀਆਂ ਤੇ we will try to have the classes on Sunday. I'll let you know in the middle of the week about the timing. ਥੋੜੀ ਜਿਹੀ uncertainty ਹੈ personally ਵੀ ਔਰ ਗੁਰਦੁਆਰੇ ਤਰਫੋਂ ਵੀ. So I will let at least a day or two before send out a message on the WhatsApp and let you know timing ਕੀ ਹੋਣਗੇ. Even if the classes are at the Gurdwara, they will be on Zoom also. So they'll be done in person and in Zoom both. Veerji, what will be the approximate time of the class on Sunday if they happen? That's a good question. It will not be at the A same little time. later, I think it will be 10 o'clock in the morning or 10:30, which will be like 10 Pacific. 10 Pacific. 1 p.m. 1 p.m. I know it will be difficult to attend for East Coast people. I realize that. But on ਮੇਰੀਆਂ ਆਪਣੀਆਂ ਮਜਬੂਰੀਆਂ ਮੈਂ ਕੀ ਕਰਾਂ, you know. So ਗੁਰਦੁਆਰੇ ਪਹਿਲੇ ਬੋਲਦੇ ਸੀ ਉੱਥੇ, so but we'll see how things develop, you know. 2 ਦਿਨ ਕਰਨੀਆਂ ਮੇਰੇ ਵਾਸਤੇ ਮੁਸ਼ਕਿਲ ਹੈ ਕਿ ਮੈਂ Saturday ਵੀ ਬੋਲਾਂ. This is not an easy topic to talk about, as you can see, you know. This is not something casual topic nahi, and you know, ya koi story nahi sunaniya kisi ko. You know, this topic is serious topic and bade te ਇਹਨਾਂ ਦੇ ਉੱਤੇ ਬੋਲਣਾ ਇੰਨਾ easy ਨਹੀਂ ਹੈ ਕਿ ਤੁਸੀਂ 2 ਦਿਨ ਲਗਾਤਾਰ ਬੋਲੋ ਇਹਦੇ ਉੱਤੇ, you know. That's not easy for me to do, Bhavraj, so sorry about that. So we'll see how things evolve, but until and unless I'm happy with the arrangements at the Gurdwara, I might keep 1 or 2 weeks parallel, you know. Maybe I'll do parallel for a week or 2 before I completely switch, you know, because I want to make sure ki na howe ki Sunday javan to Zoom kam hi na kare, then that will be a problem, you know. So I'll do Saturday class and then do Sunday also 1 week or 2 to make sure both are working. Vijay, from which day you plan to do that? Sorry, I was away for a bit. Next week or week after that, Vijay. Okay, thank you.